ਸਵਾਗਤ ਜੀ ਆਪ ਜੀ ਦਾ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਅਸੀਂ ਆਪਣੇ ਸਮੇਂ ਮੁਤਾਬਕ ਹਾਜ਼ਰ ਹਾਂ। ਅੱਜ ਵੀ ਜੋ ਖਬਰਾਂ ਘਟਨਾਵਾਂ ਇਸ ਵਕਤ ਪੰਜਾਬ ਦੇ ਵਿੱਚ ਘਟੀਆਂ ਨੇ ਤੇ ਉਹਨਾਂ ਘਟਨਾਵਾਂ ਦੇ ਘਟਣ ਤੋਂ ਬਾਅਦ ਜਿਵੇਂ ਦਾ ਵੀ ਇਸ ਵਕਤ ਮਾਹੌਲ ਚਾਲ ਹੈਗਾ ਜਾਂ ਉਹਦੇ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਵੀ ਗੱਲਾਂ ਬਾਤਾਂ ਜਾਂ ਜਿਹੜੇ ਵੀ ਪੱਖ ਦੱਸੇ ਜਾ ਰਹੇ ਨੇ ਉਹ ਆਪ ਜੀ ਦੇ ਸਨਮੁਖ ਰੱਖਣ ਦੀ ਕੋਸ਼ਿਸ਼ ਕਰਾਂਗੇ। ਨਾਲ ਵੀਰ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਠ ਸਾਹਿਬ। ਗੱਲ ਇਹ ਆ ਕਿ ਵੀ ਕੱਲ੍ਹ ਜਦੋਂ ਆਪਾਂ ਗੱਲ ਕਰਦੇ ਸੀ ਇਸ ਪ੍ਰੋਗਰਾਮ 'ਚ ਤਾਂ ਉਦੋਂ ਇੱਦਾਂ ਲੱਗਦਾ ਸੀ ਵੀ ਸਿਆਸਤ ਆ, ਠੀਕ ਆ, ਸਿਆਸਤ ਦੇ ਵਿੱਚ ਹਰੇਕ ਨੂੰ ਹੱਕ ਹੈ ਵੀ ਉਹ ਆਪਣੀ ਗੱਲ ਕਰੇ, ਹਰੇਕ ਨੂੰ ਹੱਕ ਹੈ ਵੀ ਜਿੱਥੇ ਜੀ ਉਹਨੂੰ ਜਾਪਦਾ ਸੈੱਟ ਹੋਣ ਦੇ ਲਈ ਉਹ ਇੱਕ ਤੋਂ ਬਾਅਦ ਦੂਜੀ ਥਾਂ ਪਲਾਕੀ ਮਾਰ ਜੇ। ਅਤੇ ਮੇਰੇ ਖਿਆਲ ਨਾਲ ਐਕਸਪੈਕਟੇਸ਼ਨਸ ਤਾਂ ਇਹੀ ਸੀਗੀਆਂ ਕਿ ਵੀ ਇੱਕ ਡਿਫਰੈਂਟ ਤਰ੍ਹਾਂ ਦੀ ਜਿਹੜੀ ਉਹ ਪੋਲੀਟਿਕਸ ਉਹ ਸ਼ੁਰੂ ਹੋਊਗੀ ਅਤੇ ਹੋ ਸਕਦਾ ਵੀ ਪੰਜ ਚਾਰ ਚਿਹਰੇ ਇੱਧਰੋਂ ਉੱਧਰ, ਪੰਜ ਚਾਰ ਚਿਹਰੇ ਉੱਧਰੋਂ ਉੱਧਰ ਜਾਣਗੇ, ਕੋਈ ਦੋ ਚਾਰ ਰੌਣਕੀ ਜੇ ਬਿਆਨ ਆਉਣਗੇ, ਇਤਿਹਾਸਾ ਖੇਡਾ ਹੋਊਗਾ। ਪਰ ਜੋ ਕੁਛ ਘਟਿਆ ਵਾਪਰਿਆ ਉਹਨੇ ਪੰਜਾਬ 'ਚ ਰਹਿਣ ਦੇ ਨਾਲ ਨਾਲ ਮੇਰਾ ਖਿਆਲ ਪੰਜਾਬੋਂ ਬਾਹਰ ਵਸਦੇ ਪੰਜਾਬੀਆਂ ਨੂੰ ਵੀ ਚਿੰਤਾ 'ਚ ਪਾ ਤੱਕ ਨਹੀਂ। ਇਹਦੇ ਵਿੱਚ ਸੰਧਾਲੀਆ ਸਾਹਿਬ ਕੋਈ ਦੋ ਰਾਏ ਨਹੀਂ ਕਿ ਹਰ ਬੰਦਾ ਚਿੰਤਤ ਹੈ ਕਿ ਹੋ ਕੀ ਗਿਆ। ਆਪਾਂ ਤਾਂ ਸਗੋਂ ਬੀਤੇ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਚਰਚਾ ਇੱਥੋਂ ਤੱਕ ਵੀ ਕੀਤੀ ਸੀ ਕਿ ਸ਼ਾਇਦ ਵਪਾਰ ਖੁੱਲ੍ਹ ਜਾਏ, ਸ਼ਾਇਦ ਬਦਲਵੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦਾ ਪ੍ਰਬੰਧ ਹੋ ਜਾਏ। ਆਸ ਇਹ ਵੀ ਸੀ ਕਿ ਸਰਕਾਰੀ ਸਮਾਗਮ 'ਚ ਘੱਟੋ ਘੱਟ ਮੁੱਖ ਮੰਤਰੀ ਪੰਜਾਬ ਵੀ ਬੈਠੇ ਹੋਣ, ਉਪ ਮੁੱਖ ਮੰਤਰੀ ਬੈਠੇ ਹੋਣ, ਪ੍ਰਧਾਨ ਮੰਤਰੀ ਸਾਹਿਬ ਬੈਠੇ ਹੋਣ ਅਤੇ ਜਿਹੜਾ ਇੱਕ ਰੌਲਾ ਪੈਂਦਾ ਸੀ ਲਗਾਤਾਰ ਕਿ ਦਿੱਲੀਓਂ ਉਨੀ ਮਦਦ ਨਹੀਂ ਮਿਲਦੀ ਜਿੰਨੀ ਮਿਲਣੀ ਚਾਹੀਦੀ ਆ, ਕਿ ਉਹਦੇ ਤੋਂ ਦੁੱਗਣੀ ਦੇ ਜਾਓ, ਅਗਲੇ ਨੂੰ ਮੂੰਹ ਚੋਂ ਕੋਈ ਗੱਲ ਕੱਢਣ ਦਾ ਮੌਕਾ ਨਾ ਮਿਲੇ, ਵੀ ਰਲ ਕੇ ਚੱਲੀਏ, ਇਕੱਠੇ ਹੋ ਕੇ ਚੱਲੀਏ, ਸੂਬਾ ਉੱਪਰ ਤਾਂ ਦੇਸ਼ ਉੱਪਰ ਸਾਰਾ ਕੁਛ ਵਧੀਆ ਹੋ ਜਾਵੇ ਨਾ। ਇਸ ਗੱਲ ਦੀ ਆਸ ਨਹੀਂ ਸੀ ਜੋ ਘਟ ਵਾਪਰ ਗਿਆ। ਮੈਨੂੰ ਸੰਧਾਲੀਆ ਸਾਹਿਬ ਇਹ ਵੀ ਲੱਗਦਾ ਕਿ ਇਹਦੇ ਤੋਂ ਪਹਿਲਾਂ ਕਿ ਆਪਾਂ ਜੋ ਹੋਇਆ, ਜੋ ਘਟਿਆ, ਜੋ ਵਾਪਰਿਆ ਉੱਧਰ ਨੂੰ ਚੱਲੀਏ, ਕਿਉਂਕਿ ਕਈ ਵਾਰੀ ਨਾ ਪੰਚਾਇਤੀ ਜ਼ਮੀਨ ਦੀ ਬੋਲੀ ਹੁੰਦੀ ਹੈ, ਉਹ ਬੋਲੀ ਹੁੰਦੀ ਆ ਅਤੇ ਤੁਹਾਡੇ ਵਰਗਾ ਵੱਡਾ ਬੰਦਾ ਵੀ ਹੁੰਦਾ, ਇੱਕ ਮੇਰੇ ਵਰਗੇ ਨਿੱਕੇ ਨੂੰ ਮੂਹਰੇ ਲਾਇਆ ਹੁੰਦਾ, ਕਿਸੇ ਨੇ ਮਗਰ ਕੋਈ ਹੋਰ ਹੁੰਦਾ ਸੀ, ਉੱਥੇ ਫਿਰ ਬੋਲੀ ਤੂੰ ਨਹੀਂ ਚੁੱਪ ਕਰਨਾ। ਜਦੋਂ ਉਹਨੇ ਆਖਿਆ ਨਾ ਵੀ ਇੰਨੇ 500 ਚੁੱਕ ਕੇ ਆਵਾਜ਼ ਦੇ ਦੇਣਾ ਹੀ, ਉਹ ਪੰਚਾਇਤੀ ਜ਼ਮੀਨ ਦੀ ਬੋਲੀ ਜਦੋਂ ਹੋ ਜਾਂਦੀ ਹੈ ਬੰਦਾ ਵੱਧ ਚੜ੍ਹ ਕੇ ਲੈ ਲੈਂਦਾ। ਉਹ ਬੋਲੀ ਲੈਣ ਦੇ ਨਾਲ ਕੰਮ ਨਹੀਂ ਮੁੱਕਦਾ। ਉਹ ਸਾਂਝੀ ਜ਼ਮੀਨ ਹੁੰਦੀ ਹੈ, ਕਿਤੇ ਬੰਨਾ ਹੁੰਦਾ, ਕਿਤੇ ਨਹੀਂ ਹੁੰਦਾ, ਮੋਟਰ ਪਤਾ ਨਹੀਂ ਖਰਾਬ ਹੁੰਦੀ ਹੈ, ਸੜੀਓ ਹੁੰਦੀ ਹੈ, ਕੀ ਹੁੰਦਾ ਕੁਛ ਨਹੀਂ ਪਤਾ ਹੁੰਦਾ। ਪੁਰਾਣੀ ਫਸਲ ਵੱਢ ਕੇ ਉਹਦੇ ਵਿੱਚੋਂ ਟਾਂਡੇ ਟੂੰਡੇ ਕੋ ਵੱਢ ਕੇ ਲੱਗਿਆ ਕਿ ਨਹੀਂ, ਉਹ ਜ਼ਮੀਨ ਨੂੰ ਪਹਿਲਾਂ ਬਣਾਉਣਾ ਪੈਂਦਾ, ਫਿਰ ਉਹਦੇ ਵਿੱਚ ਫਸਲ ਬੀਜਣੀ ਪੈਂਦੀ ਹੈ ਅਤੇ ਜਿਹੜੀ ਤਰੀਕ ਲਿਖੀ ਹੁੰਦੀ ਹੈ 19 ਤਰੀਕ ਨੂੰ ਖਾਲੀ ਕਰਨੀ ਪੈਂਦੀ ਹੈ ਮੁੜ ਕੇ। ਯਾਨੀ ਪੰਚਾਇਤੀ ਜ਼ਮੀਨ ਜਦੋਂ ਤੁਸੀਂ ਲੈ ਲੈਂਦੇ ਹੋ ਠੇਕੇ 'ਤੇ, 2 ਕੁ ਦਿਨ ਸਾਰੇ ਪਿੰਡ ਗੱਲਾਂ ਹੁੰਦੀਆਂ ਕਿ ਬੱਲੇ ਬੱਲੇ ਉਹਨੇ ਉੱਪਰ ਜਾ ਕੇ ਬੋਲੀ ਲਈ ਬਈ, ਪਰ ਤੁਹਾਡਾ ਕੰਮ ਮੁੱਕਦਾ ਨਹੀਂ। ਤੁਸੀਂ ਤਾਂ ਅਗਲੇ ਤੜਕੇ ਉੱਠ ਕੇ ਜਾ ਕੇ ਉਹ ਜ਼ਮੀਨ ਨੂੰ ਸਵਾਰਨਾ ਹੁੰਦਾ, ਉਹਦੇ ਵਿੱਚ ਕੁਛ ਬੀਜਣਾ ਹੁੰਦਾ, ਉਹਦੇ ਵਿੱਚੋਂ ਫਸਲ ਕੱਢਣੀ ਹੁੰਦੀ, ਰੁਪਈਏ ਤੁਹਾਡੇ ਤਾਂ ਪੂਰੇ ਹੋਣੇ ਆ। ਮੈਨੂੰ ਇਹ ਲੱਗਦਾ ਕਿ ਪੰਚਾਇਤ ਦੀ ਜ਼ਮੀਨ ਦੀ ਬੋਲੀ ਵਰਗੇ ਹਾਲਾਤ ਨੇ ਪੰਜਾਬ ਦੇ। ਹਰ ਇੱਕ ਧਿਰ, ਅਸੀਂ ਕਿਸੇ ਨੂੰ ਚੰਗਾ ਨਹੀਂ ਕਹਿਣਾ, ਕਿਸੇ ਨੂੰ ਮਾੜਾ ਨਹੀਂ ਕਹਿਣਾ, ਜੋ ਘਟਿਆ ਵਾਪਰਿਆ ਉਹ ਦੱਸਣਾ ਹੀ, ਕਿਉਂਕਿ ਅੱਜ ਪੰਜਾਬ ਦੇ ਲੋਕਾਂ ਫੈਸਲਾ ਕਰਨਾ ਸਹੀ ਕੌਣ ਤੇ ਗਲਤ ਕੌਣ। ਰੌਲਾ ਇਹ ਆ ਕਿ ਬੋਲੀ ਹੋ ਗਈ, ਕਿੱਦਾਂ ਹੋਈ, ਕਿਹਨੇ ਪਹਿਲਾਂ ਲਾਈ, ਕਿਹਨੇ ਬਾਅਦ ਚ ਲਾਈ, ਕੌਣ ਕਿੱਦਾਂ ਸੀ, ਕੌਣ ਝਗੜਿਆ, ਉਹ ਬਾਅਦ ਦੀ ਗੱਲ ਹੈ। ਉਹਦੇ ਤੋਂ ਬਾਅਦ ਹੁਣ ਨਤੀਜਾ ਕੀ ਨਿਕਲਿਆ? ਨਤੀਜਾ ਇਹ ਹੈ ਕਿ ਗ੍ਰਹਿ ਵਿਭਾਗ ਵਾਲੇ ਕਹਿੰਦੇ ਜੀ ਰਿਪੋਰਟ ਮੰਗ ਲਈ ਹੈ ਅਸੀਂ, ਤੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਅੱਜ ਰਾਜਪਾਲ ਸਾਹਿਬ ਨੂੰ ਮਿਲਣ ਜਾਊ। ਅਮਨ ਤੇ ਕਾਨੂੰਨ ਦੀ ਸਥਿਤੀ ਪੰਜਾਬ ਦੀ ਕੀ ਹੈ ਉਸ ਬਾਬਤ ਕਿ ਭਾਈ ਰਿਪੋਰਟ ਕੇਂਦਰ ਨੂੰ ਭੇਜੋ। ਤੇ ਜਦੋਂ ਪੰਜਾਬ ਦੀ ਇੱਕ ਸਿਆਸੀ ਧਿਰ ਇੱਦਾਂ ਰਾਜਪਾਲ ਸਾਹਿਬ ਨੂੰ ਮਿਲਣ ਜਾਂਦੀ ਹੈ, ਉਹ ਵੀ ਇੱਦਾਂ ਦੇ ਘਟਨਾਕ੍ਰਮ ਤੋਂ ਬਾਅਦ, ਤੇ ਬਹੁਤ ਸਾਰੇ ਲੋਕਾਂ ਦਾ ਮੱਥਾ ਠਣਕਦਾ ਕਿ ਕੀ ਇੱਦਾਂ ਦੇ ਘਟਨਾਕ੍ਰਮ ਤੋਂ ਬਾਅਦ ਜਦੋਂ ਰਾਜਪਾਲ ਸਾਹਿਬ ਦੇ ਕੋਲੇ ਸਿਆਸੀ ਧਿਰਾਂ ਜਾਂਦੀਆਂ ਤੇ ਕੀ ਲੋਕਤੰਤਰੀ ਸਰਕਾਰ ਆਪਣਾ ਕੰਮ ਕਰਦੀ ਰਹੂ। ਤੌਖਲੇ ਹੁੰਦੇ ਆ, ਮੱਥਾ ਠਣਕਦਾ। ਇਹ ਪੰਚਾਇਤੀ ਜ਼ਮੀਨ ਤੋਂ ਬੋਲੀ ਦੀ ਬਾਤ ਦੀ ਸਥਿਤੀ ਹੈ। ਨਹੀਂ, ਇਹ ਤਾਂ ਗੱਲ ਹੈਗੀ ਹੈ, ਕਿਉਂਕਿ ਇਹ ਜੋ ਕੁਛ ਵੀ ਹੋਇਆ ਵਾਪਰਿਆ ਨਾ, ਇਹਦੀ ਆਸ ਉਮੀਦ ਘੱਟ ਸੀ। ਕਿਉਂਕਿ ਮੇਰਾ ਖਿਆਲ ਜੇ ਆਪਾਂ ਬਹੁਤਾ ਪਿੱਛੇ ਨਹੀਂ ਜਾਂਦੇ, ਜੋ ਮੇਰਾ ਖਿਆਲ ਸਾਲ ਕੁ ਤੋਂ ਵਾਪਰਦਾ ਪਿਆ ਸੀ ਨਾ, ਉਹਦੇ ਤੋਂ ਹਰੇਕ ਬੰਦੇ ਨੂੰ ਇਹ ਲੱਗਦਾ ਸੀ ਵੀ ਯਾਰ ਕਿੱਥੇ ਆਣ ਕੇ ਖੜ ਗਏ, ਵੀ ਕਿਸੇ ਪਾਸੇ ਤਣ ਪੱਤਣ ਗੱਲ ਲੱਗੇ। ਚਲੋ ਹੌਲੀ ਹੌਲੀ ਉਹ ਸਾਰਾ ਕੁਛ ਇੱਕ ਪਾਸੇ ਲੱਗਣਾ ਸ਼ੁਰੂ ਹੋਇਆ, ਇੱਦਾਂ ਜੇ ਜਾਪਣਾ ਸ਼ੁਰੂ ਹੋਇਆ ਵੀ ਹੁਣ ਸ਼ਾਇਦ ਠੰਡੀ ਹਵਾ ਦਾ ਬੁੱਲਾ ਆਊਗਾ, ਕੋਈ ਨਾ ਕੋਈ ਸਾਰਾ ਕੁਛ ਸੈੱਟ ਹੋ ਜਾਊਗਾ। ਅਤੇ ਜਦੋਂ ਸੈੱਟ ਹੋਣ ਦੀਆਂ ਗੱਲਾਂ ਚੱਲਦੀਆਂ ਨੇ, ਉਦੋਂ ਅਚਾਨਕ ਤੋਂ ਇਹੋ ਜਿਹਾ ਕੁਛ ਵਾਪਰਦਾ ਵੀ ਹੁਣ ਜਿੰਨੇ ਮੂੰਹ ਨੇ ਉਨੀਆਂ ਹੀ ਗੱਲਾਂ, ਅਤੇ ਹਰੇਕ ਬੰਦਾ ਜਿਵੇਂ ਆਪਣੀ ਗੱਲ ਨੂੰ ਅੱਗੇ ਰੱਖਦਾ ਇੱਦਾਂ ਜਾਪਦਾ ਜੇ ਉਹਦੀ ਸੁਣ ਲਓ ਤਾਂ ਉਹੀ ਸੱਚਾ। ਮੈਨੂੰ ਲੱਗਦਾ ਵੀ ਆਪਾਂ ਬਜਾਏ ਦੇ ਕੇ ਵੀ ਇੱਕ ਪੱਖ ਦਾ ਸੀ, ਆਪਾਂ ਨੂੰ ਚਾਹੀਦਾ ਵੀ ਜਿੰਨੇ ਪੱਖ ਨੇ, ਜਿੰਨੀਆਂ ਗੱਲਾਂ ਨੇ ਅਤੇ ਜਿੰਨੇ ਉਹਦੇ ਐਂਗਲ ਨੇ, ਉਹ ਸਾਰੇ ਕਚਹਿਰੀ 'ਚ ਰੱਖ ਦਿੰਦੇ। ਡਿਸੀਜਨ ਮੇਕਿੰਗ ਫੈਸਲਾ ਪਰਿਵਾਰ ਦੇ ਮੈਂਬਰਾਂ ਦਾ।
ਬਿਲਕੁਲ ਸੰਧਾਲੀਆ ਸਾਹਿਬ, ਇੱਦਾਂ ਹੀ ਜ਼ਰੂਰੀ ਹੈ। ਤੇ ਅਸੀਂ ਇਹ ਸਾਰੇ ਪੱਖ ਇਸ ਕਰਕੇ ਰੱਖਣ ਲੱਗੇ ਹਾਂ ਕਿ ਤੁਸੀਂ ਕਿਸੇ ਧਿਰ ਦਾ ਸਾਥ ਨਾ ਦਿਓ, ਕਿਸੇ ਧਿਰ ਦਾ ਵਿਰੋਧ ਨਾ ਕਰਿਓ। ਆਪਾਂ ਇੱਕ ਮੂਹਰੇ ਚੀਜ਼ ਰੱਖ ਦਿੰਨੇ ਆ, ਆਮ ਤੌਰ ਤੇ ਹੁੰਦਾ ਨਾ ਕਿ ਉਹ ਲਾਈਨ ਖਿੱਚਦੀ ਉਹਨੂੰ ਟੱਚ ਕਰਕੇ ਮੁੜਨਾ ਹੀ। ਜਦੋਂ ਕੱਲ ਇਹ ਸਾਰਾ ਘਟਨਾਕ੍ਰਮ ਵਾਪਰ ਰਿਹਾ ਸੀ, ਉਦੋਂ ਹਰ ਕੋਈ ਆਪੋ ਆਪਣੀ ਧਿਰ ਦਾ ਸੋਚ ਰਿਹਾ ਸੀ। ਅਕਾਲੀ, ਕਾਂਗਰਸੀ, ਆਪ ਵਾਲੇ, ਕਿਸਾਨ, ਗੈਰ ਕਿਸਾਨ, ਜੋ ਵੀ ਹੁੰਦੇ ਆ, ਭਾਜਪਾ ਵਾਲੇ ਵੀ। ਉਦੋਂ ਵੀ ਪੰਜਾਬ ਦੇ ਕੁਝ ਨੌਜਵਾਨ ਟੈਂਕੀਆਂ ਤੇ ਸੀਗੇ। ਉਦੋਂ ਵੀ ਪੰਜਾਬ ਦਾ ਧਰਤੀ ਹੇਠਲਾ ਪਾਣੀ ਥੱਲੇ ਨੂੰ ਜਾ ਰਿਹਾ ਸੀ। ਉਦੋਂ ਵੀ ਫਸਲਾਂ ਦੇ ਮੰਡੀਕਰਨ ਦੀ ਸਥਿਤੀ ਉੱਦਾਂ ਦੀ ਹੈ। ਉਦੋਂ ਵੀ ਪੰਜਾਬ ਦਾ ਜਿਹੜਾ ਛੋਟਾ ਵਪਾਰੀ ਆ ਉਹ ਚਿੰਤਤ ਹੀ ਸੀਗਾ। ਪੰਜਾਬ ਦਾ ਕਾਰੋਬਾਰੀ ਵੀ ਚਿੰਤਤ ਹੀ ਸੀਗਾ। ਕੱਚੇ ਮੁਲਾਜ਼ਮ, ਬੇਰੁਜ਼ਗਾਰ, ਉਹਨਾਂ ਦੀ ਸਮੱਸਿਆ ਖੜੀ ਦੀ ਖੜੀ ਸੀ। ਜਿਹੜੇ ਹਸਪਤਾਲਾਂ ਦੇ ਵਿੱਚ ਕੈਂਸਰ ਦੇ ਰੋਗੀ ਨੇ, ਸਾਹ ਦੀਆਂ ਬਿਮਾਰੀਆਂ ਦੇ ਰੋਗੀ ਨੇ, ਉਹ ਉੱਦਾਂ ਹੀ ਸੀਗੇ। ਜਾਣੀ ਕਿ ਪੰਜਾਬ ਦੇ 3 ਕਰੋੜ ਲੋਕਾਂ ਨੂੰ ਸਾਹਮਣੇ ਰੱਖ ਕੇ ਸ਼ਾਇਦ ਚਰਚਾ ਬਹੁਤ ਘੱਟ ਹੋਈ। ਇਸ ਗੱਲ ਦੀ ਚਰਚਾ ਵੱਧ ਹੋਈ ਕਿ ਭਾਈ ਸਾਡੀ ਧਿਰ ਨੇ ਪੱਟ ਦੇ ਉੱਤੇ ਥਾਪੀ ਕਿੰਨੀ ਜ਼ੋਰ ਦੀ ਮਾਰੀ ਆ। ਤੇ ਜੇ ਆਉਣ ਵਾਲੇ ਦਿਨਾਂ 'ਚ ਵੀ ਸਰਕਾਰਾਂ, ਸਿਆਸੀ ਧਿਰਾਂ, ਸੱਤਾਧਾਰੀ, ਵਿਰੋਧੀ, ਗੈਰ ਸਰਕਾਰੀ ਸੰਗਠਨ, ਆਮ ਲੋਕ, ਟਿੱਪਣੀਆਂ ਕਰਨ ਵਾਲੇ, ਟੀਵੀ ਤੇ ਗੱਲਾਂ ਕਰਨ ਵਾਲੇ, ਟੀਵੀ ਸੁਣਨ ਵਾਲੇ, ਵੇਖਣ ਵਾਲੇ, ਉਹ ਸ਼ਾਇਦ ਪੰਜਾਬ ਨੂੰ, ਦੇਸ਼ ਨੂੰ, 3 ਕਰੋੜ ਲੋਕਾਂ ਨੂੰ ਸਾਹਮਣੇ ਰੱਖ ਕੇ ਟਿੱਪਣੀ ਕਰਨਗੇ ਜਾਂ ਫੈਸਲਾ ਲੈਣਗੇ ਤਾਂ ਹੋਰ ਹੋਏਗਾ। ਧਿਰ ਬਣ ਕੇ ਫੈਸਲਾ ਲੈਣਗੇ ਤਾਂ ਸ਼ਾਇਦ ਹੋਰ ਹੋਏਗਾ। ਇਹ ਗੱਲ ਹੈਗੀ ਆ। ਦੂਜੀ ਗੱਲ ਜਿਹੜੀ ਮਾੜੀ ਮੇਰੇ ਖਿਆਲ ਨਾਲ ਆਦਤ ਆਪਾਂ ਨੂੰ ਪੈਂਦੀ ਜਾਂਦੀ, ਉਹ ਆ ਸਵਾਦ ਲੈਣ ਦੀ ਜੀ। ਉਹ ਭਾਵੇਂ ਕੋਈ ਪੋਲੀਟੀਕਲ ਲੀਡਰ ਹੋਵੇ, ਭਾਵੇਂ ਕੋਈ ਮਤਲਬ ਉਹਦੇ ਵਿੱਚੋਂ ਆਪਣਾ ਕੋਈ ਵਾਧਾ ਘਾਟਾ ਵੇਖਣ ਵਾਲਾ ਹੋਵੇ, ਵੀ ਅੱਛਾ ਮੈਨੂੰ ਇਸ ਗੱਲ ਨੂੰ ਸੁਣ ਕੇ ਥੋੜ੍ਹਾ ਸਵਾਦ ਆਉਂਦਾ, ਥੋੜ੍ਹਾ ਹੋਰ ਲਾਓ। ਅੱਛਾ ਯਾਰ, ਮੇਰੇ ਮਤਲਬ ਦੀ ਚੀਜ਼ ਫਲਾਣੇ ਥਾਂ ਤੋਂ ਮਿਲਦੀ, ਉਹ ਮੈਂ ਥੋੜ੍ਹਾ ਜਿਹਾ ਇਸ ਹਿਸਾਬ ਨਾਲ ਗੱਲ ਕਰਾਂ। ਜੇ ਕਿਤੇ ਨਹੀਂ ਲੱਗਦੀ ਤਾਂ ਫਿਰ ਕਿਉਂ ਨਾ, ਭਾਵੇਂ ਮੈਨੂੰ ਕੋਈ ਸੋਸ਼ਲ ਮੀਡੀਆ ਦਾ ਪਲੇਟਫਾਰਮ ਮਿਲਦਾ ਜਾਂ ਕੁਛ ਵੀ ਮਿਲਦਾ, ਮੈਂ ਫਿਰ ਉਹਦੇ 'ਚ ਆਪਣੇ ਮਤਲਬ ਦੀ ਚੀਜ਼ ਐਡ ਕਰਾਂ ਸਵਾਦ ਲੈਣ ਲਈ। ਮੈਨੂੰ ਜਾਪਦਾ ਹੁੰਦਾ ਕਿ ਵੀ ਕਿਤੇ ਜਦੋਂ ਇੱਕ ਹੁੰਦਾ ਨਾ ਵੀ ਲੜਾਈ ਜੇ ਮੰਨ ਲਓ ਹੋਈ ਹੈ ਕਿਤੇ, ਉੱਥੇ ਜੇ ਫੈਸਲਾ ਕਰਾਉਣਾ ਤੇ ਫੈਸਲਾ ਹੋਣ ਲੱਗਿਆ ਵੀ 2, 4, 5 ਬੰਦਿਆਂ ਦਾ ਉੱਥੇ ਆਪਸ 'ਚ ਗੱਲ ਕਰਨ ਵਾਲੀ ਫੈਸਲਾ ਹੁੰਦਾ। ਜੇ ਉੱਥੇ ਭੀੜ ਬੋਲਣ ਲੱਗ ਪਏ ਤੇ ਉਹ ਫੈਸਲਾ ਨਹੀਂ, ਉਹ ਫਿਰ ਲੜਾਈ ਵੱਧਦੀ ਹੁੰਦੀ। ਪਰ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਵੀ ਜਿੱਥੇ ਕਿਤੇ ਜਾ ਕੇ ਹੁਣ ਪੰਜਾਬ ਦੀ ਸਿਆਸਤ ਖੜ ਗਈ ਜੀ, ਉੱਥੇ ਹੁਣ 2, 4, 5 ਬੰਦਿਆਂ ਦੇ ਬੋਲਣ ਮਲਾਉਣ ਵਾਲੀ ਗੱਲ ਨਹੀਂ ਰਹਿ ਗਈ। ਹੁਣ ਤਾਂ ਸਗੋਂ ਭੀੜ ਵਾਲਾ ਰੌਲਾ ਪੈ ਗਿਆ। ਹਰੇਕ ਬੰਦਾ ਕਹਿੰਦਾ ਮੈਂ ਸਹੀ, ਤੂੰ ਜ਼ਿਆਦਾ ਸਹੀ ਆ। ਹੁਣ ਜਿਹੜਾ ਮੈਂ ਸਹੀ ਆ ਤੇ ਤੂੰ ਜ਼ਿਆਦਾ ਸਹੀ ਆ ਨਾ, ਇੱਥੇ ਆ ਕੇ ਇਹ ਟਾਈਮ ਤੇ ਜਾਣਾ ਲੰਘ। ਪਹਿਲੀ ਗੱਲ ਤਾਂ ਇਹ ਆ ਵੀ ਅਜੇ ਇੱਥੇ ਕਿਸੇ ਨੂੰ ਇਹ ਨਹੀਂ ਪਤਾ ਵੀ ਭਾਈ ਸਾਹਿਬ ਮਾਰਚ ਤੋਂ ਬਾਅਦ ਕਿੰਨੇ ਕੁਰਸੀ ਤੇ ਬਹਿਣਾ ਤੇ ਕਿੰਨੇ ਕੁਰਸੀ ਤੋਂ ਲੈਣਾ। ਪਰ ਮਾਰਚ 2022 ਤੋਂ ਲੈ ਕੇ 2027 ਮਾਰਚ ਤੱਕ ਪੰਜਾਬ ਦੇ ਲੋਕਾਂ ਉੱਥੇ ਰਹਿਣਾ। ਇਹ ਗੱਲ ਤੁਹਾਡੀ ਸੰਧਾਲੀਆ ਸਾਹਿਬ ਬਿਲਕੁਲ ਠੀਕ ਹੈ। ਤੇ ਬਾਅਦ ਵਿੱਚ ਵੀ ਉੱਥੇ ਹੀ ਰਹਿਣਾ, ਨਿੱਕੇ ਨਿਆਣੇ ਵੀ ਉੱਥੇ ਰਹਿਣੇ, ਪੜ੍ਹਾਈਆਂ ਲਿਖਾਈਆਂ, ਹਸਪਤਾਲ, ਦਵਾਈਆਂ, ਪਾਰਕ, ਖੇਡਾਂ, ਮਿਊਜ਼ੀਅਮ, ਜਿਮ ਸਾਰੇ ਉੱਥੇ ਰਹਿਣੇ ਆ। ਬਿਲਕੁਲ ਉੱਥੇ। ਹੁਣ ਸੰਧਾਲੀਆ ਸਾਹਿਬ ਜੇ ਆਪਾਂ ਇੱਕ ਇੱਕ ਕਰਕੇ ਗੱਲ ਸ਼ੁਰੂ ਕਰਦੇ ਹਾਂ, ਕਿਉਂਕਿ ਬਿਲਕੁਲ ਸਿਨੈਰੀਓ ਬਦਲ ਗਿਆ। ਲੋਕਾਂ ਦੇ ਮੁੱਦਿਆਂ ਦੇ ਉੱਤੇ ਚੋਣ ਲੜੀ ਜਾਣੀ ਚਾਹੀਦੀ ਸੀ, ਉਹ ਪਰੇ ਹੋ ਗਿਆ ਕੰਮ। ਐਸ ਰੋਲ ਘਚੋਲੇ ਦਾ ਕਿਸੇ ਪੰਜਾਬੀ ਨੂੰ ਫਾਇਦਾ ਕੋਈ ਨਹੀਂ ਹੋਣਾ। ਲੋਕਾਂ 'ਚ ਰੋਸਾ ਹੋ ਸਕਦਾ, ਲੋਕਾਂ 'ਚ ਗੁੱਸਾ ਹੋ ਸਕਦਾ, ਲੋਕਾਂ ਦੇ ਵਿੱਚ ਪਿਛਲੀਆਂ ਵਾਪਰੀਆਂ ਘਟਨਾਵਾਂ ਦੇ ਕਰਕੇ ਰੋਹ ਹੋ ਸਕਦਾ, ਕੋਈ ਦੋ ਰਾਏ ਨਹੀਂ। ਉਹ ਕਿਸੇ ਵੀ ਸਿਆਸੀ ਪਾਰਟੀ ਦੇ ਪ੍ਰਤੀ ਹੋ ਸਕਦਾ। ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸੀ, ਹੋਰ ਬਹੁਤ ਸਾਰੀਆਂ ਘਟਨਾਵਾਂ ਹੋਈਆਂ, ਲੋਕਾਂ ਦਾ ਰੋਹ ਤਾਂ ਹੁੰਦਾ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹੁਣ ਤੁਸੀਂ ਦੇਖੋ ਕਿ ਸਭ ਤੋਂ ਪਹਿਲਾਂ ਇੱਕ ਲਗਾਤਾਰ ਚਰਚਾ ਚੱਲਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਪੰਜਾਬ ਆਉਣਾ ਸੀ ਤੇ ਆ ਕੇ ਰਾਹ 'ਚੋਂ ਵਾਪਸ ਮੁੜ ਗਏ। ਬਿਲਕੁਲ ਠੀਕ ਹੈ, ਇਹ ਗੱਲ ਕਾਗਜ਼ੀ ਪੱਤਰੀਆਂ ਹੈ ਕਿ ਉਹ ਰਾਹ 'ਚੋਂ ਆ ਕੇ ਮੁੜ ਗਏ। ਫਿਰ ਚਰਚਾ ਇਹ ਚੱਲਦੀ ਹੈ ਜੀ ਉਹ ਕਿਉਂ ਮੁੜੇ। ਕੇਂਦਰ ਸਰਕਾਰ, ਭਾਰਤੀ ਜਨਤਾ ਪਾਰਟੀ ਤੇ ਉਹਨਾਂ ਦੇ ਬਹੁਤ ਸਾਰੇ ਨੁਮਾਇੰਦੇ ਕਹਿੰਦੇ ਆ, ਉਹਨਾਂ ਦਾ ਦਾਅਵਾ ਹੈ ਕਿ ਸੁਰੱਖਿਆ ਦੇ ਵਿੱਚ ਘਾਟ ਸੀ, ਕਮੀ ਸੀ, ਇਸ ਕਰਕੇ ਵਾਪਸੀ ਲੈਣੀ ਪਈ। ਬਹੁਤ ਸਾਰੇ ਕਾਂਗਰਸੀ ਕਹਿੰਦੇ ਆ ਨਾ ਰੈਲੀ ਦੇ ਵਿੱਚ ਸੀਗਾ ਹੀ ਕੁਛ ਨਹੀਂ, ਬੰਦੇ ਹੀ ਨਹੀਂ ਸੀ ਆਏ, ਇਸ ਕਰਕੇ ਵਾਪਸ ਜਾਣਾ ਪਿਆ, ਫਲॉप ਸ਼ੋ ਸੀ। ਦੋ ਬਰਾਬਰ ਦੀਆਂ ਗੱਲਾਂ ਆ ਰਹੀਆਂ। ਠੀਕ ਹੈ, ਮੈਂ ਕਹਿੰਦਾ ਕਿ ਜੇ ਸਿਕਿਉਰਿਟੀ ਦੇ ਵਿੱਚ ਵੀ ਕਮੀ ਸੀ ਤਾਂ ਸਾਨੂੰ ਪੂਰੀ ਨਿਰਪੱਖ ਜਾਂਚ ਕੇਂਦਰ ਤੇ ਸੂਬੇ ਨੂੰ ਰਲ ਕੇ ਕਰਨੀ ਚਾਹੀਦੀ ਹੈ ਕਿ ਭਾਈ ਕੀ ਸੱਚੀ ਮੁੱਚੀ ਸਿਕਿਉਰਿਟੀ ਦੇ ਵਿੱਚ ਕੋਈ ਘਾਟ ਸੀ, ਕੋਈ ਤਾਲਮੇਲ ਘਾਟ ਸੀ। ਇਸ ਕਰਕੇ ਨਹੀਂ ਕਿ ਪਿਛਲਾ ਰੱਖੀਏ, ਅੱਗੋਂ ਪੂਰੀ ਕਰ ਲਈਏ। ਕੋਈ ਵੀ ਘਟਨਾ ਅਸੀਂ ਪੰਜਾਬ ਸੂਬੇ ਦੇ ਵਿੱਚ ਸਹਿਣ ਨਹੀਂ ਕਰ ਸਕਦੇ। ਦੂਸਰੀ ਗੱਲ, ਜੇ ਰੈਲੀ ਦੇ ਵਿੱਚ ਵੀ ਬੰਦਿਆਂ ਦੀ ਘਾਟ ਸੀ, ਮੰਨ ਲਓ ਜੇ ਉਹ ਰੈਲੀ ਖਚਾ ਖਚ ਭਰੀ ਹੁੰਦੀ, ਪੰਜਾਬ ਦੇ ਲੋਕਾਂ ਨੂੰ ਨਹੁੰ ਤੇ ਪਾਉਣ ਜੋਗਾ ਫਾਇਦਾ ਤਾਂ ਵੀ ਨਹੀਂ ਸੀ ਹੋਣਾ। ਜੇ ਉੱਥੇ ਕੋਈ ਵੀ ਨਾ ਬੰਦਾ ਹੁੰਦਾ, ਪੰਜਾਬ ਦੇ ਲੋਕਾਂ ਦੀ ਆਰਥਿਕਤਾ ਦੇ ਫਰਕ ਤਾਂ ਵੀ ਨਹੀਂ ਸੀ ਪੈਣਾ, ਕਿਉਂਕਿ ਅਸੀਂ ਦੋ ਚੀਜ਼ਾਂ ਨੂੰ ਰਲਗੱਡ ਕਰ ਰਹੇ ਹਾਂ।
ਪ੍ਰਧਾਨ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਸਰਕਾਰੀ ਸਮਾਗਮਾਂ 'ਚ ਵੀ ਹਿੱਸਾ ਲੈਣਾ ਸੀ ਤੇ ਭਾਰਤੀ ਜਨਤਾ ਪਾਰਟੀ ਦੀ ਰੈਲੀ 'ਚ ਵੀ ਸ਼ਿਰਕਤ ਕਰਨੀ ਸੀ। 2 ਸਮਾਗਮ ਸੀ। ਜਿਹੜੇ ਤਾਂ ਸਰਕਾਰੀ ਸਮਾਗਮ ਸੀ ਉੱਥੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਵੀ ਜਾਣਾ ਸੀ, ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ, ਪਰਮਿੰਦਰ ਸਿੰਘ ਪਿੰਕੀ ਹੋਰਾਂ ਨੇ, ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਤਾਂ ਕਹਿ ਦਿੱਤਾ ਸੀ ਕਿ ਭਾਈ ਮੈਂ ਕੁਝ ਲੋਕ ਕੋਵਿਡ ਪੋਜ਼ਿਟਿਵ ਆ ਗਿਆ ਸੀ, ਮੈਂ ਉਹਨਾਂ ਦੇ ਇਨ ਟੱਚ ਰਿਹਾ, ਇਸ ਕਰਕੇ ਮੈਂ ਜਾਣਾ ਨਹੀਂ ਸੀ ਚਾਹੁੰਦਾ, ਮੈਂ ਇਨਫੋਰਮ ਕਰਤਾ। ਹੁਣ ਜਿਹੜਾ ਤਾਂ ਸਰਕਾਰੀ ਸਮਾਗਮ ਹੈ ਉਹਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ, ਚਾਹੇ ਉਹ PGI ਦਾ ਸੈਟੇਲਾਈਟ ਕੇਂਦਰ ਹੈ, ਚਾਹੇ ਉਹ ਰੇਲ ਲਿੰਕ ਹੈ, ਚਾਹੇ ਕੁਝ ਸੜਕਾਂ ਨੇ, ਹੋ ਸਕਦਾ 42-43 ਹਜ਼ਾਰ ਕਰੋੜ ਦੇ ਪ੍ਰੋਜੈਕਟਾਂ ਦੇ ਵਿੱਚ ਕੁਝ ਹੋਰ ਵੀ ਹੁੰਦਾ। ਪਰ ਦੂਜੇ ਪਾਸੇ ਜਿਹੜਾ ਸਿਆਸੀ ਸਮਾਗਮ ਸੀ ਭਾਰਤੀ ਜਨਤਾ ਪਾਰਟੀ ਦਾ, ਆਪਾਂ ਨੂੰ ਤਾਂ ਕਈ ਦਿਨ ਹੋ ਗਏ ਇਸ ਗੱਲ ਦਾ ਰੌਲਾ ਪਾਉਂਦਿਆਂ ਨੂੰ ਕਿ ਕੋਵਿਡ ਸਿਰ ਤੇ ਹੈ ਭਾਈ, ਵੱਡੀਆਂ ਰੈਲੀਆਂ ਦੀ ਤੁਕ ਕੋਈ ਨਹੀਂ ਬਣਦੀ। ਹੁਣ ਉਸ ਰੈਲੀ ਦੇ ਵਿੱਚ 5000 ਕੁਰਸੀ ਲੱਗੀ, 95 ਲੱਗੀ, 1,95,000 ਲੱਗੀ, ਲੋਕ ਥੋੜੇ ਆਏ ਬਹੁਤੇ ਆਏ, ਕਿੰਨੀਆਂ ਬੱਸਾਂ ਆਈਆਂ, ਕਿੱਥੇ ਜਾਮ ਲੱਗੇ। ਨਾ ਤਾਂ ਉਹਦਾ ਪੰਜਾਬ ਦੀ ਬੇਰੁਜ਼ਗਾਰੀ ਨਾਲ ਸੰਬੰਧ ਹੈ, ਨਾ ਕੱਚੇ ਮੁਲਾਜ਼ਮਾਂ ਦੇ ਪੱਕੇ ਹੋਣ ਨਾਲ ਸੰਬੰਧ ਹੈ, ਨਾ ਪਟਵਾਰੀਆਂ ਦੀ ਭਰਤੀ ਨਾਲ ਸੰਬੰਧ ਹੈ, ਨਾ ਧਰਤੀ ਹੇਠਲੇ ਪਾਣੀ ਨਾਲ ਸੰਬੰਧ ਹੈ, ਨਾ ਸਾਡੇ ਬੁੱਢੇ ਨਾਲੇ ਦੀ ਗੰਦਗੀ ਨਾਲ ਸੰਬੰਧ ਹੈ, ਕਿਸੇ ਚੀਜ਼ ਨਾਲ ਕੋਈ ਸੰਬੰਧ ਨਹੀਂ। ਇਸ ਕਰਕੇ ਕਿਤੇ ਅਸੀਂ ਇਸ ਗੱਲ ਦੇ ਉੱਤੇ ਪੱਟਾਂ ਤੇ ਥਾਪੀਆਂ ਨਾ ਮਾਰਦੇ ਰਹੀਏ ਕਿ ਰੈਲੀ ਖਚਾ ਖਚ ਭਰ ਗਈ, ਜਾਂ ਦੂਜੇ ਪਾਸੇ ਖੱਬੇ ਪੱਟ ਦੇ ਉੱਤੇ ਦੂਜੇ ਬੰਦੇ ਥਾਪੀਆਂ ਨਾ ਮਾਰ ਦੇਣ, ਹਾਏ ਹਾਏ ਕੋਈ ਨਹੀਂ। ਪੰਜਾਬ ਦੀ ਸਮੱਸਿਆ ਨਹੀਂ ਹੱਲ ਹੋਣ ਲੱਗੀ। ਨਹੀਂ ਹੱਲ ਹੋਣ ਲੱਗੀ, ਸਗੋਂ ਇਹ ਸਾਰੇ ਡੇੜਕੇ ਦਾ ਕਰਕੇ ਨਾ ਚਲੋ ਪੰਜਾਬੀ ਫਿਕਰ 'ਚ ਜ਼ਰੂਰ ਆ ਗਏ, ਕਿਉਂਕਿ ਜਿਹੜਾ ਵੀ ਸਿਰ ਵਸਦਾ, ਭਾਵੇਂ ਉਹ ਉੱਥੇ ਵਸਦਾ ਭਾਵੇਂ ਬਾਹਰ ਵਸਦਾ, ਜੁੜਿਆ ਤੇ ਉੱਥੋਂ ਨਾਲ ਹੀ ਆ। ਤੇ ਜਦੋਂ ਉਹਨੂੰ ਜਾਪਦਾ ਵੀ ਯਾਰ ਅੱਛਾ ਇਹ ਮੇਰੀ ਧਰਤੀ ਹੈ ਤੇ ਉਸ ਧਰਤੀ ਦੇ ਬਾਰੇ ਕੋਈ ਚੰਗੀ ਖਬਰ ਆਵੇ, ਤੇ ਜਦੋਂ ਚੰਗੀ ਖਬਰ ਦੀ ਬਜਾਏ ਉਹਨੂੰ ਕੁਛ ਇਹੋ ਜਿਹਾ ਸੁਣਨ ਨੂੰ ਮਿਲਦਾ ਤੇ ਫਿਰ ਉਹ ਫਿਕਰਮੰਦ ਤੇ ਹੁੰਦਾ। ਹੁਣ ਆਪਾਂ ਜੇ ਇਹਦੇ 'ਚੋਂ ਹੀ ਪੱਖ ਦਰ ਪੱਖ ਚੱਲ ਪੈਂਦੇ ਹਾਂ। ਹੁਣ ਜੇ ਸਭ ਤੋਂ ਪਹਿਲਾਂ ਮੇਰੇ ਖਿਆਲ ਨਾਲ ਪੱਖ ਦੀ ਗੱਲ ਕਰੀਏ ਤੇ ਉਹ ਤੇ ਕੇਂਦਰ ਸਰਕਾਰ ਵਾਲੇ ਪਾਸੋਂ ਹੀ ਆਉਂਦਾ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਆਉਣਾ ਸੀ। ਪ੍ਰਧਾਨ ਮੰਤਰੀ ਸਾਹਿਬ ਦਾ ਉਹ ਕਹਿੰਦੇ ਵੀ ਬਕਾਇਦਾ ਪ੍ਰੋਟੋਕੋਲ ਹੁੰਦਾ ਵੀ ਉਹਨਾਂ ਨੇ ਇਸ ਵੇਲੇ ਇੱਥੇ ਉਤਰਨਾ, ਇੱਥੇ ਜਾਣਾ, ਉਸ ਤੋਂ ਬਾਅਦ ਇੱਥੇ ਜਾਣਾ। ਹੁਣ ਜਿਹੜਾ ਉਹ ਪ੍ਰੋਟੋਕੋਲ ਆ ਉਹਦੇ ਬਾਰੇ 'ਚ ਜਿਵੇਂ CM ਚੰਨੀ ਸਾਹਿਬ ਨੇ ਉਹ ਪੂਰਾ ਕਾਗਜ਼ ਪੜ੍ਹ ਕੇ ਦੱਸਿਆ ਵੀ ਇੰਨੇ ਮਿੰਟ ਤੇ ਇੱਥੇ ਜਾਣਾ ਸੀ, ਇੰਨੇ ਮਿੰਟ ਤੇ ਇੱਥੇ ਜਾਣਾ ਸੀ। ਇਹ ਸਾਰੇ ਕੁਛ ਦੇ ਵਿੱਚ ਮੇਰੇ ਖਿਆਲ ਨਾਲ ਜਿਹੜੀ ਇੱਕ ਚੀਜ਼ ਸਭ ਤੋਂ ਪਹਿਲਾਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਪਰਸੋਂ ਵੀ ਗੱਲ ਕੀਤੀ ਸੀ ਵੀ ਯਾਰ ਮੀਂਹ ਕਣੀ ਪੈ ਸਕਦਾ, ਉਸ ਚੀਜ਼ ਨੂੰ ਖਿਆਲ 'ਚ ਰੱਖਿਆ ਗਿਆ ਕਿ ਨਹੀਂ ਰੱਖਿਆ ਗਿਆ, ਇਹ ਵੀ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਵਿਚਾਰ ਲੈਣੀ ਚਾਹੀਦੀ ਗੱਲ। ਕਿਉਂਕਿ ਕਦੀ ਗੱਲ ਚੱਲਦੀ ਸੀ ਵੀ 7 ਹੈਲੀਪੈਡ ਬਣੇ ਆ, ਕਦੀ ਗੱਲ ਚੱਲਦੀ ਸੀ ਵੀ 3 ਹੈਲੀਪੈਡ ਬਣੇ ਆ, ਵੀ ਇੱਕ ਥਾਂ ਤੋਂ ਦੂਜੇ ਥਾਂ ਤੋਂ ਤੀਜੇ ਥਾਂ, ਇੱਕ ਨਹੀਂ ਤੇ ਦੂਜਾ ਨਹੀਂ ਤੇ ਤੀਜਾ, ਕਈ ਆਲਟਰਨੇਟਿਵ ਰੂਟਸ ਨੇ। ਇਸ ਕਰਕੇ ਸੜਕੀ ਮਾਰਗ ਨਾਲ ਕੋਈ ਲੈਣਾ ਦੇਣਾ ਹੈ ਨਹੀਂ, ਜੋ ਸ਼ੁਰੂ ਦੀਆਂ ਖਬਰਾਂ ਜੋ ਚੰਨੀ ਸਾਹਿਬ ਵੀ ਕਹਿੰਦੇ। ਪਰ ਜੇ ਮੰਨ ਲਓ ਮੀਂਹ ਕਣੀ ਦਾ ਕਰਕੇ ਉਹ ਸਾਰਾ ਕੁਝ ਚੇਂਜ ਕਰਨਾ ਪਿਆ ਜਾਂ ਕੀਤਾ ਗਿਆ, ਉਹ ਸਾਰੇ ਕੁਝ ਨੂੰ ਵੀ ਤਾਂ ਧਿਆਨ 'ਚ ਰੱਖਿਆ ਹੋਊਗਾ ਨਾ। ਕਿਉਂਕਿ ਅਦਰਵਾਈਜ਼ ਤੇ ਆਪਾਂ ਸ਼ਾਮ ਵਾਲੀਆਂ ਖਬਰਾਂ ਦੇ ਵਿੱਚ ਇਹ ਵੀ ਦੱਸਦੇ ਵੀ ਕੱਲ੍ਹ ਨੂੰ ਫਿਰ ਗਰਜ ਚਮਕ ਦੇ ਨਾਲ ਛਿੱਟੇ ਪੈ ਸਕਦੇ, ਕਿਸਾਨ ਵੀਰੋ ਤੁਸੀਂ ਇੱਦਾਂ ਕਰ ਲਿਓ। ਉਹ ਕਿਸਾਨ ਵੀਰ ਤਾਂ ਇੱਦਾਂ ਕਰ ਲਓ, ਘੱਟੋ ਘੱਟ ਜੇ ਏਡੇ ਵੱਡੇ ਬੰਦੇ ਨੇ ਆਉਣਾ ਤੇ ਉਹਦੇ ਲਈ ਤਾਂ ਕੋਈ ਨਾ ਕੋਈ ਪ੍ਰਬੰਧ ਕੀਤਾ ਹੋਊਗਾ ਕਿ ਨਹੀਂ? ਨਹੀਂ, ਇਹ ਜ਼ਰੂਰੀ ਗੱਲ ਹੈ ਤੁਹਾਡੀ। ਦੇਖੋ ਜਿੱਥੋਂ ਤੱਕ ਤਾਂ ਉਹਨਾਂ ਨੇ ਜਹਾਜ਼ 'ਚ ਆਉਣਾ ਸੀ ਬਠਿੰਡੇ ਦੇ ਹਵਾਈ ਅੱਡੇ ਤੱਕ, ਉੱਥੇ ਤੱਕ ਕੋਈ ਦਿੱਕਤ ਨਹੀਂ ਸੀ, ਜਿੰਨਾ ਮਰਜ਼ੀ ਮੀਂਹ ਹਨੇਰੀ ਹੋਵੇ ਵੱਡੇ ਹਵਾਈ ਜਹਾਜ਼ ਉੱਤਰ ਆਉਂਦੇ ਆ। ਉਹਦੇ ਤੋਂ ਅੱਗੇ ਸ਼ਾਇਦ ਹੈਲੀਕਾਪਟਰ ਜਾਣਾ ਹੋਏਗਾ। ਉਹਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ, ਲਿਮਿਟੇਸ਼ਨਸ ਹੁੰਦੀਆਂ ਕਿ ਖਰਾਬ ਮੌਸਮ, ਅਕਸਰ ਸੁਣਦੇ ਆ ਮੌਸਮ ਦੀ ਖਰਾਬੀ ਦੇ ਕਰਕੇ ਐਮਰਜੈਂਸੀ ਲੈਂਡਿੰਗ ਕੀਤੀ ਹੈ ਹੈਲੀਕਾਪਟਰ ਨੇ। ਪਿੱਛੇ ਜਿਹਾ ਮੈਨੂੰ ਲੱਗਦਾ 15 ਦਿਨਾਂ ਦੇ ਵਿੱਚ ਹੀ ਪੰਜਾਬ 'ਚ 2-3 ਜਗ੍ਹਾ ਦੇ ਉੱਤੇ ਹੋ ਗਈ ਹੈ, ਕਿਉਂਕਿ ਹੈਲੀਕਾਪਟਰ ਦੀ ਆਪਣੀ ਸਮਰੱਥਾ ਹੈ, ਆਪਣੀ ਉਹਦੀ ਵਿਜ਼ੀਬਿਲਿਟੀ ਹੈ, ਕਿੱਥੇ ਕੋਨੇ ਜਾਣਾ, ਕਿੰਨਾ ਕੁ ਜਾ ਸਕਦਾ, ਕਿੰਨੀ ਕੁ ਉਚਾਈ, ਕਿੰਨੀ ਕੁ ਰਫ਼ਤਾਰ, ਕਿੰਨੇ ਕੁ ਖਰਾਬ ਮੌਸਮ ਦਾ ਉਹਨੇ ਸਾਹਮਣਾ ਕਰਨਾ। ਹੁਣ ਪ੍ਰਧਾਨ ਮੰਤਰੀ ਸਾਹਿਬ ਆ ਗਿਆ, ਪ੍ਰੋਗਰਾਮ ਤੇ ਇਹ ਸੀ ਕਿ ਭਾਈ ਫਿਰੋਜ਼ਪੁਰ ਜਾਣਾ, ਬਠਿੰਡੇ ਉਤਰੇ, ਉੱਥੋਂ ਹੈਲੀਕਾਪਟਰ ਦੇ ਰਾਹੀਂ ਅੱਗੇ ਉੱਤਰ ਚੱਲ ਜਾਣਾ, ਤੇ ਉੱਥੇ 3-4 ਜਗ੍ਹਾ ਤੇ ਹੈਲੀਪੈਡ ਬਣਾਏ ਆ, ਕਿਉਂਕਿ ਝੁੱਕੀ ਵੀ ਦੇਣੀ ਹੁੰਦੀ ਨਾ ਸੁਰੱਖਿਆ ਪੱਖ ਤੋਂ ਕਿ ਭਾਈ ਆ 3-4 ਜਗ੍ਹਾ ਪਤਾ ਨਹੀਂ ਕਿੱਥੇ ਉਤਰ ਜਾਣਾ। ਤੇ ਕਹਿੰਦੇ 20-25 ਮਿੰਟ ਪ੍ਰਧਾਨ ਮੰਤਰੀ ਸਾਹਿਬ ਦੇ ਕਾਫਲੇ ਨੇ ਉੱਥੇ ਇੰਤਜ਼ਾਰ ਕੀਤਾ। ਮੌਸਮ ਜਦੋਂ ਠੀਕ ਨਹੀਂ ਹੋਇਆ ਤੇ ਫਿਰ ਕਹਿੰਦੇ ਕੋਈ ਗੱਲ ਨਹੀਂ, 2 ਘੰਟੇ ਦਾ ਸਫ਼ਰ ਹੈ, ਆਪਾਂ ਪਹਿਲਾਂ ਹੁਸੈਨੀ ਵਾਲਾ ਜਾਣਾ, ਫਿਰ ਫਿਰੋਜ਼ਪੁਰ ਜਾਣਾ, ਸ਼ਹੀਦਾਂ ਨੂੰ ਨਤਮਸਤਕ ਹੋਣਾ। ਪਹਿਲਾਂ ਸੜਕੀ ਰਸਤੇ ਚੱਲ ਪਏ, ਕੋਈ ਦਿੱਕਤ ਨਹੀਂ, ਸੜਕੀ ਰਸਤੇ ਚੱਲ ਪਏ। ਤੇ ਉੱਥੇ ਦਾਅਵਾ ਕੀਤਾ ਗਿਆ, ਕਿਉਂਕਿ 4 ਬੰਦੇ ਬੋਲੇ ਆ। ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੇ ਟਵੀਟ ਕੀਤਾ, ਕੈਬਨਿਟ ਮੰਤਰੀ ਬੀਬੀ ਸਮ੍ਰਿਤੀ ਇਰਾਨੀ ਨੇ ਪ੍ਰੈਸ ਕਾਨਫਰੰਸ ਕੀਤੀ, ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ JP ਨੱਡਾ ਹੋਰਾਂ ਨੇ ਖੁਦ ਇਸ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਤੋਂ ਵੀ ਪਹਿਲਾਂ ਇਸ ਮੁੱਦੇ ਦੇ ਉੱਤੇ ਆਪਣੀ ਜਾਣਕਾਰੀ ਦਿੱਤੀ ਹੈ। ਅਸ਼ਵਨੀ ਸ਼ਰਮਾ ਸਾਹਿਬ ਬੋਲੇ ਆ, ਤਰਨ ਚੁੱਗ ਹੋਰੀ ਬੋਲੇ ਆ, ਭਾਰਤੀ ਜਨਤਾ ਪਾਰਟੀ ਦੇ ਬਹੁਤ ਸਾਰੇ ਲੀਡਰਾਂ ਨੇ, ਗਜੇਂਦਰ ਸ਼ੇਖਾਵਤ ਸਾਹਿਬ, ਬੀਬੀ ਮੀਨਾਕਸ਼ੀ ਲੇਖੀ, ਸਾਰੇ ਬੰਦੇ ਬੋਲੇ। 3 ਚੀਜ਼ਾਂ ਬੀਬੀ ਸਮ੍ਰਿਤੀ ਇਰਾਨੀ ਨੇ ਕਲੀਅਰ ਕੀਤੀਆਂ, ਕਿਉਂਕਿ ਉਹ ਕੈਬਨਿਟ ਮਿਨਿਸਟਰ ਨੇ ਕੇਂਦਰ ਸਰਕਾਰ 'ਚ, ਸਾਨੂੰ ਉਹਨਾਂ ਦੀ ਗੱਲ ਸੁਣਨੀ ਪਊ ਤੇ ਅੱਗੇ ਦੱਸਣੀ ਪਊ, ਫਿਰ ਆਪਾਂ ਚੰਨੀ ਸਾਹਿਬ ਦੀ ਗੱਲ ਸੁਣ ਲਾਂਗੇ। ਉਹਨਾਂ ਨੇ ਕਿਹਾ ਜੀ ਪਹਿਲੀ ਗੱਲ ਕਿ ਜਦੋਂ ਉੱਥੋਂ ਹੈਲੀਕਾਪਟਰ ਨਹੀਂ ਸੀ ਜਾ ਸਕਦਾ, ਸੜਕੀ ਰਸਤੇ ਜਾਣਾ ਸੀ,
ਤਾਂ ਪੰਜਾਬ ਸਰਕਾਰ ਵੱਲੋਂ ਡੀਜੀਪੀ ਸਾਹਿਬ ਤੇ ਪ੍ਰਿੰਸੀਪਲ ਸੈਕਟਰੀ ਹੋਰਾਂ ਨੇ ਰਸਤੇ ਦੇ ਬਾਰੇ ਸ਼ੋਰਟੀ ਦਿੱਤੀ ਕਿ ਰਸਤਾ ਠੀਕ ਹੈ, ਸੁਰੱਖਿਅਤ ਹੈ, ਸਾਫ਼ ਹੈ, ਕੋਈ ਰੋਕ ਨਹੀਂ, ਤੁਸੀਂ ਜਾ ਸਕਦੇ ਹੋ। ਉਹ ਕਹਿੰਦੇ ਪੰਜਾਬ ਸਰਕਾਰ ਦੀ ਕਲੀਅਰੈਂਸ ਤੋਂ ਬਿਨਾਂ ਕਾਫਲਾ ਤੁਰਨਾ ਹੀ ਨਹੀਂ ਸੀ। ਉਹਨਾਂ ਨੇ ਕਹਿੰਦੇ ਕਲੀਅਰੈਂਸ ਦਿੱਤੀ, ਕਾਫਲਾ ਤੁਰਿਆ, ਪਰ ਜਦੋਂ ਨੇੜੇ ਚਲੇ ਗਏ ਤਾਂ ਮੂਹਰੇ ਕਾਫਲਾ ਜਿਹੜਾ ਉਹ ਸੜਕ ਜਿਹੜੀ ਬੰਦ ਕੀਤੀ ਸੀ ਮੁਜ਼ਾਹਰਾਕਾਰੀਆਂ ਨੇ, ਫਲਾਈਓਵਰ ਦੇ ਉੱਤੇ 15 ਤੋਂ 20 ਮਿੰਟ ਪ੍ਰਧਾਨ ਮੰਤਰੀ ਸਾਹਿਬ ਦਾ ਕਾਫਲਾ ਰੁਕਿਆ ਰਿਹਾ। ਨੇੜੇ ਪਾਕਿਸਤਾਨ ਦਾ ਬਾਰਡਰ ਥੋੜੇ ਕਿਲੋਮੀਟਰ ਦੂਰ, ਉੱਥੇ ਕਾਫਲਾ ਰੁਕਿਆ ਰਿਹਾ। ਤੇ ਸਭ ਤੋਂ ਵੱਡਾ ਦੋਸ਼ ਜਿਹੜਾ ਉਹਨਾਂ ਨੇ ਲਾਇਆ, ਜਿਹਦੇ ਕਰਕੇ ਕੇਂਦਰ ਤੇ ਸੂਬਾ ਸਰਕਾਰ ਦੇ ਸਬੰਧਾਂ ਦੇ ਵਿੱਚ ਥੋੜਾ ਜਿਹਾ ਖਟਾ ਬਣਾ ਸਕਦਾ, ਉਹ ਕਹਿੰਦੇ ਜੀ ਜਿੰਨੀ ਦੇਰ ਅਣਕਿਆਸਿਆ ਸੀ ਨਾ, ਕਿਉਂਕਿ ਪਲਾਨ ਦੇ ਵਿੱਚ ਨਹੀਂ ਸੀ ਕਿ ਉੱਥੇ ਕਾਫਲਾ ਰੁਕੂਗਾ, ਕਹਿੰਦੇ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਨਾਲ ਸੰਪਰਕ ਕਰਨ ਦੀ ਬਹੁਤ ਵਾਰ ਕੋਸ਼ਿਸ਼ ਕੀਤੀ, ਸੰਪਰਕ ਨਹੀਂ ਹੋਇਆ, ਕਿਸੇ ਨੇ ਫੋਨ ਨਹੀਂ ਚੱਕਿਆ। ਦਿਨ ਸੀ, ਮੁੱਖ ਮੰਤਰੀ ਸਾਹਿਬ ਨੂੰ ਫੋਨ ਕੀਤਾ ਜਾਂ ਉਹਨਾਂ ਦੇ ਅਧਿਕਾਰੀਆਂ ਨੂੰ ਫੋਨ ਕੀਤਾ ਜਾਂ ਆਫਿਸ ਦੇ ਲੈਂਡਲਾਈਨ ਤੇ, ਕਿਉਂਕਿ ਸਾਨੂੰ ਨਹੀਂ ਨਾ ਪਤਾ ਕਿ ਸਿਕਿਉਰਿਟੀ ਦੀਆਂ ਲਾਈਨਾਂ ਕਿਹੜੀਆਂ ਹੁੰਦੀਆਂ। ਪਰ ਇਹ ਸਪਸ਼ਟ ਰੂਪ ਦੇ ਵਿੱਚ ਭਾਰਤ ਸਰਕਾਰ ਦੀ ਕੇਂਦਰੀ ਮੰਤਰੀ ਬੀਬੀ ਸਮ੍ਰਿਤੀ ਇਰਾਨੀ ਨੇ ਬਕਾਇਦਾ ਭਾਜਪਾ ਦੇ ਦਫ਼ਤਰ 'ਚ ਬੈਠ ਕੇ ਕੈਮਰਿਆਂ ਦੇ ਸਾਹਮਣੇ ਦੋਸ਼ ਲਾਇਆ ਕਿ ਉਹ 15 ਮਿੰਟ ਜਦੋਂ ਸੜਕ ਬੰਦ ਸੀ, ਪਤਾ ਨਹੀਂ ਸੀ ਲੱਗ ਰਿਹਾ ਕਿ ਸੜਕ ਖੁੱਲਣੀ ਹੈ ਕਿ ਨਹੀਂ ਖੁੱਲਣੀ, ਮੂਹਰੇ ਖਤਰਾ ਕਿੰਨਾ ਕੁ ਹੈ, ਉਦੋਂ ਅਸੀਂ ਮੁੱਖ ਮੰਤਰੀ ਦਫ਼ਤਰ ਨਾਲ ਸੰਪਰਕ ਕਰਦੇ ਸੀ ਕਿਉਂਕਿ ਸਿਕਿਉਰਿਟੀ ਦੀ ਡਿਊਟੀ ਉਹਨਾਂ ਦੀ ਹੁੰਦੀ ਹੈ। ਪਰ ਉਹਨਾਂ ਨੇ ਕਹਿੰਦੇ ਕੋਈ ਰਿਸਪੌਂਸ ਨਹੀਂ ਦਿੱਤਾ। ਇਸ ਕਰਕੇ ਜਦੋਂ ਸੁਰੱਖਿਆ ਦੇ ਵਿੱਚ ਸਾਨੂੰ ਲੱਗਾ ਕਿ ਸੰਨ ਲੱਗੀ ਹੈ, ਉਹਦੇ ਤੋਂ ਬਾਅਦ ਕਾਫਲਾ ਵਾਪਸ ਲੈਣਾ ਪਿਆ। ਮਤਲਬ ਇਹ ਇੱਕ ਐਸਾ ਇਨਸੀਡੈਂਟ ਹੈ, ਜਿਸ ਇਨਸੀਡੈਂਟ ਨੂੰ ਜੇ ਬੀਜੇਪੀ ਦੇ ਪੁਆਇੰਟ ਆਫ ਵਿਊ ਤੋਂ ਵੇਖਿਆ ਜਾਵੇ ਜਾਂ ਸਰਕਾਰ ਦੇ ਪੁਆਇੰਟ ਆਫ ਵਿਊ ਤੋਂ ਵੇਖਿਆ ਜਾਵੇ, ਤੇ ਉਹ ਜਿਵੇਂ ਉਹਨੂੰ ਕਹਿੰਦੇ ਆ ਵੀ ਹਾਂਜੀ ਯਾਰ ਸਿਕਿਉਰਿਟੀ 'ਚ ਸਾਨੂੰ ਕਿਹਾ ਜਾ ਸਕਦਾ, ਕਿਉਂਕਿ ਆਪਾਂ ਇਹ ਦੇਖਦੇ ਹਾਂ ਵੀ ਜਦੋਂ VIPs ਚੱਲਦੇ ਆ ਤਾਂ ਉਹ ਤਾਂ ਕਿਤੇ ਮਿੰਟ ਨਹੀਂ ਖੜ੍ਹਦੇ। ਹੁਣ ਜਿੱਥੇ ਮਿੰਟ ਨਹੀਂ ਖੜਨਾ, 2 ਮਿੰਟ 5 ਮਿੰਟ ਤਾਂ ਚਲੋ ਹੋਏ, ਪਰ ਜੇ ਉਹਨਾਂ ਨੂੰ ਲੱਗਦਾ ਸੀ ਵੀ 15-20 ਮਿੰਟ ਦਾ ਸਮਾਂ ਹੋ ਗਿਆ ਤੇ ਅਜੇ ਵੀ ਪਤਾ ਨਹੀਂ ਲੱਗ ਰਿਹਾ ਵੀ ਰਸਤਾ ਖੁੱਲ੍ਹਦਾ ਕਿ ਨਹੀਂ ਖੁੱਲ੍ਹਦਾ, ਅਗਲੇ ਕਹਿ ਸਕਦੇ। ਦੂਜੀ ਗੱਲ ਇਹ ਵੀ ਚਰਚਾ ਸੀਗੀ ਵੀ ਯਾਰ ਉਹ ਜਿਹੜਾ ਰੂਟ ਆ, ਕਿਉਂਕਿ ਜੇ ਆਪਾਂ ਨਕਸ਼ੇ ਦੇ ਹਿਸਾਬ ਨਾਲ ਦੇਖੀ, ਮੈਨੂੰ ਲੱਗਦਾ ਵੀ ਬਹੁਤ ਸਾਰੇ ਬੰਦੇ ਜਿਹੜੇ ਵਿਦੇਸ਼ਾਂ 'ਚ ਬੈਠੇ ਨੂੰ ਨਹੀਂ ਪਤਾ ਲੱਗਦਾ ਵੀ ਰੂਟ ਦਾ ਕੀ ਹਿਸਾਬ ਤਾ। ਹੁਣ ਕੁਦਰਤੀ ਜੇ ਮੈਂ ਹੁਣ ਵੀ ਗੂਗਲ ਤੋਂ ਦੇਖਿਆ ਜਾ ਸਕਦਾ ਵੀ ਬਠਿੰਡਿਓਂ ਜੇ ਹਵਾਈ ਅੱਡੇ ਤੋਂ ਆਪਾਂ ਫਿਰੋਜ਼ਪੁਰ ਨੂੰ ਜਾਣਾ ਤੇ 2-3 ਸੜਕਾਂ ਦਿਖਾਊਗਾ ਆਪਾਂ ਨੂੰ GPS ਵੀ। ਜਿਹੜਾ ਸਭ ਤੋਂ ਨੇੜੇ ਵਾਲਾ ਰੂਟ ਉਹ ਪਊਗਾ ਵਾਇਆ ਮੁਕਤਸਰ ਮੁਦਕੀ ਵਾਲਾ, ਵਾਇਆ ਮੁਕਤਸਰ ਸਾਦਕ ਵਾਲਾ। ਉਸ ਤੋਂ ਬਾਅਦ ਫਰੀਦਕੋਟ, ਤੇ ਫਰੀਦਕੋਟ ਤੋਂ ਸਿੱਧਾ ਤੁਸੀਂ ਵਾਇਆ ਰਾਜੇਣਾ ਫਿਰੋਜ਼ਪੁਰ ਵੀ ਜਾ ਸਕਦੇ ਹੋ। ਪਰ ਪ੍ਰਧਾਨ ਮੰਤਰੀ ਸਾਹਿਬ ਦਾ ਕਾਫਲਾ ਜਿਹੜਾ ਸਭ ਤੋਂ ਲੰਬਾ ਰੂਟ ਆ, ਇਹ 140-41 ਕਿਲੋਮੀਟਰ ਜੋ ਨਕਸ਼ਾ ਦਿਖਾਉਂਦਾ, ਜੇ ਆਪਾਂ ਹੁਸੈਨੀ ਵਾਲੇ ਤੱਕ ਜਾਣਾ ਤਾਂ ਉਹ ਵਾਇਆ ਮੁਦਕੀ, ਫਰੀਦਕੋਟ ਤੋਂ ਮੁਦਕੀਓਂ ਫਿਰ ਜਿਹੜਾ ਪਿਆਰੇਆਣਾ ਪਿੰਡ ਹੈ ਜਿੱਥੇ ਜਾ ਕੇ ਕਹਿੰਦੇ ਕਿ ਵੀ ਇਹ ਸਾਰਾ ਕੁਝ ਹੋਇਆ, ਉਹ ਰਸਤਾ ਵਿਖਾਇਆ ਗਿਆ। ਹੁਣ ਦੂਸਰੇ ਪਾਸਿਓਂ ਇਹ ਵੀ ਕਿਹਾ ਜਾ ਰਿਹਾ, ਜਿੱਦਾਂ ਸਰਕਾਰੀ ਪੱਖ ਜਿਹੜਾ ਪੰਜਾਬ ਸਰਕਾਰ ਵਾਲਾ ਪੱਖ, ਉਹਦੇ 'ਚ ਇਹ ਕਹਿੰਦਾ ਵੀ ਹੋਰ ਆਲਟਰਨੇਟਿਵ ਰੂਟ ਵੀ ਸੀਗੇ ਜੀ। ਹੁਣ ਗੱਲ ਤੇ ਹੈ ਨਾ ਵੀ ਆਲਟਰਨੇਟਿਵ ਰੂਟ ਤਾਂ ਸੀਗੇ, ਪਰ ਫਿਰ ਉਸ ਰੂਟ 'ਤੇ ਕਿਹਨੇ ਪਾਇਆ? ਜੇ ਸਰਕਾਰ, ਪੰਜਾਬ ਸਰਕਾਰ ਨੇ ਦੇਖਣਾ ਸੀ ਜਾਂ ਉਹਨਾਂ ਦੇ ਪ੍ਰੋਟੋਕੋਲ ਵਾਲੇ ਅਧਿਕਾਰੀਆਂ ਨੇ ਵੇਖਣਾ ਸੀ, ਜਾਂ ਪੰਜਾਬ ਸਰਕਾਰ ਵੱਲੋਂ ਹਰੀ ਝੰਡੀ ਮਿਲੀ ਵੀ ਯਾਰ ਤੁਸੀਂ ਇਸ ਨੰਬਰ 'ਤੇ ਹੀ ਜਾਣਾ, ਤੇ ਫਿਰ ਉਹਦਾ ਡਿਸੀਜਨ ਮੇਕਿੰਗ ਇੱਥੋਂ ਦੀ ਹੋਣੀ ਚਾਹੀਦੀ ਨਾ। ਮੇਰੇ ਖਿਆਲ ਨਾਲ ਜਦੋਂ ਇਹਦੀ ਜਾਂਚ ਹੋਊਗੀ ਫਿਰ ਹੋ ਸਕਦਾ ਆਉਣ ਵਾਲੇ 1-2 ਦਿਨਾਂ 'ਚ ਗੱਲ ਕਲੀਅਰ ਹੋ ਜਾਵੇ ਵੀ ਯਾਰ ਜਦੋਂ ਇਸ ਚੀਜ਼ ਤੋਂ ਬਾਅਦ ਆਪਾਂ 20 ਨੰਬਰ ਪਲਾਨ 'ਤੇ ਜਾਣਾ ਸੀ, ਕਿਉਂਕਿ ਇਹ ਤਾਂ ਗੱਲ ਪੱਕੀ ਆ ਵੀ ਪ੍ਰਧਾਨ ਮੰਤਰੀ ਸਾਹਿਬ ਜੇ ਮੰਨ ਲਓ ਦਿੱਲੀੋਂ ਉੱਡੇ, ਬਠਿੰਡੇ ਘੰਟੇ ਸਵਾ ਘੰਟੇ ਜਾ ਕੇ, ਹੁਣ ਉੱਥੋਂ ਜੇ ਆਪਾਂ ਹੁਸੈਨੀ ਵਾਲੇ ਤੱਕ ਦੇ ਸਫ਼ਰ ਦੀ ਗੱਲ ਕਰੀਏ ਤਾਂ 2-2.5 ਘੰਟੇ ਆ। ਇਹਦਾ ਮਤਲਬ 2-2.5 ਘੰਟੇ ਜਾਣ, 15-20 ਮਿੰਟ ਉੱਥੇ ਰੁਕਣ, ਉੱਥੋਂ ਫਿਰ 2-2.5 ਘੰਟੇ ਵਾਪਸ ਆਉਣ, ਮਤਲਬ ਅਪਰੋਕਸੀਮੇਟਲੀ 4.5-5 ਘੰਟੇ ਜੇ ਪੰਜਾਬ ਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਯਾਰ ਗੱਡੀ 'ਚ ਤੁਰਿਆ ਫਿਰਦਾ ਰਿਹਾ, ਤੇ ਆਫਟਰ ਆਲ ਤਾਂ ਅਗਲੇ ਕਹਿਣਗੇ ਨਾ ਵੀ ਭਾਈ ਸਾਹਿਬ ਸਿਕਿਉਰਿਟੀ ਨੂੰ ਸੇਨ ਲੱਗੀ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਬੜੀ ਕਲੀਅਰ ਹੈ ਕਿ ਸੂਬਾ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਸੜਕ ਉਹਨਾਂ ਨੇ ਆਪ ਨਹੀਂ ਲੈ ਲਈ ਹੋਣੀ। ਠੀਕ ਹੈ ਤੁਹਾਡੀ ਗੱਲ ਕਿ ਸੜਕਾਂ ਨੇੜਿਓਂ ਵੀ ਜਾਂਦੀਆਂ ਸੀ, ਪਰ ਉਹਦੇ ਵਿੱਚ ਉਹਨਾਂ ਨੇ ਸੁਜੈਸਟ ਨਹੀਂ ਕੀਤਾ ਹੋਏਗਾ ਕਿਸੇ ਨਾ ਕਿਸੇ ਅਪਰੂਵਲ। ਉਹੀ ਮੈਂ ਕਹਿ ਰਿਹਾ ਵੀ ਇਹ ਆਉਣ ਵਾਲੇ ਦਿਨਾਂ 'ਚ ਮੇਬੀ ਕਲੀਅਰ ਹੋ ਜੇ। ਹੁਣ ਅਪਰੂਵਲ ਦਿੱਤੀ ਹੋਣੀ ਆ ਕਿ ਭਾਈ ਇੱਧਰ ਦੀ ਜਾਓ, ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਖੁਦ ਕਿਹਾ ਜੀ ਮੈਂ ਰਾਤ ਨੂੰ 3 ਵਜੇ ਤੱਕ ਸੜਕਾਂ ਖਾਲੀ ਕਰਾਈਆਂ, ਮੈਂ ਫਲਾਣੇ ਕੇਂਦਰ ਸਰਕਾਰ ਦੇ ਅਧਿਕਾਰੀ ਦੇ ਟੱਚ 'ਚ ਰਿਹਾ, ਫਿਰ ਸਵੇਰੇ 6:30 ਵਜੇ ਟੈਲੀਫੋਨ ਆਇਆ ਤੇ ਮੈਂ ਚੱਕ ਨਹੀਂ ਸਕਿਆ, ਮੈਂ ਉਸੇ ਵੇਲੇ ਦੁਬਾਰਾ ਕੀਤਾ। ਉਹ ਗੱਲ ਕਲੀਅਰ ਕਰ। ਫਿਰ ਉਹਨੇ ਵੀ ਕਿਹਾ ਕਿ ਅਸੀਂ ਉਹ ਜਾਮ ਥੋੜੇ ਮਿੰਟਾਂ 'ਚ ਖਿਲਾ ਦੇਣਾ ਸੀ, ਅਸੀਂ ਅਲਟਰਨੇਟਿਵ ਰਸਤਾ ਦਿੱਤਾ। ਇੱਕ ਗੱਲ ਤਾਂ ਕਲੀਅਰ ਹੈ ਕਿ ਸੂਬਾ ਸਰਕਾਰ ਨੂੰ ਵੀ ਪਤਾ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਕਾਫਲਾ ਜਾ ਰਿਹਾ, ਪ੍ਰਧਾਨ ਮੰਤਰੀ ਸਾਹਿਬ ਦੇ ਜਿਹੜੇ ਸੁਰੱਖਿਆ ਕਰਮੀ ਉਹਨਾਂ ਨੂੰ ਵੀ ਪਤਾ ਸੀ, ਹੋਰ ਕਿਸੇ ਨੂੰ ਨਹੀਂ ਸੀ ਪਤਾ। ਹੁਣ ਇਹ ਵੀ ਗੱਲ ਬੜੀ ਕਲੀਅਰ ਹੈ ਕਿ ਇਹ ਦੇਖਣਾ ਬਣਦਾ ਹੈ ਕਿ ਆਹ ਇੱਥੋਂ ਤੁਰਿਆ ਤੇ ਇੱਥੇ ਜਾਣਾ ਤੇ ਇੱਥੇ ਤੱਕ ਉਹ ਅੱਪੜ ਚੁੱਕੇ ਸੀ, ਇਹ ਨਹੀਂ ਕਿ ਇੱਥੋਂ ਤੁਰੇ ਤਾਂ ਇੱਥੋਂ ਹੀ ਮੁੜ ਗਏ। ਹੁਣ ਬਹੁਤਾ ਪੈਂਡਾ ਤੈਅ ਕਰ ਲਿਆ ਸੀ, ਸਾਰਾ ਹੀ ਹੋ ਗਿਆ ਸੀ, ਸਾਰਾ ਹੀ ਹੋ ਗਿਆ ਸੀ। ਦੂਸਰੀ ਗੱਲ, ਅਸੀਂ ਕਿਸੇ ਦੇ ਪੱਖ ਜਾਂ ਵਿਰੋਧ 'ਚ ਨਹੀਂ ਖੜਦੇ, ਸਾਨੂੰ ਸਿਰਫ ਇਸ ਗੱਲ ਦਾ ਸੰਦੇਹ ਹੈ ਕਿ ਇਹਨਾਂ ਘਟਨਾਵਾਂ ਦੇ ਮੱਦੇਨਜ਼ਰ ਕੋਈ ਪੰਜਾਬ ਦੇ ਪ੍ਰਤੀ ਐਸਾ ਫੈਸਲਾ ਨਾ ਹੋ ਜਾਵੇ ਜਿਹਦੇ ਨਾਲ 3 ਕਰੋੜ ਲੋਕ ਪ੍ਰਭਾਵਿਤ ਹੋਣ। ਹੁਣ ਤੁਸੀਂ ਦੇਖੋ, ਜਿਹੜੀ ਇਹ ਗੱਲ ਕਹੀ ਜਾ ਰਹੀ ਹੈ ਕਿ
ਤਰਕ ਦਿੱਤਾ ਜਾ ਰਿਹਾ ਕਿ ਅਸੀਂ ਰੋਕ ਦਿੱਤਾ ਜੀ, ਪ੍ਰਧਾਨ ਮੰਤਰੀ ਨੂੰ ਮੋੜ ਦਿੱਤਾ। ਹੋ ਸਕਦਾ ਕਿ ਕਿਸੇ ਦੇ ਲਈ ਇਹ ਬਹੁਤ ਵੱਡੀ ਪ੍ਰਾਪਤੀ ਹੋਵੇ, ਅਸੀਂ ਉਹਨਾਂ ਦੇ ਪੱਖ ਤੋਂ ਵੀ ਗੱਲ ਕਰ ਲੈਂਦੇ ਹਾਂ। ਉਹਨਾਂ ਨੇ ਤਾਂ ਸੜਕੀ ਰਸਤੇ ਆਉਣਾ ਹੀ ਨਹੀਂ ਸੀ, ਉਹਨਾਂ ਨੇ ਤਾਂ ਜਾਣਾ ਹੀ ਹੈਲੀਕਾਪਟਰ ਦੇ ਰਸਤੇ ਸੀ। ਬੇਸਿਕਲੀ ਲੱਗਦਾ ਹੀ ਨਹੀਂ ਕਿ ਪ੍ਰਧਾਨ ਮੰਤਰੀ ਹੋਰਾਂ ਨੂੰ ਰੋਕਣ ਦੇ ਲਈ ਸ਼ਾਇਦ ਜਾਮ ਲਾਇਆ ਗਿਆ ਸੀ, ਕਿਉਂਕਿ ਉਹ ਤਾਂ ਬੜੀਆਂ ਥਾਵਾਂ ਤੋਂ ਖੁਦ ਅਸ਼ਵਨੀ ਸ਼ਰਮਾ ਭਾਜਪਾ ਦੇ ਸੂਬਾ ਪ੍ਰਧਾਨ ਮੰਨੇ ਆ ਕਿ ਸਾਡੀਆਂ ਬੱਸਾਂ ਰੋਕੀਆਂ ਗਈਆਂ, ਕਈ ਜਗ੍ਹਾ ਦੇ ਉੱਤੇ ਨਹੀਂ ਜਾਣ ਦਿੱਤੇ ਗਏ ਕਿ ਭਾਈ ਤੁਹਾਨੂੰ ਅਸੀਂ ਭਾਜਪਾ ਦੀ ਰੈਲੀ 'ਚ ਨਹੀਂ ਜਾਣ ਦੇਣਾ, ਬੱਸਾਂ ਵੀ ਮੋੜ ਦਿੱਤੀਆਂ ਗਈਆਂ। ਹੋ ਸਕਦਾ ਕਿ ਉੱਥੇ ਕਿਸੇ ਜਥੇਬੰਦੀ ਦੇ ਸੱਦੇ ਦੇ ਉੱਤੇ ਕਿ ਆਮ ਜਿਹੜਾ ਵਰਕਰ ਰੈਲੀ 'ਚ ਹਿੱਸਾ ਲੈਣ ਜਾਂਦਾ ਉਹਨੂੰ ਹੀ ਰੋਕਣਾ ਹੋਵੇ, ਕਿਉਂਕਿ ਆਮ ਲੋਕਾਂ ਨੂੰ ਥੋੜ੍ਹੀ ਪਤਾ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਕਿੱਥੇ ਉਤਰਨਾ ਹੈ, ਕਿੱਥੋਂ ਕਾਰ 'ਚ ਜਾਣਾ ਹੈ। ਪਰ ਇਹ ਸਾਰਾ ਕੁਝ ਘਟਨਾ ਵਾਪਰਨਾ ਨਹੀਂ ਸੀ ਚਾਹੀਦਾ। ਆਖਰਕਾਰ ਪ੍ਰਧਾਨ ਮੰਤਰੀ ਨੇ ਜੇ ਸਰਕਾਰੀ ਸਮਾਗਮ ਆ, ਮੈਂ ਕਹਿੰਦਾ ਕਿ ਉੱਥੋਂ ਪ੍ਰੈਸ ਕਾਨਫਰੰਸ ਕਰ ਦੇਣਗੇ ਦਿੱਲੀੋਂ ਵੀ ਭਾਈ ਆ ਵੀ ਦਿੱਤਾ, ਆ ਵੀ ਦਿੱਤਾ ਤੇ ਆ ਵੀ ਦਿੱਤਾ, ਕਿਸੇ ਨੇ ਰੋਕ ਥੋੜੀ ਲੈਣਾ। ਹੁੰਦੀਆਂ ਰਹੀਆਂ ਨੇ, ਕੋਵਿਡ 'ਚ ਆਮ ਹੋਈਆਂ। ਇਹਦੇ ਤੋਂ ਇਲਾਵਾ ਸੰਧਾਲੀਆ ਸਾਹਿਬ, ਹੁਣ ਜੇ ਆਪਾਂ ਅੱਗੇ ਦੇਖਣਾ ਹੋਵੇ, ਉਹਦੇ ਤੋਂ ਬਾਅਦ ਬਿਆਨ ਬੜੇ ਤੱਤੇ ਆਏ ਨੇ, ਤਿੱਖੇ ਆਏ ਨੇ, ਕਿਉਂਕਿ ਜਿਹੜੀ ਇਹ ਚਰਚਾ ਚੱਲਦੀ ਹੈ ਜੀ, ਪ੍ਰਧਾਨ ਮੰਤਰੀ ਸਾਹਿਬ ਨੇ ਅਧਿਕਾਰੀਆਂ ਨੂੰ ਬਠਿੰਡੇ ਵਾਪਸ ਪੁੱਜ ਕੇ ਕਿਹਾ ਕਿ ਦੇਖੋ ਜੀ ਸੀਐਮ ਸਾਹਿਬ ਨੂੰ ਧੰਨਵਾਦ ਕਹਿ ਦੇਣਾ ਕਿ ਮੈਂ ਜਿਉਂਦਾ ਇੱਥੇ ਵਾਪਸ ਪਰਤ ਗਿਆ, ਪੁਸ਼ਟੀ ਉਹਦੀ ਕੋਈ ਨਹੀਂ। ਦੂਸਰੇ ਪਾਸੇ ਬੀਬੀ ਸਮ੍ਰਿਤੀ ਇਰਾਨੀ ਦੁਆਰਾ ਇਹ ਕਹਿਣਾ ਕਿ ਆ ਹੋ ਸਕਦਾ ਸੀ, ਤਰਨ ਚੁੱਘ ਹੋਰਾਂ ਨੇ ਵੀ ਬੜੇ ਤੱਤੇ ਸ਼ਬਦ ਵਰਤੇ ਹੈ। ਇਹਦੇ ਤੋਂ ਬਾਅਦ ਹੁਣ ਤੁਸੀਂ ਇੱਕ ਹੋਰ ਗੱਲ ਦੇਖੋ ਕਿ ਜਦੋਂ ਇਹ ਕਿਹਾ ਗਿਆ ਗ੍ਰਹਿ ਮੰਤਰੀ ਸਾਹਿਬ ਦੁਆਰਾ ਕਿ ਅਸੀਂ ਪੰਜਾਬ ਸਰਕਾਰ ਤੋਂ ਰਿਪੋਰਟ ਮੰਗ ਲਈ, ਗੈਰ ਜ਼ਿੰਮੇਵਾਰੀ ਹੈ ਤੇ ਜ਼ਿੰਮੇਵਾਰੀ ਤੈਅ ਕੀਤੀ ਜਾਊਗੀ। ਹੁਣ ਇੱਕ ਪ੍ਰਧਾਨ ਮੰਤਰੀ ਸਾਹਿਬ ਵਾਪਸ ਗਏ ਆ, ਅੱਗੇ ਕੀ ਹੁੰਦਾ ਸੀ ਜੀ, ਕੋਈ ਬੀਜੇਪੀ ਦੀ ਰੈਲੀ ਹੈ ਉਹ ਹੋਣ ਨਹੀਂ ਦਿੱਤੀ ਗਈ, ਪਰ ਐਤਕੀ ਪ੍ਰਧਾਨ ਮੰਤਰੀ ਹੋਰੀ ਖੁਦ ਗਏ ਆ। ਭਾਰਤ ਦੇ ਵਿੱਚ ਸਰਕਾਰਾਂ ਟੁੱਟਦੀਆਂ ਵੀ ਰਹੀਆਂ, ਸਰਕਾਰਾਂ ਬਣਦੀਆਂ ਵੀ ਰਹੀਆਂ, ਗਵਰਨਰ ਰਾਜ, ਰਾਸ਼ਟਰਪਤੀ ਰਾਜ ਲੱਗਦੇ ਰਹੇ ਆ, ਲੋਕਤੰਤਰ ਬਣਿਆ ਰਹੇ, ਇਸ ਗੱਲ ਦੀ ਅਸੀਂ ਉਮੀਦ ਕਰਦੇ ਹਾਂ। ਪਰ ਜਦੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਉੱਤੇ ਬਹੁਤੇ ਇਲਜ਼ਾਮ ਲੱਗਣ ਲੱਗ ਪਿਆ ਕਿ ਭਾਈ ਉਹਨਾਂ ਨੇ ਸਿਕਿਉਰਿਟੀ ਦੇ ਪਰਪਸ ਤੋਂ ਠੀਕ ਨਹੀਂ ਕੀਤਾ, ਟੈਲੀਫੋਨ ਨਹੀਂ ਚੱਕੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਪਰ ਉਹਦੇ ਵਿੱਚ ਬੀਬੀ ਸਮ੍ਰਿਤੀ ਇਰਾਨੀ ਦੇ ਉਸ ਸਵਾਲ ਦਾ ਕੋਈ ਜਵਾਬ ਨਹੀਂ ਸੀ ਕਿ ਭਾਈ ਕੀ ਸੱਚੀ ਮੁੱਚੀ ਉਹ 20 ਮਿੰਟ ਟੈਲੀਫੋਨ ਨਹੀਂ ਚੱਕਿਆ ਗਿਆ। ਉਹਨਾਂ ਨੇ ਇੰਨਾ ਜ਼ਰੂਰ ਆਖਿਆ, ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ ਬਦਲਵੇਂ ਰਸਤੇ ਵੀ ਸੀਗੇ, ਕਿਉਂਕਿ ਬੀਬੀ ਸਮ੍ਰਿਤੀ ਇਰਾਨੀ ਨੇ ਵੀ ਕਿਹਾ ਸੀ ਕਿ ਕੁਝ ਫੁੱਟ ਦੂਰ ਤੱਕ ਲੋਕ ਪਹੁੰਚ ਗਏ ਸੀ। ਚੰਨੀ ਸਾਹਿਬ ਕਹਿੰਦੇ ਇਦਾਂ ਕੁਝ ਨਹੀਂ ਸੀ, ਉਹਨਾਂ ਦੇ ਕਾਫਲੇ ਦੇ ਨੇੜੇ ਕੋਈ ਨਹੀਂ ਪਹੁੰਚਾ, ਕੋਈ ਉਹਨਾਂ ਨੂੰ ਉੱਥੇ ਖਤਰਾ ਨਹੀਂ ਸੀ, ਬਦਲਵੇਂ ਰਸਤੇ ਵੀ ਸੀਗੇ, ਸਭ ਕੁਝ ਸੀਗਾ, ਪਰ ਪ੍ਰਧਾਨ ਮੰਤਰੀ ਸਾਹਿਬ ਨੇ ਫੈਸਲਾ ਕਰ ਲਿਆ ਕਿ ਅਸੀਂ ਵਾਪਸ ਜਾਣਾ ਹੈ। ਨਾਲ ਉਹਨਾਂ ਨੇ ਵੀ ਕਿਹਾ, ਉਹ ਕਹਿੰਦੇ ਸਾਨੂੰ ਅਫਸੋਸ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਦੀ ਯਾਤਰਾ ਮੁਕੰਮਲ ਨਹੀਂ ਹੋਈ, ਪਰ ਇੱਕ ਗੱਲ ਚੰਨੀ ਸਾਹਿਬ ਨੇ ਉੱਥੇ ਕਹੀ ਜਿਹੜੀ ਮੈਨੂੰ ਐਂ ਲੱਗੀ, ਚੰਗਾ ਉਹਨਾਂ ਨੇ ਅਫਸੋਸ ਪ੍ਰਗਟ ਕੀਤਾ, ਚੰਗਾ ਹੋਇਆ ਰਾਤ ਨੂੰ 3 ਵਜੇ ਤੱਕ ਉਹ ਲੱਗ ਰਿਹਾ, ਪਰ ਉਹ ਕਹਿੰਦੇ ਜੀ ਦੇਖੋ ਲੋਕ ਬੈਠੇ ਸੀ ਸ਼ਾਂਤਮਈ, ਤੇ ਮੈਂ ਸ਼ਾਂਤਮਈ ਪ੍ਰਦਰਸ਼ਨ ਕਰਦੇ ਲੋਕਾਂ ਦੇ ਉੱਤੇ ਲਾਠੀ ਥੋੜੀ ਚਲਾ ਸਕਦਾ। ਬਿਲਕੁਲ ਠੀਕ ਗੱਲ ਹੈ, ਲੋਕਤੰਤਰ ਹੈ, ਲੋਕਾਂ ਤੇ ਲਾਠੀ ਕਿਵੇਂ ਚਲਾਈ ਜਾ ਸਕਦੀ ਹੈ। ਪਰ ਜਿਸ ਦਿਨ ਬੀਤੇ ਕੱਲ ਚੰਨੀ ਸਾਹਿਬ ਨੇ ਇਹ ਗੱਲ ਕਹੀ, ਕਹਿੰਦੇ ਪੰਜਾਬ 'ਚ 2 ਜਗ੍ਹਾ ਦੇ ਉੱਤੇ ਉਹਨਾਂ ਤੇ ਲਾਠੀਆਂ ਚੱਲੀਆਂ ਜਿਹੜੇ ਨੌਕਰੀਆਂ ਮੰਗਦੇ ਆ, ਉਹ ਕਿਹੜਾ ਉੱਥੇ ਹਥਿਆਰ ਲੈ ਕੇ ਤੁਰੇ ਫਿਰਦੇ ਆ। ਜਾਂ ਕਹੋ ਕਿ ਪਿਛਲੇ 2.5-3 ਮਹੀਨਿਆਂ 'ਚ, ਮੈਂ ਨਹੀਂ ਕਹਿੰਦਾ ਕਿ ਭਾਈ ਉਹਨਾਂ ਦੇ ਲਾਠੀਆਂ ਫਿਰਨੀਆਂ ਸੀ, ਮੈਂ ਵੈਸੇ ਹੀ ਗੱਲ ਕਰਦਾ, ਨਹੀਂ ਕੰਪੈਰੀਜ਼ਨ ਕਰਦੇ ਆ ਕਿ ਪਿਛਲੇ 3 ਮਹੀਨਿਆਂ 'ਚ ਜਦੋਂ ਦੇ ਤੁਸੀਂ ਮੁੱਖ ਮੰਤਰੀ ਬਣੇ ਹੋ, ਉਹ ਵੀਡੀਓ ਤਾਂ ਚੰਨੀ ਸਾਹਿਬ ਤੁਹਾਡੇ ਕੋਲ ਵੀ ਪਹੁੰਚੀ ਹੋਣੀ ਆ ਨਾ। ਮੇਰੇ ਖਿਆਲ ਤੁਹਾਡੀ ਰੈਲੀ ਸੀ, ਤੁਸੀਂ ਸਟੇਜ ਤੇ ਜਾਣਾ ਸੀ, ਉੱਥੇ ਹੀ ਨਿਆਣਿਆਂ ਨੇ ਕਿਹਾ ਸੀ ਸਾਨੂੰ ਨੌਕਰੀਆਂ ਦਿਓ, ਧੂਏ ਸੀ, ਘੜੀਸੇ ਸੀ, ਡਾਂਗ ਫੇਰੀ ਗਈ ਸੀ, ਬੱਸਾਂ 'ਚ ਤੁੰਨੇ ਗਏ ਸੀ ਤੇ ਬਾਹਰੋਂ ਫੇਰ ਡਾਂਗਾਂ ਚਲਾਈਆਂ ਗਈਆਂ ਸੀ। ਸ਼ਾਇਦ ਉਹ ਤਾਂ ਅੱਜ ਦੇ ਕਾਰਜਕਾਲ ਦੀ ਗੱਲ ਹੋਣੀ ਆ, ਵੀਡੀਓ ਕਿਤੇ ਨਾ ਕਿਤੇ ਪਈ ਹੋਏਗੀ, ਸੋਸ਼ਲ ਮੀਡੀਆ ਤੋਂ ਚੱਕ ਦਿੱਤੀ ਗਈ ਹੈ ਵਾਇਲੈਂਸ ਵਾਲਾ ਕੰਟੈਂਟ ਕਹਿ ਕੇ। ਜਾਣੀ ਕੁਛ ਨਾ ਕੁਛ ਪੋਸੀਬਲ ਸੀ, ਕੀਤਾ ਜਾ ਸਕਦਾ ਸੀ, ਕਿਤੇ ਨਾ ਕਿਤੇ ਕੋਈ ਚੂਕ ਹੋਈ ਹੈ। ਮੈਂ ਨਹੀਂ ਕਹਿੰਦਾ ਸਿਕਿਉਰਿਟੀ ਜੋ ਹੈ ਕਮਿਊਨੀਕੇਸ਼ਨ 'ਚ ਹੋਈ ਹੈ ਜਾਂ ਕਿੱਥੇ ਹੋਈ ਹੈ, ਲੱਭਣਾ ਚਾਹੀਦਾ ਤਾਂ ਜੋ ਭਵਿੱਖ 'ਚ ਨਾ ਹੋਵੇ। ਇਹ ਬਿਲਕੁਲ ਠੀਕ ਆ। ਹੁਣ ਇਹਦੇ 'ਚ ਇੱਕ ਦੋ ਚੀਜ਼ਾਂ ਆਪਾਂ ਹੋਰ ਐਡ ਕਰ ਦਈਏ। ਇੱਕ ਤਾਂ ਜਿਹੜਾ ਬਿਲਕੁਲ ਇਹਦਾ ਦੂਸਰਾ ਪੱਖ ਆ, ਦੂਸਰਾ ਪੱਖ ਇਹ ਆ ਵੀ ਜੀ ਉਹ ਜਿਹੜੀਆਂ ਕੁਰਸੀਆਂ ਸੀ, ਕੋਈ ਕਹਿੰਦਾ ਜੀ 50,000 ਕੁਰਸੀ ਸੀ, ਕੋਈ ਕਹਿੰਦਾ ਨਹੀਂ ਅਜੇ ਤਾਂ ਲਾਈ ਨਹੀਂ ਸੀ, ਤਾਂ 20-25,000 ਸੀ, ਕੋਈ ਕਹਿੰਦਾ ਨਹੀਂ 80,000 ਕੁਰਸੀ ਸੀ। ਮੈਂ ਨਾ ਚਲੋ ਜਿੰਨੇ ਹਜ਼ਾਰ ਵੀ ਸੀਗੀ, ਉਹ ਸਾਰੇ ਕੁਝ ਦੇ ਉੱਪਰ ਕਹਿੰਦੇ ਕਿ ਵੀ ਬੰਦੇ ਨਹੀਂ ਪਹੁੰਚੇ ਜੀ, ਇਸ ਕਰਕੇ ਕੁਰਸੀਆਂ ਖਾਲੀ ਸੀ, ਇਨਫੋਰਮੇਸ਼ਨ ਪਹੁੰਚ ਗਈ ਹੋਣੀ ਆ ਵੀ ਯਾਰ ਉੱਥੇ ਰੈਲੀ 'ਚ ਤਾਂ ਹੈ ਕੋਈ ਨਹੀਂ, ਇਸ ਕਰਕੇ ਉੱਥੇ ਬੰਦੇ ਗਏ ਨਹੀਂ। ਹੁਣ ਇਹ ਗੱਲ ਆਪਾਂ ਨਹੀਂ ਕਹਿ ਰਹੇ, ਇਹ ਬਹੁਤ ਸਾਰੇ ਕਾਂਗਰਸ ਦੇ ਲੀਡਰ ਸਾਹਿਬਾਨ, ਈਵਨ ਪ੍ਰਗਟ ਸਿੰਘ ਰਾਓ ਇੱਕ ਤਸਵੀਰ ਪੋਸਟ ਕਰਕੇ ਤੁਹਾਨੂੰ ਲਿਖਿਆ ਵੀ ਆਹ ਦੇਖ ਲਓ ਜੀ, ਪੰਜਾਬ ਦੇ ਲੋਕਾਂ ਦੇ ਸ਼ੀਸ਼ਾ ਵਿਖਾਤਾ, ਬੀਜੇਪੀ ਨੂੰ ਕਸੂਰ ਹੈ ਸਾਡਾ ਕੱਢ ਦੇ। ਹੁਣ ਇਹ ਵਾਲੇ ਜਿਹੜੇ ਬਿਆਨ ਆ, ਇਹ ਵਾਲਾ ਜਿਹੜਾ ਐਂਗਲ ਆ, ਇਹ ਹੋ ਸਕਦਾ ਵੀ ਸਹੀ ਹੋਵੇ, ਪਰ ਇਹਦੇ 'ਚ ਸਿਆਸਤ ਬਾਹਲੀ ਲੱਗਦੀ ਹੈ। ਨਹੀਂ, ਸਾਰੇ ਪਾਸਿਓਂ ਹੀ ਸੰਧਾਲੀਆ ਸਾਹਿਬ ਸਿਆਸਤ। ਮੈਂ ਹੈਰਾਨ ਆ ਇਸ ਗੱਲੋਂ। ਸੁਖਬੀਰ ਸਿੰਘ ਬਾਦਲ ਸਾਹਿਬ ਅਕਾਲੀ ਦਲ ਦੇ ਪ੍ਰਧਾਨ ਨੇ, ਜਿੱਥੇ ਰੈਲੀ ਹੁੰਦੀ ਆ ਕਹਿੰਦੇ ਏਡਾ ਇਕੱਠ ਮੈਂ ਨਹੀਂ ਕਦੇ ਦੇਖਿਆ। ਭਗਵੰਤ ਮਾਨ ਸਾਹਿਬ ਪਿਛਲੇ ਦਿਨੀ ਫਰੀਦਕੋਟ ਗਏ ਸੀ, ਉਹ ਕਹਿੰਦੇ ਜੀ ਇਦੋਂ ਵੱਡਾ ਇਕੱਠ ਥੋੜੀ ਹੋ ਸਕਦਾ ਕਿਤੇ, ਹੁਣ ਇਦੋਂ ਵੱਧ ਕੀ ਹੋ ਜਾਊਗਾ। ਇਹਦੇ ਤੋਂ ਇਲਾਵਾ ਜਦੋਂ ਸਿੱਧੂ ਸਾਹਿਬ ਜਾਂਦੇ ਆ, ਚੰਨੀ ਸਾਹਿਬ ਜਾਂਦੇ, ਉਹ ਕਹਿੰਦੇ ਮੋਹਰ ਲੱਗ ਗਈ ਜੇ, ਮੋਹਰ ਆ ਦੇਖੋ ਆ ਗਏ ਲੋਕ।
ਮੈਂ ਕਹਿੰਦਾ ਕਿ ਭਾਜਪਾ ਦੀ ਰੈਲੀ ਜੇ ਖਚਾ ਖਚ ਵੀ ਭਰ ਜਾਂਦੀ, ਕੀ ਅਕਾਲੀ ਦਲ ਦੇ ਇਕੱਠਾਂ ਨੇ ਪੰਜਾਬ ਨੂੰ ਕੁਝ ਦੇ ਦਿੱਤਾ? ਭਗਵੰਤ ਮਾਨ ਸਾਹਿਬ ਦੇ ਸਾਹਮਣੇ ਜੁੜਦੀਆਂ ਭੀੜਾਂ ਨੇ ਪੰਜਾਬ ਨੂੰ ਕੁਝ ਦੇ ਦਿੱਤਾ? ਜਾਂ ਸਿੱਧੂ ਸਾਹਿਬ ਜਾਂ ਚੰਨੀ ਸਾਹਿਬ ਜਿਹੜੇ ਇਕੱਠ ਕਰਦੇ ਆ ਵੱਡੇ ਵੱਡੇ, ਉਹਨਾਂ ਨੇ ਪੰਜਾਬ ਦੀ ਕੋਈ ਸਮੱਸਿਆ ਹੱਲ ਕਰ ਦਿੱਤੀ? ਜਾਂ ਭਾਜਪਾ ਵਾਲੀ ਖਾਲੀ ਰੈਲੀ ਜਾਂ ਭਰੀ ਰੈਲੀ ਨੇ ਕੋਈ ਹੱਲ ਕਰ ਦੇਣੀ ਸੀ? ਜਾਣੀ ਸਾਡੀ ਲੋੜ ਸੀ ਕਿ ਅਸੀਂ ਮੁੱਦਿਆਂ ਤੇ ਚਿੰਬੜੇ ਰਹਿੰਦੇ, ਅਸੀਂ ਕਿਸੇ ਹੋਰ ਪਾਸੇ ਉਲਝ ਗਏ। ਕੋਈ ਤਾਂ ਬੰਦਾ ਇਸ ਗੱਲ ਦੇ ਵਿੱਚ ਖੁਸ਼ੀ 'ਚ ਖੀਵਾ ਹੋਇਆ ਫਿਰਦਾ ਕਿ ਪ੍ਰਧਾਨ ਮੰਤਰੀ ਮੁੜ ਗਏ, ਆ ਹੀ ਨਹੀਂ ਸਕੇ, ਵੇਖਿਆ ਹੀ। ਕੋਈ ਬੰਦਾ ਇਸ ਗੱਲ ਦੇ ਵਿੱਚ ਬਾਹਾਂ ਟੰਗੀ ਫਿਰਦਾ ਕਿ ਸਾਡਾ ਵੀ ਲੋਕਤੰਤਰੀ ਹੱਕ ਹੈ, ਅਸੀਂ ਵੀ ਇਕੱਠ ਕਰਨਾ। ਪਰ ਉਹਦੇ ਵਿੱਚੋਂ ਪੰਜਾਬ ਦੇ ਲਈ ਕੋਈ ਵਿਜ਼ਨ ਤਾਂ ਨਹੀਂ ਨਜ਼ਰ ਆਉਂਦਾ। ਪੰਜਾਬ ਦੇ ਲਈ ਮੈਂ ਤਾਂ ਬੀਜੇਪੀ ਦੇ ਲੀਡਰਾਂ ਨੂੰ ਹੁਣ ਵੀ ਕਹਿਣਾ, ਤੁਸੀਂ ਕੋਈ ਤੱਤਾ ਫੈਸਲਾ ਲਓ, ਤੁਹਾਡੇ ਕੋਲ ਇੱਕ ਮੌਕਾ ਹੈ। ਤੁਸੀਂ ਦਿੱਲੀ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਜਾਓ, ਉੱਥੇ ਪ੍ਰੈਸ ਕਾਨਫਰੰਸ ਕਰਾਓ ਕਿ ਭਾਈ ਕੋਈ ਨਹੀਂ, ਕਰਨ ਕਰਾਉਣ ਵਾਲੇ ਨੇ ਸਿਆਸਤ ਕੀਤੀ ਹੋਊਗੀ, ਜਾਓ ਅਸੀਂ ਜੋ ਕੁਝ ਪੰਜਾਬ ਨੂੰ ਦੇਣਾ ਸੀ ਉਹ ਤੋਂ ਦੁੱਗਣਾ ਇੱਥੇ ਦਿੱਲੀ ਬਹਿ ਕੇ ਦਿੰਨੇ ਆ। ਨਫ਼ਰਤ ਹੀ ਦੂਰ ਹੋ ਜਾਊਗੀ, ਗੱਲ ਹੀ ਦੂਜੇ ਪਾਸੇ ਨੂੰ ਚਲੇ ਜਾਊ। ਇਹਦੇ 'ਚ ਨਾ ਇੱਕ ਚੀਜ਼ ਮੇਰੇ ਖਿਆਲ ਨਾਲ ਜ਼ਰੂਰ ਵਿਚਾਰ ਲੈਣੀ ਚਾਹੀਦੀ ਆ ਵੀ ਜਦੋਂ ਗੱਲ ਚੱਲਦੀ ਆ ਨਾ ਵੀ ਇੱਦਾਂ ਹੋ ਗਿਆ ਜੀ ਉੱਦਾਂ ਹੋ ਗਿਆ, ਮੈਨੂੰ ਇੱਕ ਹੋਰ ਇਤਰਾਜ਼ ਵਾਲੀ ਗੱਲ ਵੀ ਹੈਗੀ। ਬਹੁਤ ਸਾਰੇ ਜਿਹੜੇ ਨੈਸ਼ਨਲ ਮੀਡੀਆ ਵਾਲੇ ਆਪਣੇ ਭਾਈ ਸਾਹਿਬ ਨੇ ਆਪਣਾ ਨੂੰ ਕੋਟ ਪੈਂਟ ਪਾ ਕੇ ਬੈਠੇ ਹੁੰਦੇ ਉੱਥੇ, ਪੰਜਾਬ ਨੇ ਇਹ ਕਰ ਦਿਆ, ਪੰਜਾਬ ਨੇ ਉਹ ਕਰ। ਯਾਰ ਪੰਜਾਬ ਕਿਤੇ ਉਹ 4 ਬੰਦੇ ਥੋੜਾ, ਜਿਹੜੇ ਬੰਦੇ ਇਸ ਵਕਤ ਕੁਰਸੀਆਂ ਤੇ ਨੇ ਜਾਂ ਜਿਨ੍ਹਾਂ ਦੀ ਕਿਤੇ ਡਿਊਟੀ ਹੈ ਜਾਂ ਜਿਨ੍ਹਾਂ ਦੀ ਉੱਥੇ ਅਣਗਹਿਲੀ ਸਾਹਮਣੇ ਆ ਗਈ, ਉਹ 4 ਬੰਦੇ ਪੰਜਾਬ ਥੋੜਾ। ਯਾਰ ਕਮਾਲ ਕਰੀ ਨਾ ਤੁਸੀਂ, ਪੰਜਾਬ ਨੇ ਇਹ ਕਰਦੀ, ਪੰਜਾਬ ਨੇ ਥੋੜਾ ਕਰਤਾ। ਮੇਰੇ ਖਿਆਲ ਨਾਲ ਇਹ ਜਿਹੜਾ ਪੰਜਾਬ ਸ਼ਬਦ ਨੂੰ ਵਰਤ ਲਿਆ ਜਾਂਦਾ ਜਾਂ ਜਿਹੜਾ ਬੇਗਾਨਾ ਬਣਾ ਦਿੱਤਾ ਜਾਂਦਾ, ਉੱਦਾਂ ਨਹੀਂ ਕਰਨਾ ਚਾਹੀਦਾ। ਮੇਰੇ ਖਿਆਲ ਨਾਲ ਬੀਜੇਪੀ ਨੂੰ, ਖਾਸ ਕਰਕੇ ਬੀਜੇਪੀ ਦੀ ਜਿਹੜੀ ਪੰਜਾਬ ਵਾਲੀ ਲੀਡਰਸ਼ਿਪ, ਉਹਨਾਂ ਨੂੰ ਜ਼ਰੂਰ ਰੱਖਣਾ ਚਾਹੀਦਾ ਇੱਦਾਂ ਵੀ ਯਾਰ ਅਸੀਂ ਦੇਖੋ ਪੰਜਾਬ ਲਈ ਆ ਕੁਝ ਕਰਨਾ ਚਾਹੁੰਦੇ। ਗੱਲ ਤੁਸੀਂ ਠੀਕ ਕਹੀ ਵੀ ਪੰਜਾਬ ਨੂੰ ਆਹ ਇੱਕ ਮੌਕਾ ਹੈਗਾ ਜਿੱਥੇ ਪੰਜਾਬ ਨੂੰ ਦੁਬਾਰਾ ਬੇਗਾਨਾ ਨਾ ਬਣਾ ਲਿਆ ਜਾਵੇ। ਉਹਦੇ 'ਚ ਸਗੋਂ ਜ਼ਰੂਰ ਇਸ ਵਕਤ ਮੇਰੇ ਖਿਆਲ ਨਾਲ ਤਾਕਤ ਬੜੀ। ਆਪਾਂ ਪਿਛਲੇ ਸਮੇਂ 'ਚ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸੀ, ਬਦਨੌਰ ਸਾਹਿਬ ਉਦੋਂ ਰਾਜਪਾਲ ਸੀਗੇ, ਉਦੋਂ ਵੀ 2-3 ਵਾਰ ਆਪਾਂ ਉਹ ਰਿਪੋਰਟਾਂ ਸੁਣੀਆਂ ਜਦੋਂ ਮੁੱਖ ਸਕੱਤਰ ਸਾਹਿਬ ਕੋਲੋਂ ਸਿੱਧੀ ਰਿਪੋਰਟ ਮੰਗੀ ਸੀ ਰਾਜਪਾਲ ਸਾਹਿਬ ਨੇ ਵੀ ਮੈਨੂੰ ਨਾ ਅਮਨ ਕਾਨੂੰਨ ਦੀ ਸਥਿਤੀ ਬਾਰੇ ਜਰਾ ਜਾਣਕਾਰੀ ਦਿਓ। ਉਦੋਂ ਵੀ ਚਰਚਾ ਇਹ ਚੱਲਦੀ ਸੀ ਵੀ ਪੰਜਾਬ ਦੇ ਵਿੱਚ ਸ਼ਾਇਦ ਰਾਸ਼ਟਰਪਤੀ ਰਾਜ ਲੱਗ ਜੇ। ਹੁਣ ਵੀ ਤੇ ਮੇਰੇ ਖਿਆਲ ਨਾਲ ਉਹ ਨਵੇਂ ਜਿਹੜੇ ਰਾਜਪਾਲ ਸਾਹਿਬ ਨੇ ਉਹ ਦੁਬਾਰਾ ਸਿੱਧੀ ਰਿਪੋਰਟ ਮੰਗ ਸਕਦੇ ਆ। ਮੇਰੇ ਖਿਆਲ ਨਾਲ ਜੇ ਗ੍ਰਹਿ ਮੰਤਰਾਲਾ ਉਧਰੋਂ ਕੁਝ ਕਹਿੰਦਾ ਵੀ ਇਹ ਚੀਜ਼ ਦੇ ਬਾਰੇ ਸਾਨੂੰ ਰਿਪੋਰਟ ਚਾਹੀਦੀ ਹੈ, ਤੇ ਸਿੱਧੀ ਅਫਸਰ ਦੇ ਸਕਦੇ ਆ। ਉਹ ਰਿਪੋਰਟਾਂ ਨੂੰ ਮੰਗਾ ਕੇ ਦਿੱਲੀ ਉੱਥੇ ਖੰਗਾਲ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਤੇ ਕੰਮ ਸੈੱਟ ਕਰਨ ਨੂੰ ਜ਼ਿਆਦਾ ਵਧੀਆ। ਨਾਲੇ ਲੋਕਾਂ ਨੂੰ ਦੱਸਣ ਵੀ ਆਹ ਦੇਖੋ ਜੀ ਗੇਮ ਸਾਰੀ ਕਲੀਅਰ ਹੋ ਗਈ, ਇੱਥੇ ਇੱਦਾਂ ਹੋਇਆ ਸੀ, ਨਾਲੇ ਪੰਜਾਬ ਦੇ ਲੋਕ ਸੌਖੇ। ਸੰਧਾਲੀਆ ਸਾਹਿਬ, ਇੱਥੇ ਬਹੁਤ ਸਾਰੇ ਲੋਕਾਂ ਨੇ ਕਹਿਣਾ ਕਿ ਤੁਸੀਂ ਠੋਕ ਕੇ ਕਿਉਂ ਨਹੀਂ ਕਹਿੰਦੇ ਕਿ ਭਾਈ ਮੁੜਤਾ ਹੀ ਪ੍ਰਧਾਨ ਮੰਤਰੀ ਨੂੰ। ਕਈਆਂ ਨੇ ਕਹਿਣਾ ਕਿ ਤੁਸੀਂ ਠੋਕ ਕੇ ਕਿਉਂ ਨਹੀਂ ਕਹਿੰਦੇ ਕਿ ਭਾਈ ਉਹਨਾਂ ਨੂੰ ਵੀ ਹੱਕ ਹੈ। ਆਪਾਂ ਸਿਰਫ ਪੰਜਾਬ ਦੇ 3 ਕਰੋੜ ਲੋਕਾਂ ਨੇ ਇਸ ਦਿਨ ਦੇ ਵਿੱਚੋਂ ਕੀ ਖੱਟਿਆ ਉਹਦੀ ਗੱਲ ਕਰਦੇ ਹਾਂ। ਜਦੋਂ ਸੰਯੁਕਤ ਕਿਸਾਨ ਮੋਰਚਾ ਵਿਰੋਧ ਦਾ ਐਲਾਨ ਕਰਦਾ ਸੀ ਕਿ ਭਾਈ ਇਸ ਧਿਰ ਨੂੰ ਵੜਨ ਨਹੀਂ ਦੇਣਾ, ਇਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਉਣੀਆਂ, ਆਪਾਂ ਗੱਲ ਕਰਦੇ ਸੀ ਕਿ ਭਾਈ ਸਾਂਝਾ ਮੋਰਚਾ ਉਹ ਐਂ ਕਹਿੰਦੇ ਆ। ਹੁਣ ਸੰਯੁਕਤ ਕਿਸਾਨ ਮੋਰਚੇ ਨੇ ਤਾਂ ਵਿਰੋਧ ਦਾ ਐਲਾਨ ਨਹੀਂ ਸੀ ਨਾ ਕੀਤਾ, ਉਹਨਾਂ ਨੇ ਤਾਂ ਨਹੀਂ ਸੀ ਕਿਹਾ ਕਿ ਭਾਈ ਡੱਕਣਾ। ਹੁਣ ਜਦੋਂ ਉਹਨਾਂ ਨੇ ਨਹੀਂ ਕਿਹਾ, ਫਿਰ ਲੋਕ ਦੁਚਿੱਤੀ ਦੇ ਵਿੱਚ ਹੋਣਗੇ ਕਿ ਭਾਈ ਕਿੱਥੇ ਡੱਕਣਾ ਹੈ, ਕਿਹਨੂੰ ਡੱਕਣਾ, ਕਿਹਦੀ ਰੈਲੀ ਹੋਣ ਦੇਣੀ, ਕਿਹਦੀ ਨਹੀਂ ਹੋਣ ਦੇਣੀ। ਕੋਸ਼ਿਸ਼ ਕੀ ਕਰਨੀ ਚਾਹੀਦੀ ਸੀ? ਮੈਂ ਕਹਿੰਦਾ ਸੀ ਕਿ ਪੰਜਾਬ ਦਾ ਭਲਾ ਇਸ ਗੱਲ ਦੇ ਵਿੱਚ ਸੀ ਕਿ ਕਾਂਗਰਸੀ ਵੀ ਰੈਲੀਆਂ ਛੱਡਣ, ਭਾਜਪਾ ਵਾਲੇ ਵੀ ਛੱਡਣ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਾਲੇ ਵੀ ਛੱਡਣ। ਰੈਲੀਆਂ 'ਚ ਤੁਸੀਂ ਕੱਖ ਨਹੀਂ ਜੇ ਲੈਣਾ। ਹੁਣ ਵੀ ਕੋਵਿਡ ਸਿਰ ਚੜ੍ਹੀ ਆਉਂਦਾ, ਹੁਣ ਵੀ ਕਹਿ ਦੋ ਕਿ ਭਾਈ ਸਾਡੀਆਂ ਪਾਰਟੀਆਂ ਦੇ ਪ੍ਰਧਾਨ ਹਰ 3 ਦਿਨ ਬਾਅਦ ਡਿਬੇਟ ਕਰਿਆ ਕਰਨਗੇ। ਅਸੀਂ ਇੱਥੇ ਸੱਦਾ ਦਿੰਨੇ ਕਿ ਭਾਈ ਪ੍ਰਾਈਮ ਏਸ਼ੀਆ ਤੇ ਕਰ ਲਓ ਕਿ ਅਸੀਂ ਪੰਜਾਬ ਦੇ ਮੁੱਦਿਆਂ ਤੇ ਡਿਬੇਟ ਕਰਾਂਗੇ। ਅਸੀਂ ਰੈਲੀਆਂ ਕਰਨੀਆਂ ਕਰਾਉਣੀਆਂ ਨਹੀਂ ਜਿੱਥੇ ਸਾਨੂੰ ਕਿਰਾਏ ਭਾੜੇ ਖਰਚ ਕੇ ਬੱਸਾਂ ਕਰਨੀਆਂ ਪੈਂਦੀਆਂ, ਜਿੱਥੇ ਸਾਨੂੰ ਲੋਕਾਂ ਨੂੰ ਇਕੱਠੇ ਕਰਨਾ ਪੈਂਦਾ, ਕੋਵਿਡ ਦਾ ਖਤਰਾ ਵੱਧਦਾ, ਝੂਠ ਸੱਚ ਬੋਲਣੇ ਪੈਂਦੇ ਆ। ਮੁਫਤ ਦੀ ਗੱਲੇ ਕੋਈ ਨਹੀਂ। ਤੁਸੀਂ ਇੱਕ ਦਿਨ ਐਜੂਕੇਸ਼ਨ ਤੇ ਡਿਬੇਟ ਰੱਖੋ, ਦੂਸਰੇ ਦਿਨ ਤੁਸੀਂ ਹੈਲਥ ਤੇ ਡਿਬੇਟ ਰੱਖੋ, ਤੀਸਰੇ ਦਿਨ ਰੁਜ਼ਗਾਰ ਤੇ ਡਿਬੇਟ ਰੱਖੋ, ਚੌਥੇ ਦਿਨ ਵਿੱਤੀ ਸਥਿਤੀ ਤੇ ਡਿਬੇਟ ਰੱਖੋ, ਪੰਜਵੇਂ ਦਿਨ ਵਾਤਾਵਰਣ ਦੇ ਉੱਤੇ ਡਿਬੇਟ ਰੱਖੋ। ਇਸ ਗੱਲ ਨੇ ਪੰਜਾਬ ਦਾ ਭਲਾ ਬਿਲਕੁਲ ਨਹੀਂ ਜੇ ਕਰਨਾ। ਮੈਂ ਇੱਥੇ ਵੀ ਕਹਿਣਾ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਵੀ ਸੋਚੇ ਵਿਚਾਰੇ ਕਿ ਭਾਈ ਕਾਰਨ ਕੀ ਹੈ, ਕਿਉਂ ਵਿਰੋਧ ਹੁੰਦਾ ਹੈ, ਕਿਤੇ ਅਜੇ ਕੁਝ ਹੋਰ ਕਰਨ ਵਾਲਾ ਹੈ, ਜਾਣੀ ਕਿਹੜਾ ਹੋਰ ਕੰਮ ਹੈ ਜਿਹਦੇ ਨਾਲ ਕਰਕੇ ਆਪਾਂ ਆਪਣਾ ਰਾਹ ਥੋੜ੍ਹਾ ਜਿਹਾ ਸੁਖਾਲਾ ਹੋਰ ਕਰ ਲਈਏ। ਪਰ ਜੇ ਡਿਬੇਟ ਵਾਲੇ ਪਾਸੇ ਨਾ ਚੱਲੇ, ਜੇ ਸ਼ਕਤੀ ਪ੍ਰਦਰਸ਼ਨ ਵਾਲੇ ਪਾਸੇ ਚੱਲ ਰਿਹਾ ਤਾਂ ਪੰਜਾਬ ਦੇ ਲੋਕਾਂ ਨੂੰ ਮੁੱਦਿਆਂ ਤੋਂ ਭਟਕਾ ਕੇ ਫਿਰ ਇੱਥੇ ਸਿੱਟਣਾ ਜਿੱਥੇ ਅੱਜ ਸਿੱਟਿਆ ਗਿਆ। ਦੇਖੋ ਗੱਲ ਇਹ ਆ WhatsApp ਵੀ ਡਿਬੇਟ ਕਿੱਦਾਂ ਹੋ ਸਕਦੀ। ਮੰਨ ਲਓ ਅਗਲਾ ਆਖੋ ਆਓ ਮੇਰੇ ਨਾਲ ਡਿਬੇਟ ਕਰੋ, ਕਹਿੰਦਾ ਜਾ ਤੁਰਿਆ ਜਾ, ਮੈਂ ਤੇਰੇ ਨਾਲ ਥੋੜਾ ਕਰਨੀ, ਮੈਂ ਤੇ ਫਲਾਣੇ ਲੀਡਰ ਨਾਲ ਕਰੂੰ। ਅਗਲਾ ਕੋ ਲੈ ਉਹਦੇ ਨਾਲ ਕਿਉਂ ਕਰੂੰ, ਉਹਦੇ ਨਾਲ ਤਾਂ ਤੁਹਾਡਾ ਫਲਾਣਾ ਲੀਡਰ ਕਰੇ, ਤੁਸੀਂ ਮੇਰੇ ਨਾਲ ਇਸ ਮੁੱਦੇ ਤੇ ਕਰੋ। ਅਜੇ ਤੱਕ ਤੇ ਉਹਨਾਂ ਦੀ ਇਹੀ ਸੈਟਿੰਗ ਨਹੀਂ ਹੋ ਰਹੀ ਵੀ ਭਾਈ ਸਾਹਿਬ ਕਿਹੜਾ ਲੀਡਰ ਕਿਹਦੇ ਬਰਾਬਰ ਹੈ। ਜਿਹੜਾ ਨਿੱਕੇ ਨਿਆਣੇ ਨੇ ਉਹਨਾਂ ਦਾ ਵੀ ਇੱਥੋਂ ਸਾਹਮਣੇ ਉਹ ਲੀਕਾਂ ਮਾਰ ਕੇ ਜੋੜ ਕੇ ਦੱਸੋ ਵੀ ਕਿਹੜਾ ਕਿਹਦੇ ਨਾਲ ਜੁੜਦਾ ਹੈ। ਉੱਦਾਂ ਦੀਆਂ ਲੀਕਾਂ ਮਾਰਨ ਬਹਿ ਜਾਂਦੇ ਆ ਲੀਡਰ, ਤੇ ਜੇ ਆਪਾਂ ਉਹਨਾਂ ਕੋਲ ਇਹ ਭਾਲੀਏ ਵੀ ਤੁਸੀਂ ਕੁਛ ਨਾ ਕੁਛ ਪੰਜਾਬ ਦਾ ਕਰ ਦੇਣਾ, ਉਹਦੀ ਆਸ ਘੱਟ ਆ।
ਦੂਜੀ ਗੱਲ ਮੈਨੂੰ ਇੱਕ ਗੱਲ ਹੋਰ ਵੀ ਲੱਗਦੀ ਬਾਠ ਸਾਹਿਬ ਵੀ ਇਹ ਸਾਰੇ ਘਟਨਾਕ੍ਰਮ ਨੇ ਨਾ, ਜਿਹੜੀ ਰਾਜਨੀਤੀ ਹੈ ਉਹਦੇ ਵਿੱਚ ਵੀ ਤੁਸੀਂ ਇਹ ਦੇਖੋ ਵੀ ਕੱਲ੍ਹ ਤੱਕ ਬੰਦਿਆਂ ਦੇ ਵਿੱਚ ਲੀਕ ਖਿੱਚੀ ਨਜ਼ਰ ਆਉਂਦੀ ਸੀ, ਇਹ ਕਾਂਗਰਸ ਵਾਲੇ, ਅਕਾਲੀ ਦਲ ਵਾਲੇ, ਆਮ ਆਦਮੀ ਪਾਰਟੀ ਵਾਲੇ, ਬੀਜੇਪੀ ਵਾਲੇ। ਜੇ ਆਪਾਂ ਅੱਜ ਦੇ ਬਿਆਨਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਕਾਂਗਰਸ ਦੇ ਵਿੱਚੋਂ ਵੀ ਬੰਦੇ ਇੱਧਰ ਉੱਧਰ ਨਜ਼ਰ ਆਉਣਗੇ, ਜਿਹੜੇ ਬੰਦੇ ਖੁਦ ਇਸ ਘਟਨਾ ਨੂੰ ਕਹਿੰਦੇ, ਕੋਈ ਕਹਿੰਦਾ ਚੰਗੀ, ਕੋਈ ਕਹਿੰਦਾ ਬਹੁਤ ਮਾੜੀ। ਤੁਹਾਨੂੰ ਇਸੇ ਜਿਵੇਂ ਅਕਾਲੀ ਦਲ 'ਚੋਂ ਬੰਦੇ ਨਜ਼ਰ ਆਉਣਗੇ, ਇਹ ਤਾਂ ਜੀ ਠੀਕ ਹੈ ਹੋਣਾ ਹੀ ਸੀਗਾ ਜਦੋਂ ਉਹਨਾਂ ਨੇ ਹੁਣ ਮਤਲਬ ਜੋ ਕੀਤਾ ਭੁਗਤਣ। ਕੁਝ ਬੰਦੇ ਕਿ ਨਾ 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 ਜੀ ਆਹ ਦੇਖੋ ਜੀ ਸਾਰਾ ਕੁਛ ਤਾਂ ਰਾਜਨੀਤੀ ਨੇ ਕਰਤਾ। ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਕੱਲ੍ਹ ਤੱਕ ਉਹ ਜਿਵੇਂ ਮਰਜ਼ੀ ਕਹਿੰਦੇ ਹੁਣ ਵੀ ਨਿੰਦਿਆ ਅੱਜ ਭਾਵੇਂ ਭਗਵੰਤ ਮਾਨ ਹੋਰਾਂ ਦੀ ਗੱਲ ਸੁਣ ਲਈਏ, ਭਾਵੇਂ ਆਪਾਂ ਰਾਘਵ ਚੱਡਾ ਹੋਰਾਂ ਦੀ ਗੱਲ ਸੁਣ ਲਈਏ, ਉਹ ਜਮਾਂ ਦੂਸਰੇ ਪਾਸੇ ਖੜੇ ਨਜ਼ਰ ਆਉਂਦੇ। ਹੁਣ ਇਹ ਸਾਰਾ ਕੁਝ ਜਦੋਂ ਚੇਂਜ ਹੁੰਦਾ ਨਜ਼ਰ ਆਉਂਦਾ ਹੋਊਗਾ ਅਤੇ ਜਿਹੜੇ ਬੰਦੇ ਇਹਨਾਂ ਸਾਰੇ ਲੀਡਰਾਂ ਦੇ ਪਿਛਲੇ ਦਿਨਾਂ ਦੇ ਬਿਆਨ ਸੁਣਦੇ ਹੋਣਗੇ, ਇਕਰਾਂ ਦੇ ਕਹਿੰਦੇ ਹੋਣੇ ਮੈਨੂੰ ਗੋਲੀ ਹਰਿਆ ਕੈਪਸੂਲ ਦਹੀਂ, ਪਤਾ ਨਹੀਂ ਨਾ ਅੱਜ ਜੀ ਕੁਛ ਨਾ ਔਖਾ ਜਿਹਾ। ਨਹੀਂ ਬਿਲਕੁਲ ਹੈ ਨਾ ਵੀ ਹੁਣ ਦੇਖੋ ਤੁਸੀਂ ਅਗਲਾ ਕਹਿੰਦਾ ਯਾਰ ਇਹ ਕੱਲ੍ਹ ਤੱਕ ਐਂ ਕਹਿੰਦਾ ਇਹ ਬੰਦਾ ਅੱਜ ਇੱਦਾਂ ਕਹੀ ਜਾਂਦਾ, ਕਰੀਏ ਕੀ? ਸੰਧਾਲੀਆ ਸਾਹਿਬ ਕਰਨਾ ਪਤਾ ਕੀ ਹੈ, ਉਹਦਾ ਤੋੜ ਕੈਪਟਨ ਅਮਰਿੰਦਰ ਸਿੰਘ ਨੇ ਦੱਸਤਾ। ਅੱਛਾ, ਉਹ ਕਹਿੰਦੇ ਹੈ ਨਹੀਂ ਇੱਥੇ ਅਮਨ ਕਾਨੂੰਨ ਦੀ ਰਾਸ਼ਟਰਪਤੀ ਰਾਜ ਲਾ ਦਿਓ। ਹਾਂ ਨਹੀਂ ਉਹ ਤਾਂ ਕਹਿਤਾ ਹੈ ਨਾ, ਸਿੱਧਾ ਹੀ ਕੰਮ ਹੋ ਗਿਆ ਪੂਰਾ। ਮੈਂ ਸੋਚਦਾ ਸੀ ਕਿ ਬੜੀ ਹੱਦ ਨਤੀਜਾ ਕੀ ਨਿਕਲਦਾ ਹੈ ਜਾਣੀ ਇਸ ਘਟਨਾਕ੍ਰਮ ਦਾ, ਜਾਂ ਤਾਂ ਸਥਿਤੀ ਆਹੀ ਰਹਿ ਜੂ। ਇੱਥੇ ਕੀ ਹੈ, ਸਕੂਟੀ 2000 1000 ਰੁਪਈਆ 700 ਰੁਪਈਆ 600 ਰੁਪਈਆ ਮੁਫਤ, ਤੇ ਜੇ ਹੋਰ ਸਖਤ ਨਤੀਜਾ ਨਿਕਲਦਾ ਰਾਸ਼ਟਰਪਤੀ ਰਾਜ ਦੇ ਰੂਪ 'ਚ ਨਿਕਲਦਾ। ਜਾਣੀ ਪੰਜਾਬ ਨੇ ਖੱਟਿਆ ਕੀ, ਰੌਲਾ ਇਸ ਗੱਲ ਦਾ। ਦੂਸਰੀ ਮੈਨੂੰ ਇੱਕ ਹੋਰ ਕਹਾਣੀ ਜਿਹੜੀ ਲੱਗਦੀ ਹੈ ਉਹ ਇਹ ਲੱਗਦੀ ਹੈ ਕਿ ਸਾਨੂੰ ਇਹ ਸੋਚਣਾ ਵਿਚਾਰਨਾ ਪਊਗਾ, ਕਿਉਂਕਿ ਜਾਖੜ ਸਾਹਿਬ ਨੇ ਕਿਹਾ ਸੀ ਕਿ ਸਹਿਣ ਨਹੀਂ ਕੀਤਾ ਜਾ ਸਕਦਾ, ਸਿਕਿਉਰਿਟੀ ਦੇਣੀ ਚਾਹੀਦੀ ਹੈ। ਭਗਵੰਤ ਮਾਨ ਸਾਹਿਬ ਹੋਰਾਂ ਨੇ ਵੀ ਕਿਹਾ ਕਿ ਭਾਈ ਸਿਕਿਉਰਿਟੀ ਤਾਂ ਬਣਦੀ ਹੈ ਨਾ, ਸੁਰੱਖਿਆ ਪੂਰੀ ਦਿੱਤੀ ਜਾਵੇ। ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਨਾ, ਅਮਨ ਕਾਨੂੰਨ ਦੀ ਸਥਿਤੀ ਤਾਂ ਹੈ ਹੀ ਨਹੀਂ। ਉਹ ਕਹਿੰਦੇ ਪੁਲਿਸ ਹੀ ਸਾਰੀ ਰਾਜਨੀਤਿਕ ਹੋ ਗਈ। ਮਤਲਬ ਜਦੋਂ ਕਹਿੰਦੇ ਵੀ ਸਾਡੇ ਕੋਲੇ ਪੁਲਿਸ ਸੀਗੀ, ਐਨ ਸ਼ਾਸਨ ਦੇ ਵਿੱਚ ਰਹਿੰਦੀ ਸੀ ਪੁਲਿਸ ਜੀ। ਇਹ ਹੁਣ ਕਾਂਗਰਸ ਪਾਰਟੀ ਨਾਲ ਸਾਰੀ ਸਿਆਸੀ ਬਣਾ ਰਹੀ ਪੁਲਿਸ, ਅਚਾਨਕ ਹੋਈ। ਇਹ ਮੈਨੂੰ ਸਮਝ ਨਹੀਂ ਆਈ ਵੀ ਕਿੱਦਾਂ। ਮਤਲਬ ਮੈਂ ਇੱਥੇ ਇੱਕ ਹੋਰ ਸਵਾਲ ਸਾਹਮਣੇ ਰੱਖਣ ਲੱਗਾ ਤੁਹਾਡੇ, ਤੁਸੀਂ ਵੱਡੇ ਹੋ ਹਰ ਤਰ੍ਹਾਂ, ਅੱਛਾ ਫਸਾ ਦੇ ਹੁਣ ਮੈਨੂੰ। ਹਾਂ, ਉਹਦੇ ਹਿਸਾਬ ਨਾਲ ਜਵਾਬ ਦੇ ਸਕਦੇ ਹੋ। ਮੈਂ ਕਹਿੰਦਾ ਕਿ ਅੱਜ ਭਾਰਤੀ ਜਨਤਾ ਪਾਰਟੀ ਕੈਪਟਨ ਸਾਹਿਬ ਤੇ ਢੀਂਡਸਾ ਸਾਹਿਬ ਦਾ ਗੱਠਜੋੜ ਹੈ। ਜੇ ਕੋਈ ਬੰਦਾ ਪੱਟਾਂ ਤੇ ਥਾਪੀ ਮਾਰ ਕੇ ਇਹ ਆਖਦਾ ਕਿ ਨਹੀਂ ਭਾਈ ਉਹ ਸਰਕਾਰ ਬਣਾਉਣ ਜੋਗੇ, ਤਾਂ ਅੱਜ ਦੀ ਤਰੀਕ 'ਚ ਨਹੀਂ ਹੈਗੇ। ਅੱਜ ਦੀ ਤਰੀਕ 'ਚ ਤਾਂ ਕੋਈ ਵੀ ਪਾਰਟੀ ਸਰਕਾਰ ਨਹੀਂ ਬਣਾਉਂਦੀ ਪੰਜਾਬ 'ਚ, ਪਰ ਉਹਨਾਂ ਦੇ ਲਈ ਰਸਤਾ ਸਭ ਤੋਂ ਔਖਾ ਆ। ਚਾਹੇ ਤਿੰਨੋਂ ਧਿਰਾਂ ਰਲ ਗਈਆਂ ਨੇ, ਕਿਉਂਕਿ ਕੈਪਟਨ ਸਾਹਿਬ ਨੇ ਅਜੇ ਪਾਰਟੀ ਬਣਾਉਣੀ ਹੈ, ਢੀਂਡਸਾ ਸਾਹਿਬ ਨੇ ਜਿੰਨੀ ਕੁ ਬਣੀ ਸੀਗੀ ਉਨੀ ਕੁ ਵੀ ਸਾਂਭ ਨਹੀਂ ਹੋਈ। ਭਾਰਤੀ ਜਨਤਾ ਪਾਰਟੀ ਨੇ ਤਾਂ ਅਜੇ ਬਹੁਤੇ ਸੂਬੇ ਦੇ ਵਿੱਚ ਲੋਕ ਲਿਆਉਣੇ ਆ, ਉਹ ਜਿੰਨੇ ਕੁ ਲਿਆਉਂਦੇ ਆ, ਜਦੋਂ ਤੱਕ ਉਹ 7 ਹੋਰ ਲਿਆਉਂਦੇ, ਪਹਿਲੇ 6 ਦੇ ਵਿੱਚੋਂ 2 ਮੁੜ ਗਏ ਹੁੰਦੇ ਆ। ਮੰਨ ਲੈਂਦੇ ਆ ਸਾਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਗੱਲ ਹੈ, ਹਰ ਧਿਰ ਦੇ ਨਾਲ ਤੁਸੀਂ ਜੁੜੇ ਆ। ਮੰਨ ਲਓ ਕਿ ਭਾਜਪਾ ਦੀ ਉਸ ਰੈਲੀ 'ਚ ਕੋਈ ਵੀ ਨਹੀਂ ਆਇਆ, ਮੰਨ ਲਓ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਆਉਣਾ ਹੀ ਨਹੀਂ ਸੀ, ਮੰਨ ਲਓ ਭਾਜਪਾ ਨੇ ਰੈਲੀ ਰੱਖੀ ਨਹੀਂ, ਫੇ ਜਾਣੀ ਉਹਦੇ ਤੋਂ ਬਾਅਦ ਕੀ ਪੰਜਾਬ ਦੇ ਕੋਲੇ ਉਹਨਾਂ ਤੋਂ ਬਿਨਾਂ, ਮੈਂ ਨਹੀਂ ਕਹਿੰਦਾ ਕਿ ਉਹ ਆਉਣ ਜਿੱਤਣ ਹਾਰਨ ਉਹ ਵੱਖਰੀ ਗੱਲ ਹੈ, ਚੀਜ਼ ਨੂੰ ਆਪਾਂ ਭੁੱਲ ਹੀ ਜਾਂਦੇ ਆ ਕਿ ਉਹਨਾਂ ਨੇ ਫਿਰੋਜ਼ਪੁਰ ਦੇ ਵਿੱਚ ਕੋਈ ਰੈਲੀ ਕਰਨੀ ਸੀ, ਆਪਾਂ ਭੁੱਲ ਹੀ ਜਾਂਦੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਆਉਣਾ ਸੀ, ਆਪਾਂ ਭੁੱਲ ਜਾਂਦੇ ਆ ਕਿ ਇਹ ਸਾਰਾ ਕੁਝ ਹੋਇਆ। ਆਪਾਂ ਸਿਰਫ ਇੱਕੋ ਗੱਲ ਚੇਤੇ ਰੱਖਦੇ ਆ ਕਿ ਜੇ ਉਹ ਨਹੀਂ ਸੀ ਤਾਂ ਕੀ ਬਾਕੀ ਜੋ ਪੰਜਾਬ 'ਚ ਇਸ ਵੇਲੇ ਚੱਲ ਰਿਹਾ ਮੁਫਤਖੋਰੀ ਦਾ ਰੁਝਾਨ, ਠੂਠੇ ਫੜਾਉਣ ਦਾ ਰੁਝਾਨ, ਮੰਗ ਖਾਣੇ ਬਣਾਉਣ ਦਾ ਰੁਝਾਨ, ਕੋਈ ਪੰਜਾਬ ਦੇ ਲਈ ਪਾਲਿਸੀ ਨਹੀਂ, ਕੀ ਉਹਦੇ ਵਿੱਚ ਫਿਰ ਸੰਤੁਸ਼ਟੀ ਹੈ? ਜਾਣੀ ਸਾਡਾ ਟੀਚਾ, ਸਾਡਾ ਏਜੰਡਾ ਇਹ ਨਹੀਂ ਕਿ ਕਿਸੇ ਪਾਰਟੀ ਦੀ ਰੈਲੀ ਖਾਲੀ ਰਹਿ ਗਈ, ਉਹ ਟੀਚਾ ਤਾਂ ਭਲਿਓ ਮਾਨਸੋ ਇਹ ਹੋਣਾ ਚਾਹੀਦਾ ਕਿ ਨਿਆਣੇ ਬਿਮਾਰੀ ਤੋਂ ਕਿੱਦਾਂ ਬਚਾਉਣੇ ਆ, ਸਰਕਾਰੀ ਸਕੂਲ ਕਾਲਜ ਟਰਾਂਸਪੋਰਟ ਪੈਰਾਂ ਸਿਰ ਕਿੱਦਾਂ ਲਿਆਉਣੀ ਹੈ, ਕਰਜ਼ਾ ਲਾਉਣਾ ਕਿੱਦਾਂ, 4 ਪੈਸੇ ਆਉਣੇ ਕਿੱਥੋਂ ਆ, ਇੰਡਸਟਰੀ ਤੇ ਖੇਤੀਬਾੜੀ ਦਾ ਆਪਾਂ ਕਰਨਾ ਕੀ ਹੈ। ਸਾਰੀ ਦੀ ਸਾਰੀ ਬਹਿਸ ਤੁਸੀਂ ਦੇਖੋ ਇੱਕ ਘਟਨਾ ਦੇ ਕਰਕੇ ਪੰਜਾਬ ਵਿਧਾਨ ਸਭਾ ਦੀ ਚੋਣ ਤੋਂ ਪਹਿਲਾਂ ਚਲੇ ਕਿੱਧਰ ਨੂੰ ਗਈ। ਇਹੀ ਰਾਜਨੀਤੀ ਹੈ। ਇਹ ਰਾਜਨੀਤੀ ਤੇ ਹੈਗੀ ਆ। ਤੇ ਇੱਕ ਗੱਲ ਆਪਾਂ ਇਹਦੇ 'ਚ ਹੋਰ ਜ਼ਿਕਰ ਕਰੀਏ, ਮੈਂ ਨਾ ਕੁਦਰਤੀ ਸੋਚਦਾ ਸੀ ਵੀ ਜੇ ਹੁਣ ਆਪਾਂ ਕੱਲ੍ਹ ਦੇ ਦਿਨ ਦੀ ਗੱਲ ਕਰੀਏ, ਕੱਲ੍ਹ ਦਾ ਦਿਨ ਸ਼ਾਮਾਂ ਤਕਾਲਾਂ ਪੰਜਾਬ ਦੇ ਹਿਸਾਬ ਨਾਲ, ਰਾਤ ਦੀ ਵੀ ਗੱਲ ਕਰ ਲਈਏ, ਹੁਣ ਜਿਹੜੇ ਘਰ ਦੇ ਵਿੱਚ ਕੋਈ ਜੀ ਢਿੱਲਾ ਮੱਠਾ ਜੀ, ਇਹ ਤੇ ਹੈ ਨਹੀਂ ਵੀ ਜੇ ਮੰਨ ਲਓ ਵੀ ਬਾਪੂ ਦੀ ਦਵਾਈ ਮੁੱਕੀ ਆ ਤੇ ਅਚਾਨਕ ਦਵਾਈ ਆ ਗਈ, ਕਹਿੰਦੇ ਕਿਉਂ ਆਈ, ਕਹਿੰਦੇ ਤੈਨੂੰ ਨਹੀਂ ਪਤਾ ਉੱਥੇ ਰੈਲੀ ਦਾ ਰੌਲਾ ਪਿਆ ਸੀ, ਆ ਚੁੱਕੋ ਦਵਾਈ। ਜਾਂ ਹੋ ਸਕਦਾ ਵੀ ਕਿਸੇ ਦਾ ਕੋਈ ਗਰੀਬ ਦਾ ਕੋਈ ਲੈਣਾ ਦੇਣਾ ਦੇਣ ਵਾਲਾ ਹੋਵੇ, ਅਗਲੇ ਨੇ ਗਲ 'ਚ ਅੰਗੂਠਾ ਦਿੱਤਾ ਹੋਵੇ ਵੀ 3 ਦਿਨਾਂ 'ਚ ਪੈਸੇ ਮੋੜਨੀ ਤੇ ਮੈਂ ਕਰ ਦੂੰ, ਅਚਾਨਕ ਉਹ ਆਣ ਕੇ ਨਹੀਂ 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 ਤੇਰੇ ਕੋਲੋਂ ਪੈਸੇ ਲੈਣੇ ਨਹੀਂ ਆਪਾਂ, ਕਿਉਂ ਜੀ ਰੈਲੀ ਸੀ ਨਾ ਉੱਥੇ ਤਾਂ ਕਰਕੇ। ਜਾਂ ਕੋਈ ਇੱਦਾਂ ਹੋਵੇ ਕੋਈ ਕਿਸੇ ਦਾ ਕੋਈ ਬਹੁਤ ਕੋਈ ਫਸਿਆ ਕੰਮ ਹੋਵੇ, ਅਗਲਾ ਆਖੇ ਵੀ ਯਾਰ ਮੈਂ ਬੜਾ ਨਪੀੜਿਆ ਪਿਆ, ਕਦੀ ਇੱਥੇ ਮੱਥਾ ਟੇਕ, ਕਦੀ ਉੱਥੇ ਦਰ 'ਤੇ ਜਾ ਕੇ ਸੁੱਖਣਾ ਸੁੱਖਦਾ ਹੋਵੇ, ਅਚਾਨਕ ਉਹਦਾ ਕੰਮ ਉਹ ਮਸਲਾ ਹੱਲ ਹੋ ਗਿਆ ਹੋਵੇ, ਕਹਿੰਦੇ ਕਿਉਂ, ਕਹਿੰਦੇ ਰੈਲੀ ਦਾ ਰੌਲਾ ਸੀ, ਤੈਨੂੰ ਸੁਣਿਆ ਨਹੀਂ, ਤਾਂ ਪਤਾ ਨਹੀਂ ਲੱਗਾ ਤੈਨੂੰ। ਇਹਦਾ ਮਤਲਬ ਇਹ ਹੋ ਗਿਆ
ਵੀ ਪੰਜਾਬ ਦੇ ਵਿੱਚ ਜਿਸ ਬੰਦੇ ਦੀ ਨਿੱਕੇ ਤੋਂ ਲੈ ਕੇ ਵੱਡੀ ਤਕਲੀਫ, ਭਾਵੇਂ ਕਿ ਹਸਪਤਾਲ ਦੀ ਲਾ ਲਓ, ਸਕੂਲ ਕਾਲਜ ਦੀ, ਕੋਈ ਕਰਜ਼ੇ ਦੀ, ਕੋਈ ਕੰਮਕਾਰ ਦੀ, ਕਿਸੇ ਬੇਰੁਜ਼ਗਾਰੀ ਦੀ, 100 ਚੀਜ਼ਾਂ ਹੁੰਦੀਆਂ, ਉਹ ਸਾਰੇ ਕੁਝ ਤਾਂ ਹੱਲ ਨਹੀਂ ਹੋਏ। ਅਤੇ ਜਿੱਧਰ ਨੂੰ ਆਪਾਂ ਲੈ ਕੇ ਜਾ ਰਹੇ ਹਾਂ, ਤੁਸੀਂ ਇਹ ਦੇਖੋ ਵੀ ਆਮ ਬੰਦੇ ਨੂੰ ਜੇ ਸਾਰੇ ਕੁਝ 'ਚ ਇੰਨੀ ਟੈਨਸ਼ਨ ਆ, ਜਿਹੜਾ ਬੰਦਾ ਅੱਗੇ ਹੀ ਦੁਖੀ ਉਹਦਾ ਕੀ ਹਾਲ ਹੋਇਆ ਹੋਊਗਾ। ਨਹੀਂ, ਉਹ ਬਹੁਤ ਅਜੀਬੋ-ਗਰੀਬ ਸਥਿਤੀ ਹੈ। ਸੰਧਾਲੀਆ ਸਾਹਿਬ, ਜਦੋਂ ਇਹ ਸਾਰੀ ਘਟਨਾ ਘਟ ਰਹੀ ਸੀ ਨਾ, ਐਸਐਸ ਬੋਰਡ ਦੇ ਦਫ਼ਤਰ ਦੇ ਮੂਹਰੇ 1100 ਤੇ ਕੁਛ ਪਟਵਾਰੀ ਦੀ ਭਰਤੀ ਦੇ ਲਈ ਜਿਹੜੇ ਕੈਂਡੀਡੇਟ ਨੇ ਉਹ ਉੱਥੇ ਬੈਠੇ ਸੀ, ਕਿਉਂਕਿ ਉਹ ਥੋੜਾ ਹੀ ਸਮਾਂ ਹੋਇਆ ਨਾ। ਅੱਜ ਜਿਹੜੇ ਕਹਿੰਦੇ ਆ ਜੀ ਸਿਕਿਉਰਿਟੀ ਟਾਈਟ ਸੀ, ਇਦਾਂ ਦੀ ਕੋਈ ਗੱਲ ਨਹੀਂ ਸੀ। ਪਿਛਲੇ ਸਾਲ ਜਨਵਰੀ ਦੇ ਵਿੱਚ ਪਟਵਾਰੀਆਂ ਦੀ ਭਰਤੀ ਸ਼ੁਰੂ ਕੀਤੀ ਸੀ, ਜਨਵਰੀ ਆ ਗਿਆ, 2 ਕਹਿੰਦੇ ਟੈਸਟ ਰਹਿ ਜਾ ਚੁੱਕੇ ਆ, ਰਿਜ਼ਲਟ ਆ ਗਿਆ, 2 ਵਾਰੀ ਕਾਉਂਸਲਿੰਗ ਹੋ ਗਈ ਆ। ਸਾਨੂੰ ਅਜੇ ਇਹ ਨਹੀਂ ਪਤਾ ਲੱਗਦਾ ਸਾਨੂੰ ਇਹਨਾਂ ਨੇ ਪਟਵਾਰੀ ਰੱਖਣਾ ਕਿ ਨਹੀਂ ਰੱਖਣਾ, ਤੇ ਇੱਕ ਅੱਧੇ ਦਿਨ ਦੇ ਵਿੱਚ ਕੋਡ ਆਫ ਕੰਡਕਟ ਦਾ ਐਲਾਨ ਹੋ ਸਕਦਾ। ਹੋਰ ਸੁਣੋ, ਸਬ ਇੰਸਪੈਕਟਰ, ਕਾਂਸਟੇਬਲ, ਇਹਦੇ ਤੋਂ ਇਲਾਵਾ ਕਲਰਕ, IT ਵਾਲੇ ਕਲਰਕ, ਫਿਰ ਜਿਹੜੇ ਵਾਚਮੈਨ ਨੇ ਇੱਕ ਡਿਪਾਰਟਮੈਂਟ ਦੇ, ਉਹਨਾਂ ਦੀ ਗੱਲ, ਇਹਦੇ ਤੋਂ ਇਲਾਵਾ ਨਰਸਰੀ ਟੀਚਰ ਟ੍ਰੇਨਿੰਗ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਦਾ ਮਸਲਾ ਹੈ, ਜਿਹੜੇ ਗੈਸਟ ਫੈਕਲਟੀ ਵਾਲੇ ਲੈਕਚਰਾਰ ਨੇ, ਜਾਂ ਜਿਹੜੇ 1100 ਦੇ ਕਰੀਬ ਪ੍ਰਗਟ ਸਿੰਘ ਹੋਰਾਂ ਨੇ ਐਲਾਨ ਕੀਤਾ ਸੀ ਕਿ ਆਪਾਂ ਸਹਾਇਕ ਪ੍ਰੋਫੈਸਰ ਰੱਖਣੇ ਆ, ਉਹ ਐਨ ਧੁਰ ਚੜ੍ਹ ਹੀ ਚੱਲਿਆ ਸੀ, ਅਦਾਲਤ ਦੇ ਵਿੱਚ ਪੇਚਾ ਪਿਆ, ਕੱਲ੍ਹ ਨੂੰ ਤਰੀਕ ਹੈ। ਉਹ ਸਾਰੇ ਹੀ ਕੀ ਸੋਚਦੇ ਹੋਣਗੇ, ਨਰਸ ਬੀਬੀਆਂ ਨੇ, ਕੰਪਿਊਟਰ ਆਪਰੇਟਰ ਨੇ, ਇਹਦੇ ਤੋਂ ਇਲਾਵਾ ਜਿਹੜੇ ਮੀਟਰ ਰੀਡਰ ਨੇ, ਇੱਕ ਨਹੀਂ ਹੈ, ਬਹੁਤ ਸਾਰੇ ਨੇ। ਉਹਨਾਂ ਨੂੰ ਐਂ ਲੱਗਦਾ ਸੀ ਕਿ ਭਾਈ 2 ਦਿਨ ਰਹਿ ਗਏ ਆ, ਮੀਡੀਆ ਵਾਲੇ ਸਾਡੀ ਗੱਲ ਕਰਨਗੇ, ਸਰਕਾਰ ਕੋਈ ਨਾ ਕੋਈ ਫੈਸਲਾ ਕਰ ਦਊ। ਉਹ ਇਦਾਂ ਬੈਠੇ ਆ ਉੱਪਰਲੇ ਪਾਸੇ ਟੈਂਕੀਆਂ ਦੇ ਉੱਤੇ, ਥੱਲਿਓਂ ਦੀ ਕਦੇ ਇਸ ਰੈਲੀ ਨੂੰ ਹੋ ਜਿੰਦਾਬਾਦ ਜਿੰਦਾਬਾਦ, ਉਸ ਰੈਲੀ ਨੂੰ ਜਿੰਦਾਬਾਦ, ਉਹਨਾਂ ਦੀ ਗੱਲ ਹੀ ਨਹੀਂ ਸੁਣਦਾ। ਵੋਟਰ ਉਹ ਨੇ, ਸਾੜ ਹੋ ਰਹੇ ਨੇ, ਭੁੱਜ ਹੋ ਰਹੇ ਨੇ, ਤੇ ਅਸੀਂ ਗੱਲ ਕਿੱਧਰਲੇ ਪਾਸੇ ਲੈ ਗਏ ਆ। ਬਸ ਆਹੀ ਤੇ ਸਿਆਸਤ ਆ। ਪਰ ਚਲੋ ਆਪਾਂ ਆਸ ਕਰਦੇ ਹਾਂ ਵੀ ਸ਼ਾਇਦ ਹੋਣੀ, ਮਤਲਬ ਇਹ ਸਾਰੇ ਕੁਛ ਨੂੰ ਮਾਹੌਲ ਚਾਲ ਨੂੰ ਦੇਖਦੇ ਹਾਂ, ਕੋਈ ਜਿਹੜੇ ਸਿਆਣੇ ਲੀਡਰ ਨੇ, ਜਦੋਂ ਆਪਾਂ ਲੀਡਰ ਸ਼ਬਦ ਵਰਤਦੇ ਹਾਂ, ਲੀਡਰ ਦਾ ਮਤਲਬ ਜਿਹਨੇ ਲੋਕਾਂ ਨੂੰ ਲੀਡ ਕਰਨਾ, ਜਿਹੜਾ ਸਭ ਤੋਂ ਅੱਗੇ ਹੋਵੇ, ਮੋਹਰੇ ਹੋਵੇ, ਜਿਹਨੂੰ ਪਤਾ ਹੋਵੇ ਵੀ ਆਹ ਲੋਕ ਮੇਰੇ ਨੇ, ਮੈਂ ਇਹਨਾਂ ਦਾ ਭਲਾ ਕਰਨਾ ਜੀ, ਉਹਨਾਂ ਵਾਲੇ ਪਾਸਿਓਂ। ਮੈਂ ਨਹੀਂ ਆਂਦਾ ਇੱਕ ਧਿਰ ਕਰੇ, ਮੈਂ ਨਾ ਸਾਰਿਆਂ 'ਚੋਂ ਜਿਹਨੂੰ ਲੱਗਦਾ ਵੀ ਮੈਂ ਚੰਗਾ ਜਾਂ ਮੈਂ ਅੱਗੇ ਕੋਈ ਸਵਾਰ ਸਕਦਾ, ਉਹ ਜ਼ਰੂਰ ਸਾਹਮਣੇ ਆਵੇ, ਜ਼ਰੂਰ ਉਹੋ ਜਿਹਾ ਕੁਛ ਨਾ ਕੁਛ ਫੈਸਲੇ ਲੈ ਜਾਣ, ਜਿਹਦਾ ਕਰਕੇ ਸਭ ਤੋਂ ਪਹਿਲਾਂ ਤੇ ਜਿਹੜਾ ਹੌਕਾ ਜਿਹਾ ਨਿਕਲਿਆ ਪੰਜਾਬ ਦੇ ਲੋਕਾਂ ਦਾ, ਉਹ ਦੂਰ ਹੋਵੇ। ਜ਼ਰੂਰੀ, ਜਿੱਦਾਂ ਮੈਂ ਅੱਗੇ ਕਿਹਾ ਵੀ ਇੱਕ ਨਾ ਉਹ ਜਿਹੜਾ ਬੰਦਾ ਵਿਚਾਰਾ ਦੁੱਖ 'ਚ ਅੱਗੇ ਹੀ ਮੁਸ਼ਕਲਾਂ 'ਚ ਪਿਸਿਆ ਪਿਆ, ਘੱਟੋ ਘੱਟ ਉਹਨੂੰ ਇਹ ਲੱਗੇ ਵੀ ਨਹੀਂ ਨਹੀਂ ਯਾਰ ਹੈਗੇ, ਕੁਛ ਨਹੀਂ ਆਇਆ, ਕੁਛ ਨਹੀਂ ਹੋਇਆ, ਆਪਾਂ ਸਾਂਭ ਲੈਣਾ ਜੀ। ਉਦੋਂ ਬਾਅਦ ਜਿਹੜਾ ਅਗਲੇ ਦਾ ਦੁੱਖ ਉਹਦੇ ਤੋੜ ਕੇ ਆਪਾਂ ਲਾਉਣੋਂ ਰਹੇ, ਐਟਲੀਸਟ ਉਹ ਇਹ ਤੇ ਆਸ ਕਰੇ ਵੀ ਅੱਜ ਨਹੀਂ ਕੱਲ੍ਹ ਤੁਸੀਂ ਭਾਵੇਂ ਰਾਸ਼ਟਰਪਤੀ ਰਾਜ ਲਾ ਕੇ ਕਰ ਦਿਓ, ਭਾਵੇਂ ਤੁਸੀਂ ਸਰਕਾਰ ਬਣਾ ਕੇ ਕਰ ਦਿਓ, 2-4-6 ਮਹੀਨਿਆਂ 'ਚ ਉਹਦੀਆਂ ਤਕਲੀਫਾਂ ਦੂਰ ਕਰ ਦਿਓ, ਮਸਲਾ ਹੱਲ। ਜ਼ਰੂਰੀ ਆ ਸੰਧਾਲੀਆ ਸਾਹਿਬ, ਨਿਰਪੱਖ ਜਾਂਚ ਹੋ ਜਾਵੇ ਕਿ ਭਾਈ ਕਿੱਥੇ ਕਮਿਊਨੀਕੇਸ਼ਨ ਗੈਪ ਰਿਹਾ। ਇਸ ਕਰਕੇ ਨਹੀਂ ਕਿ ਅਸੀਂ ਕਿਸੇ ਦਾ ਕਸੂਰ ਕਰਨਾ ਚਾਹੁੰਦੇ, ਕਿ ਭਵਿੱਖ ਦੇ ਵਿੱਚ ਇਹ ਕੁਛ ਨਾ ਹੋਵੇ। ਸੂਬਿਆਂ ਨੂੰ ਉਹਨਾਂ ਦਾ ਬਣਦਾ ਹੱਕ ਮਿਲੇ, ਸਾਰੇ ਬੰਦੇ ਚੰਗੇ ਤਰੀਕੇ ਆਪਣਾ ਕੰਮ ਕਰਨ, ਤੇ ਅਸੀਂ ਹੱਥ ਜੋੜਦੇ ਹਾਂ ਕਿ ਇਹਦੇ ਤੋਂ ਪਹਿਲਾਂ ਕਿ ਸਿਆਸਤਦਾਨ, ਉਹਨਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ, ਇਹ ਗੱਲ ਕਹਿਣ 'ਚ ਸਾਨੂੰ ਕੋਈ ਹਿਚਕਚਾਹਟ ਨਹੀਂ। ਜਿਹੜੀ ਵੀ ਧਿਰ ਹੈ ਉਹਨਾਂ ਨੇ ਪੰਜਾਬ ਦਾ ਸੋਧਾ ਨੁਕਸਾਨ ਕੀਤਾ, ਸਾਰੀਆਂ ਧਿਰਾਂ ਨੇ ਚੱਜ ਨਾਲ ਨਹੀਂ ਸੋਚਿਆ। ਹੋਰ ਨੁਕਸਾਨ ਹੁਣ ਨਾ ਕਰਿਓ। ਪੰਜਾਬ ਦੇ 3 ਕਰੋੜ ਲੋਕਾਂ ਦਾ ਬਿਲਕੁਲ ਕਸੂਰ ਨਹੀਂ ਹੋਊਗਾ ਜੇ ਰਾਸ਼ਟਰਪਤੀ ਰਾਜ ਲੱਗ ਜੂ। ਜੇ ਕਸੂਰ ਹੋਏਗਾ ਤਾਂ ਸਿਆਸੀ ਧਿਰਾਂ ਦੁਆਰਾ ਬੋਲੇ ਗਏ ਗਰਮ ਬੋਲਾਂ ਦਾ ਹੋਏਗਾ, ਕਿਉਂਕਿ ਉਹਨਾਂ ਨੇ ਲੀਡ ਕਰਨਾ ਸੀ, ਉਹਨਾਂ ਨੇ ਟੀਚ ਕਰਨਾ ਸੀ, ਉਹਨਾਂ ਨੇ ਕਿੱਦਾਂ ਦੀ ਲੀਡ ਕੀਤਾ, ਕਿੱਦਾਂ ਦਾ ਟੀਚ ਕੀਤਾ, ਉਹਦਾ ਨਤੀਜਾ ਸਾਡੇ ਸਾਹਮਣੇ ਜਿਹੜਾ ਉਹ ਆ ਜਾਣਾ। ਕਿਉਂਕਿ ਇੱਕ ਬੀਬੀ ਜੀ ਨੇ ਇਹ ਵੀ ਕਹਿਤਾ ਕਿ 84 ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕਰਕੇ ਅਸੀਂ ਤਾਂ ਹੀ ਕਹਿੰਦੇ ਕਿ ਲੋਕਾਂ ਦੇ ਮੁੱਦਿਆਂ ਤੇ ਰਹੋ, ਕਿਉਂਕਿ ਇਹਦੇ ਵਿੱਚੋਂ ਲੱਭਣਾ ਕੱਖ ਨਹੀਂ, ਸਿਰਫ ਇੱਕੋ ਚੀਜ਼ ਲੱਭ ਸਕਦੀ, ਇਹਨੂੰ ਨੁਕਸਾਨ ਕਹਿੰਦੇ ਆ। ਉਹੀ ਤਾਂ ਕਹਿ ਰਿਹਾ ਨਾ ਵੀ ਜਿੰਨੇ ਬਿਆਨ ਨੇ ਹਰੇਕ ਡਰਾਉਣ ਵਾਲਾ। ਮਤਲਬ ਮੈਂ ਨਾ ਵੀ ਜੇ ਜਾਂਚ ਕਰਨੀ ਤੇ ਸਾਰੀਆਂ ਚੀਜ਼ਾਂ ਦੀ ਹੋਣੀ ਚਾਹੀਦੀ ਹੈ ਨਾ, ਵੀ ਜੇ ਪ੍ਰਧਾਨ ਮੰਤਰੀ ਸਾਹਿਬ ਆਏ, ਉਹਨਾਂ ਨੂੰ ਕਿਹਨੇ ਕਿਹਾ ਵੀ ਇਸ ਰਸਤੇ ਚੱਲ ਜਾਓ, ਜੇ ਉੱਥੇ ਜਾ ਕੇ ਫਸ ਗਏ ਵੀ ਕੀ ਕਾਰਨ ਸੀ ਵੀ ਕਿਸੇ ਨੇ ਫੋਨ ਕੀਤਾ ਜਾਂ ਚੁੱਕਿਆ ਕਿ ਚੁੱਕਿਆ ਨਹੀਂ। ਇੱਕ ਚਰਚਾ ਇਹ ਵੀ ਚੱਲਦੀ ਹੈ ਵੀ ਉੱਥੇ ਜਿਹੜੇ ਵੱਡੇ ਪ੍ਰੋਟੋਕੋਲ ਦੇ ਹਿਸਾਬ ਨਾਲ ਵੱਡੇ ਅਫਸਰਾਂ ਨੇ ਨਾਲ ਚੱਲਣਾ ਹੁੰਦਾ, ਉਹ ਤਾਂ ਨਹੀਂ ਸੀ ਹੈਗੇ, ਗੱਡੀਆਂ ਸੀਗੀਆਂ ਨਾਲ ਉਹਨਾਂ ਦੀਆਂ, ਜੇ ਗੱਡੀਆਂ ਹੀ ਸੀਗੀਆਂ ਉਹ ਨਹੀਂ ਸੀ ਹੈਗੇ, ਕਿੱਧਰ ਗਏ ਸੀਗੇ। ਜੇ ਉਹ ਤੋਂ ਬਾਅਦ ਆਪਾਂ ਉਹ ਸਾਰੇ ਕੁਛ ਦੇ ਵਿੱਚ JP ਨੱਡਾ ਸਾਹਿਬ ਦੀ ਗੱਲ ਕਰ ਲਈ, ਉਹ ਕਹਿੰਦੇ ਉਹ ਤਾਂ ਕਲੀਅਰ ਹੀ ਹੈ ਜੀ, ਪੰਜਾਬ ਪੁਲਿਸ ਨੂੰ ਹਦਾਇਤਾਂ ਸੀ ਵੀ ਤੁਸੀਂ ਮਹਾਰਾਜ ਉੱਥੇ ਬੰਦੇ ਨਹੀਂ ਪਹੁੰਚਦੇ ਨੇ। ਅਸ਼ਵਨੀ ਸ਼ਰਮਾ ਸਾਹਿਬ ਕਹਿੰਦੇ, ਉਹ ਕਹਿੰਦੇ ਆਹ ਦੇਖ ਲਓ ਕਲੀਅਰ ਆ, ਸਾਰੇ ਪੰਜਾਬ ਸਾਨੂੰ ਥਾਂ ਥਾਂ ਰੋਕਿਆ, ਸਾਡੀ ਇੱਕ ਥੋੜ੍ਹਾ ਰੈਲੀ ਹੋਈ, ਸਾਡੀ ਤਾਂ ਪੂਰੇ ਪੰਜਾਬ 'ਚ ਰੈਲੀਆਂ ਹੋਈਆਂ ਜਿੱਥੇ ਜਿੱਥੇ ਸਾਡੇ ਬੰਦੇ ਰੋਕੇ। ਮੇਰੇ ਖਿਆਲ ਨਾਲ ਕਿੰਨੇ ਰੋਕਿਆ, ਕਿੰਨੇ ਨਹੀਂ ਰੋਕਿਆ, ਕਿੰਨੇ ਫੋਨ ਚੁੱਕਿਆ, ਕਿੰਨੇ ਫੋਨ ਨਹੀਂ ਚੁੱਕਿਆ, ਕਿੰਨੇ ਰਾਹ ਦੱਸਿਆ, ਕਿੰਨੇ ਰਾਹ ਨਹੀਂ ਦੱਸਿਆ, ਕਿਹੜੇ ਉਹ ਲੋਕ ਸੀ। ਕੁਝ ਲੋਕ ਇਹ ਕਹਿੰਦੇ ਜੀ ਉਹ ਜੀ ਫਲਾਣੇ ਕਿਸਾਨ ਸੀ, BJP ਵਾਲੇ ਲੀਡਰ ਕਹਿੰਦੇ ਕਿਸਾਨ ਹੈ ਹੀ ਨਹੀਂ ਸੀ, ਉਹ ਤਾਂ ਕਾਂਗਰਸ ਦੇ ਬੰਦੇ ਸੀ। ਕੁਝ ਕਹਿੰਦੇ ਵੀ ਉਹ ਲਾਗਲੇ ਬੰਦੇ ਆਖੀ ਜਾਂਦੇ ਯਾਰ ਅਸੀਂ ਤਾਂ ਬੰਦੇ ਨਹੀਂ ਪਛਾਣਦੇ ਕੌਣ ਸੀ ਉਹ, ਹੈ ਨਾ। ਉਹ ਮੇਰੇ ਖਿਆਲ ਨਾਲ ਇੱਕ ਨਹੀਂ ਕਈ ਗੱਲਾਂ ਨੇ, ਤੇ ਜੇ ਸਾਰੀਆਂ ਨੂੰ 10 ਦਿਨ ਲਾ ਲਓ, ਪਰ ਘੱਟੋ ਘੱਟ 11ਵੇਂ ਦਿਨ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਲਿਓ। ਇੱਕੋ ਹੀ ਗੱਲ ਆਖਰੀ, ਉਸ ਤੋਂ ਬਾਅਦ ਮਜੀਠੀਆ ਸਾਹਿਬ, ਸਿਆਸੀ ਪਾਰਟੀਆਂ ਭਾਵੇਂ ਭਾਜਪਾ ਹੈ, ਭਾਵੇਂ ਅਕਾਲੀ ਹੈ, ਭਾਵੇਂ ਆਮ ਆਦਮੀ ਪਾਰਟੀ, ਖਾਸ ਪਾਰਟੀ ਕੋਈ ਹੈ ਕਾਂਗਰਸ, ਸਾਰੇ ਇਹ ਜ਼ਰੂਰ ਧਿਆਨ ਰੱਖਣ ਕਿ ਬੰਦੇ ਢੋਣੇ ਕਿਉਂ ਪੈਂਦੇ ਆ।
ਲੈ ਦੱਸ। ਵੈਸੇ ਗੱਲ ਆ ਕਿ ਯਾਨੀ ਲੋਕ ਆਪ ਮੁਹਾਰੇ ਕਿਉਂ ਨਹੀਂ ਆਉਂਦੇ, ਬੰਦੇ ਢੋ ਢੋ ਕੇ ਕਿਉਂ ਲਿਜਾਣੇ ਪੈਂਦੇ ਆ ਕਿ ਭਾਈ ਉਤਰਨਾ ਨਹੀਂ ਹੈ, ਆਹੋ ਹਿਸਾਬ ਪੂਰਾ ਕੀਤਾ। ਉਹ ਜ਼ਰੂਰ ਧਿਆਨ ਰੱਖਣਾ ਚਾਹੀਦਾ, ਕਿਉਂਕਿ ਲੋਕਾਂ ਦੇ ਦਿਲ ਜਿੱਤੋ, ਬਿੱਲ ਨਾ ਜਿੱਤੋ, ਗੱਲ ਫਿਰ ਬਣਦੀ। ਚੱਕਰ ਇਹ ਵੀ ਹੈ ਨਾ ਬਾਠ ਸਾਹਿਬ, ਉਹ ਜੇ ਬੰਦੇ ਨੂੰ ਕੁਛ ਨਾ ਕੁਛ ਲੋੜ ਹੋਊਗੀ, ਉਹਦੀ ਕੋਈ ਦੁੱਖ ਦੀ ਰਾਗ ਹੋਊਗੀ, ਫਿਰ ਤਾਂ ਅਗਲਾ ਜਾਊਗੀ ਜੀ। ਤੇ ਜੇ ਅਗਲਾ ਸੁੱਖ ਲੈਣ ਲੱਗ ਪਿਆ, ਉਹਨਾਂ ਕਹਿੰਦਾ ਮੈਂ ਕਿ ਲੈਣਾ ਰੈਲੀ। ਆਪਾਂ ਇੱਧਰ ਦੇ ਹਿਸਾਬ ਨਾਲ ਵੇਖ ਲਈ, ਬਾਹਰਲੇ ਮੁਲਕਾਂ 'ਚ ਅਗਲਾ ਬੰਦਾ ਜੇ ਕੋਈ ਰੈਲੀ ਰੱਖੇ, ਕਿੰਨੇ ਕੁ ਲੋਕ ਜਾਂਦੇ, ਅਗਲਾ ਕਹਿੰਦਾ ਮੈਂ ਵੀਰ ਆਪਣਾ ਸੁੱਖ ਲੈਣਾ, ਮੈਂ ਕਿ ਲੈਣਾ ਤੇਰੀ ਰੈਲੀ, ਮੈਂ ਵਿਹਲਾ ਹੀ ਤੁਹਾਡਾ ਕੁਫਰ ਤੋਲਾ ਜਿਹੜਾ ਤੋਲਦੇ ਉਹਨੂੰ ਸੁਣਾ, ਉਹਨੂੰ ਵੇਖਾਂ। ਉਹਨੇ ਨਾ ਮੈਂ ਆਪਣੇ ਭਾਈ ਸਾਹਿਬ ਸ਼ਿਫਟ ਤੇ ਜਾਣਾ ਹੈ, ਮੈਂ ਤੇਰੇ ਕੋਲ ਕੀ ਲੈਣਾ ਦੇਣਾ। ਉਹ ਇਸ ਕਰਕੇ ਸੋਚਦੇ ਨੇ ਵੀ ਯਾਰ ਜੇ ਬੰਦੇ ਸੌਖੇ ਕਰਦੇ, ਕੱਲ ਨੂੰ ਰੈਲੀ ਕਿਹਦੇ ਨਾਲ ਕਰਾਂਗੇ। ਚਲੋ 2 ਘਟਨਾਵਾਂ ਸੀ, ਇੱਕ ਬਹੁਤੀ ਵੱਡੀ ਹੋ ਗਈ, ਦੂਜੀ ਦਾ ਕਿਸੇ ਨੂੰ ਚੇਤਾ ਹੀ ਨਾ ਰਿਹਾ। ਬਿਕਰਮ ਸਿੰਘ ਮਜੀਠੀਆ ਸਾਹਿਬ ਅਕਾਲੀ ਲੀਡਰ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਜੀ, ਮੁਹਾਲੀ ਵਾਲੀ ਅਦਾਲਤ ਨੇ ਜ਼ਮਾਨਤ ਦਿੱਤੀ ਨਹੀਂ, ਹੁਣ ਤੁਸੀਂ ਕੁਛ ਕਰੋ। ਪਿਛਲੀ ਤਰੀਕੇ ਵਕੀਲ ਆਨਲਾਈਨ ਪੇਸ਼ ਹੋਣਾ ਚਾਹੁੰਦੇ ਸੀ, ਉਹ ਮੰਨੇ ਨਹੀਂ। ਐਤਕੀ ਦਾ ਕੰਮ ਹੀ ਸਾਰਾ ਚਲੋ ਵੀਡੀਓ ਕਾਨਫਰੰਸਿੰਗ ਰਾਹੀਂ ਹੋ ਗਿਆ। ਉੱਥੇ ਪੰਜਾਬ ਸਰਕਾਰ ਦੇ ਵਕੀਲ ਵੀ ਆਏ, ਮਜੀਠੀਆ ਸਾਹਿਬ ਦੇ ਵੀ ਆਏ, ਬਹਿਸ ਰੱਜ ਕੇ ਹੋਈ ਤਕੜੀ। ਮਜੀਠੀਆ ਸਾਹਿਬ ਦੇ ਵਕੀਲ ਕਹਿੰਦੇ ਸੀ ਕਿ ਨਹੀਂ ਭਾਈ ਸਿਆਸੀ ਬਦਲਾਖੋਰੀ ਆ, ਜ਼ਮਾਨਤ ਦਿਓ। ਉਹ ਕਹਿੰਦੇ ਸੀ ਬਣਦੀ ਨਹੀਂ, ਪੇਸ਼ ਹੋਣਾ ਚਾਹੀਦਾ। ਫਿਰ ਅਦਾਲਤ ਨੇ, ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਐਂ ਕਰਦੇ ਆ, 5 ਤਰੀਕ ਹੈ, 5ਵੇਂ ਦਿਨ ਨੂੰ ਜਾਣੀ ਕਿ 10 ਜਨਵਰੀ ਨੂੰ ਇੱਥੇ ਹੀ ਦੁਬਾਰਾ ਸੁਣਵਾਈ ਹੋਏਗੀ, ਤੁਸੀਂ ਪੇਸ਼ ਹੋ ਜਾਣਾ ਜਾਣੀ ਕਿ ਵਕੀਲਾਂ ਨੇ। ਤੇ 8 ਤਰੀਕ ਤੱਕ ਪੰਜਾਬ ਸਰਕਾਰ ਇਹਨਾਂ ਨੁਕਤਿਆਂ ਦਾ ਜਵਾਬ ਦੇਵੇ, ਜਾਣੀ 8 ਤੱਕ ਜਵਾਬ ਆਊਗਾ। ਜੇ ਤਾਂ 10 ਤੱਕ ਜਵਾਬ ਮੰਗਿਆ ਜਾਂਦਾ, ਫਿਰ ਹੋ ਸਕਦਾ ਸੀ ਕਿ ਜੱਜ ਸਾਹਿਬ ਨੇ ਜੀ ਅਜੇ ਪੜ੍ਹਨਾ ਹੈ, ਅਜੇ ਗੌਰ ਕਰਨਾ ਹੈ। ਜੇ ਪੰਜਾਬ ਸਰਕਾਰ ਤੋਂ ਜਵਾਬ 8 ਤੱਕ ਮੰਗ ਲਿਆ ਤੇ ਸੁਣਵਾਈ 10 ਨੂੰ ਹੈ, ਹੋ ਸਕਦਾ ਉਦੋਂ ਨੂੰ ਜ਼ਮਾਨਤ ਤੇ ਕੋਈ ਫੈਸਲਾ ਆ ਜਾਏ। ਨਹੀਂ ਹੋ ਸਕਦਾ, ਬਿਲਕੁਲ ਹੋ ਸਕਦਾ, ਪਰ ਕਾਰਨ ਇਹ ਆ ਨਾ ਵੀ ਉਦੋਂ ਤੱਕ ਜਿਹੜੀ ਸਰਕਾਰ ਨੂੰ ਨੋਟਿਸ ਭੇਜਿਆ ਉਹ ਸਰਕਾਰ ਕੰਮ ਕਰਦੀ ਰਹੂਗੀ ਕਿ ਨਹੀਂ ਕਰਦੀ ਰਹੂਗੀ, ਇਹ ਵੀ ਇੱਕ ਸਵਾਲ ਹੈ। ਕਿਉਂਕਿ ਹੁਣ ਦੇਖੋ ਇਲੈਕਸ਼ਨ ਕਮਿਸ਼ਨ ਨੇ ਮੀਟਿੰਗ ਸੱਦ ਲਈ। ਹੁਣ ਇਲੈਕਸ਼ਨ ਕਮਿਸ਼ਨ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਆਪਣੇ ਹਿਸਾਬ ਨਾਲ ਦੇਖਣਾ ਮਾਹੌਲ ਚਾਲ ਵੀ ਹਾਂਜੀ ਭਾਈ ਸਾਹਿਬ ਇਲੈਕਸ਼ਨਾਂ ਨੇੜੇ ਆ ਗਈਆਂ, ਆਪਾਂ ਨੂੰ ਹੁਣ ਚੋਣ ਜ਼ਾਬਤੇ ਬਾਰੇ ਸੋਚਣਾ ਚਾਹੀਦਾ ਕਿ ਨਹੀਂ। ਜੇ ਮੈਂ ਗਲਤ ਨਹੀਂ ਤੇ 2017 ਵਾਲੀਆਂ ਇਲੈਕਸ਼ਨਾਂ 4 ਫਰਵਰੀ ਨੂੰ ਹੋਈਆਂ, ਤੇ ਜੇ ਐਤਕੀ ਵੀ ਆਪਾਂ 4 ਫਰਵਰੀ ਮੰਨ ਲੈਂਦੇ ਹਾਂ ਤੇ ਫਿਰ ਦਿਨ ਤੇ ਕੋਈ ਨਹੀਂ ਰਹਿ ਗਿਆ, ਮਹੀਨਾ ਤੇ ਇੱਕ ਰਹਿ ਗਿਆ। ਨਹੀਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਅੱਜ ਅਸਲ ਦੇ ਵਿੱਚ ਨਾ 2 ਫੈਸਲੇ ਹੋ ਸਕਦੇ ਆ, ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਜਿਹੜੇ ਵੱਡੇ ਅਧਿਕਾਰੀ ਨੇ, ਉਹਨਾਂ ਨੇ ਭਾਰਤ ਸਰਕਾਰ ਦੇ ਸਿਹਤ ਵਿਭਾਗ ਦੇ ਅਧਿਕਾਰੀ ਸੱਦ ਲਏ ਕਿ ਭਾਈ ਅਸੀਂ ਵੀ ਕੁਝ ਫੈਸਲੇ ਕਰਨੇ ਆ, ਕੁਝ ਤੁਹਾਡੇ ਤੋਂ, ਕਿ ਕੋਵਿਡ ਦੇ ਕੀ ਹਾਲਾਤ ਨੇ, ਕਿੱਦਾਂ ਦੀਆਂ ਪਾਬੰਦੀਆਂ ਨੇ, ਭਵਿੱਖ ਕੀ ਕਹਿੰਦਾ, ਭਵਿੱਖਬਾਣੀਆਂ ਕੀ ਕਹਿੰਦੀਆਂ। ਅੱਜ 2 ਕੰਮ ਹੋ ਸਕਦੇ ਆ। ਹੋ ਸਕਦਾ ਕਿ ਕੋਡ ਆਫ ਕੰਡਕਟ ਹੀ ਲੱਗ ਜਾਏ, ਕੋਈ ਵੱਡੀ ਗੱਲ ਨਹੀਂ, ਜਾਂ ਹੋਰ 2 ਦਿਨਾਂ ਨੂੰ ਲੱਗ ਜਾਏ। ਦੂਸਰੀ ਗੱਲ ਹੈ ਕਿ ਹੋ ਸਕਦਾ ਅੱਜ ਕੋਡ ਆਫ ਕੰਡਕਟ ਨਾ ਲੱਗੇ, ਰੈਲੀਆਂ ਤੇ ਪਾਬੰਦੀ ਲੱਗ ਜਾਏ ਕਿ ਭਾਈ ਬੰਦੇ ਆ ਨਹੀਂ ਸਕਦੇ, ਜਾਂ 100 ਦਾ ਜਾਂ 200 ਤੋਂ ਵੱਧ ਦਾ ਇਕੱਠ ਨਹੀਂ ਹੋ ਸਕਦਾ, ਉਹਦੇ ਵਿੱਚ ਸੋਸ਼ਲ ਡਿਸਟੈਂਸ ਰੱਖਣਾ ਜੀ, ਤੁਸੀਂ ਮਾਸਕ ਪਾ ਕੇ ਰੱਖਣਾ, ਇੱਦਾਂ ਦੀਆਂ ਚੀਜ਼ਾਂ, ਜਾਂ ਸੈਨੀਟਾਈਜ਼ ਕਰਕੇ ਬੰਦੇ ਅੰਦਰ ਜਾਣ ਦੇਣੇ। ਅੱਜ ਫੈਸਲਾ ਹੋ ਸਕਦਾ ਹੈ। ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ ਕਿ ਪਿਛਲੀ ਵਾਰ 4 ਫਰਵਰੀ ਨੂੰ ਵੋਟਾਂ ਪਈਆਂ ਸੀ ਤੇ ਇੱਕੋ ਗੇਟ 'ਚ, ਪਰ ਐਤਕੀ ਕੋਵਿਡ ਦੇ ਕਰਕੇ, ਕਿਉਂਕਿ ਇੱਕ ਪੋਲਿੰਗ ਬੂਥ ਦੇ ਵਿੱਚ ਲੋਕਾਂ ਦੀ ਗਿਣਤੀ ਵੀ ਉਹਨਾਂ ਨੂੰ ਸੀਮਤ ਕਰਨੀ ਪੈਣੀ ਹੈ, ਉੱਥੇ ਪ੍ਰਬੰਧ ਵੀ ਰੱਖਣੇ ਪੈਣੇ ਆ ਤਾਂ ਜੋ ਕਤਾਰਾਂ ਲੱਗਣ, ਤਾਂ ਡਿਸਟੈਂਸ ਵੀ ਰੱਖਣਾ ਪੈਣਾ। ਐਤਕੀ ਸੰਭਾਵਨਾ ਇਹ ਹੈ ਕਿ ਯੂਪੀ ਦੇ ਵਿੱਚ 7 ਤੋਂ ਲੈ ਕੇ 10 ਪੜਾਵਾਂ 'ਚ ਵੋਟਾਂ ਪੈ ਸਕਦੀਆਂ। ਪੰਜਾਬ ਦੇ ਵਿੱਚ 1 ਪੜਾਅ 'ਚ ਵੋਟਾਂ ਪੈਂਦੀਆਂ ਸੀ, ਇਹਨੂੰ ਵੀ 3 ਹਿੱਸਿਆਂ 'ਚ ਵੰਡਿਆ ਜਾ ਸਕਦਾ ਹੈ ਕਿ ਤਾਂ ਜੋ ਪ੍ਰਬੰਧ ਕਰਨੇ ਜਿਹੜੇ ਆ ਥੋੜੇ ਜਿਹਾ ਸੁਖਾਲੇ ਹੋ ਜਾਣ, ਕੋਵਿਡ ਨੂੰ ਤੇ ਸੁਰੱਖਿਆ ਨੂੰ ਸਾਹਮਣੇ ਰੱਖਦੇ ਆ। ਉੱਤਰਾਖੰਡ ਦੇ ਵਿੱਚ ਤੇ ਗੋਆ ਦੇ ਵਿੱਚ 2 ਥਾਵਾਂ ਤੇ 2 ਵਾਰ, ਇੱਕ ਵਾਰੀ, ਤੇ ਮਣੀਪੁਰ ਦੇ ਵਿੱਚ ਹੋ ਸਕਦਾ ਕਿ 2 ਫੇਜ਼ਾਂ ਦੇ ਵਿੱਚ ਜਿਹੜੀਆਂ ਵੋਟਾਂ ਪੈਣ। ਪਰ ਅੱਜ ਰੈਲੀਆਂ ਦੇ ਸੰਬੰਧਿਤ ਕੋਈ ਵੱਡਾ ਫੈਸਲਾ ਆ ਸਕਦਾ ਤੇ ਕੋਈ ਵੱਡੀ ਗੱਲ ਨਹੀਂ ਜੇ ਅੱਜ ਕੋਡ ਆਫ ਕੰਡਕਟ ਵੀ ਲੱਗ ਜਾਏ ਤਾਂ। ਨਹੀਂ, ਚਲੋ ਕੋਡ ਆਫ ਕੰਡਕਟ ਲੱਗ ਜਾਵੇ ਤਾਂ ਵਧੀਆ ਗੱਲ ਆ, ਕਿਉਂਕਿ ਜੇ 11 ਕੁ ਵਜੇ ਪਹੁੰਚ ਜਾਣਾ ਉਹਨਾਂ ਨੇ। ਹਾਂਜੀ, ਕਿਉਂਕਿ ਅਸ਼ਵਨੀ ਸ਼ਰਮਾ ਸਾਹਿਬ ਉਹਨਾਂ ਨੇ ਆਪਣੀ ਟੀਮ ਲੈ ਕੇ ਅੱਜ ਉਹਨਾਂ ਨੇ ਕਿਹਾ ਕਿ ਵੀ ਅਸੀਂ ਆਪਣੇ ਵੱਲੋਂ ਜਾ ਕੇ ਰਾਜਪਾਲ ਸਾਹਿਬ ਨੂੰ ਬੇਨਤੀ ਕਰਨੀ ਹੈ ਕਿ ਮਹਾਰਾਜ ਅਮਨ ਕਾਨੂੰਨ ਦੀ ਸਥਿਤੀ ਤੇ ਉੱਪਰ ਝਾਤੀ ਮਾਰੋ ਜੀ। ਤੇ ਝਾਤੀ ਤੇ ਆਲਰੇਡੀ ਵੱਜੀ ਹੋਣੀ ਹੈ, ਕਿਉਂਕਿ ਜੇ ਪਿਛਲੇ ਦਿਨਾਂ ਚੰਨੀ ਸਾਹਿਬ ਇਲਜ਼ਾਮ ਲਾਹਦੇ ਜੀ ਅਸੀਂ ਤਾਂ ਫਾਈਲ ਭੇਜੀ ਸੀ ਜੀ, ਫਾਈਲ ਨਹੀਂ ਭੇਜਦੇ ਅੱਗੇ। ਹੁਣ ਜੇ ਇਸ ਹਿਸਾਬ ਦੀ ਕੜੱਤਣ ਪਹਿਲਾਂ ਚੱਲਦੀ ਸੀ, ਆਪਾਂ ਮੰਨ ਕੇ ਚੱਲਦੇ ਇਹਨਾਂ ਦੇ ਬਿਆਨਾਂ ਤੋਂ ਅੰਦਾਜ਼ਾ ਲਾ ਕੇ, ਆਪਾਂ ਨੂੰ ਕਿਹੜਾ ਕੋਈ ਦੱਸ ਕੇ ਜਾਂਦਾ, ਤੇ ਇਹ ਨਾ ਹੋਵੇ ਵੀ ਉਧਰੋਂ ਵੀ ਕੋਈ ਨਾ ਕੋਈ ਚਿੱਠੀ ਨਿਕਲ ਜਾਵੇ ਵੀ ਮਹਾਰਾਜ ਕੋਈ ਨਹੀਂ 1 ਵਜੇ ਗਵਰਨਰ ਸਾਹਿਬ ਸੰਬੋਧਨ ਕਰਨਗੇ। ਵੀ ਉਹਨਾਂ ਨੇ ਰਪਟ ਈਮੇਲ ਹੀ ਕਰਨੀ ਆ, ਭੇਜ ਦਿੱਤੀ ਹੈ, ਤੇ ਕੇਂਦਰ ਵਾਲੇ ਕਿਹੜਾ ਫੈਸਲਾ ਲੈਣ ਲੱਗੇ ਚਿਰ ਲਾਉਂਦੇ ਆ। ਉਹਨਾਂ ਨੇ ਬਸ ਝਾਤੀ ਮਾਰਨੀ ਆ ਤੇ ਘੁੱਗੀ ਮਾਰਨੀ ਆ, ਉੱਪਰ ਵਾਲੇ ਨੇ ਵੀ ਇਕੱਲੀ ਘੁੱਗੀ ਮਾਰਨੀ ਆ, ਤੇ ਇਹਨਾਂ ਦੀ ਘੁੱਗੀ ਚਿੱਤ ਹੋ ਜਾਣੀ ਆ। ਹਾਂਜੀ, ਉਹ ਤੇ ਘੁੱਗੀ ਘੈਂ ਹੋ ਜਾਣੀ ਆ। ਇੱਥੇ ਮੈਨੂੰ ਇਹ ਗੱਲ ਹੋਰ ਚੇਤੇ ਆ ਗਿਆ ਬਾਊ, ਅੱਛਾ ਇਹ ਗੱਲ ਆਪਾਂ ਹੋਰ ਕਰਨੀ ਅੱਗੇ, ਪਰ ਉਹ ਤੋਂ ਪਹਿਲਾਂ ਬਾਊ ਦੀ ਗੱਲ ਕਰ ਲਈਏ। ਹਾਂ, ਨਹੀਂ ਕਰੋ ਉਹ ਜ਼ਰੂਰੀ। ਦੇਖੋ
ਸੰਧਾਲੇ ਸਾਹਿਬ ਹੈ ਤਾਂ ਗੱਲ ਅਫਸੋਸ ਵਾਲੀ ਆ ਤੁਹਾਡੇ ਨਾਲ। ਨਹੀਂ ਕਰੋ ਮੈਂ ਤੇ ਆਹੋ ਉਹ ਗੱਲ। ਤੁਸੀਂ ਇਹ ਦੇਖੋ ਕਿ ਇੱਕ ਟੈਲੀਫੋਨ ਜਿਹੜਾ ਹੈ ਬੰਦੇ ਨੂੰ ਕਿੱਥੇ ਲੈ ਜਾਂਦਾ ਜੀ। ਹੁਣ ਸੰਘਾ ਸਾਹਿਬ ਉਹ ਪਿਛਕਲ ਤਾਂ ਆਪਾਂ ਨਾਂ ਨਹੀਂ ਸੀ ਲਿਆ, ਅੱਜ ਲੈਣਾ ਪੈਣਾ ਕਿਉਂਕਿ ਬ੍ਰਹਮਪੁਰਾ ਸਾਹਿਬ ਨੇ ਰੈਲੀ 'ਚ ਲੈ ਦਿੱਤਾ। ਉਹ ਕਹਿੰਦੇ ਜੀ ਉਹ ਇੱਕ ਰਿਕਾਰਡਿੰਗ ਵਾਇਰਲ ਹੋਈ ਹੈ, ਆਲੇ ਦੁਆਲੇ 5-7 ਬੰਦੇ ਖੜੇ, ਮੂਹਰੇ ਹਜ਼ਾਰਾਂ ਬੰਦੇ ਇਕੱਠੇ ਆ। ਸਾਡਾ ਨਹੀਂ ਉਹ ਸੰਘੇ ਸੁੰਘੇ ਨਾਲ ਕੋਈ ਲੈਣਾ ਦੇਣਾ, ਉਹ ਕਿਸੇ ਬੀਬੀ ਨਾਲ ਗੱਲਾਂ ਪਿਆ ਕਰਦਾ ਜੇ। ਮੈਂ ਤਾਂ ਅੱਜ ਬੋਲ ਰਿਹਾ ਕਿਉਂਕਿ ਬ੍ਰਹਮਪੁਰਾ ਸਾਹਿਬ ਖੁਦ ਬੋਲੇ ਸਾਡੀ ਪਾਰਟੀ ਦਾ ਮੈਂਬਰ ਨਹੀਂ ਹੈਗਾ। ਉਹ ਕਹਿੰਦੇ ਸਾਨੂੰ ਨਹੀਂ ਪਤਾ ਇੱਥੇ 200-400 ਬੰਦਾ ਸਾਡੇ ਨਾਲ ਹੁੰਦਾ ਤੇ ਉਹਦੇ ਵਿੱਚੋਂ ਹੁਣ ਕੋਈ ਇਦਾਂ ਕੁਝ ਕਰ ਜਾਏ, ਉਹ ਠੇਕੇ ਠੂਕੇ ਦਿਵਾਉਣ ਦੀਆਂ ਕਹਿੰਦੇ ਗੱਲਾਂ ਕਰਦਾ ਸੀ, ਸਾਡਾ ਉਹ ਮੈਂਬਰ ਨਹੀਂ ਹੈਗਾ। ਤੁਸੀਂ ਇਹ ਦੇਖੋ ਕਿ ਜਿਹੜੇ ਸੰਘੇ ਨੂੰ ਥੋੜੇ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਲ ਹੋਣ ਲੱਗਿਆਂ ਜਨਰਲ ਸਕੱਤਰ ਬਣਵਾਇਆ ਸੀ ਪਾਰਟੀ ਦਾ, ਉਹ ਅੱਜ ਪਛਾਣੋ ਹੀ ਨਾ ਕਰ ਦਿੱਤੀ ਕਿ ਭਾਈ ਉਹਨੇ ਸਾਡਾ ਨਹੀਂ ਬੰਦਾ। ਹੋਰ ਸੁਣੋ, ਕਹਿੰਦੇ ਜੀ ਇੱਥੇ ਕਾਕਾ ਨਾਲ ਦੇ ਨੂੰ ਕਹਿੰਦੇ ਸਰੋਪੇ ਦੇਖ ਕੇ ਪਾਇਆ ਕਰੋ, ਕੀ ਪਤਾ ਕਿਹਦੇ ਪੈਂਦੇ ਕਿੱਦਾਂ ਦਾ ਉਹ ਬੰਦਾ ਹੀ ਹੈ ਨਾ। ਦੇਖੋ ਗੱਲ ਇਹ ਆ, ਕੱਲ ਅਜੇ ਹੀ ਗੱਲ ਕਰਦੇ ਤੇ ਉਦੋਂ ਮੈਨੂੰ ਲੱਗਦਾ ਉਸ ਗੱਲ ਨੂੰ ਵਾਵਾ ਬੰਦਿਆਂ ਨੇ ਦਿਲ ਤੇ ਲਾਇਆ, ਯਾਰ ਕਿਉਂ ਬੇਇੱਜ਼ਤੀ ਕਰਾਉਂਦੇ ਹੁੰਦੇ ਨਹੀਂ ਬਾਹੂ ਇਦਾਂ ਦੀ ਗੱਲ ਕੋਈ ਨਹੀਂ। ਫਿਰ ਉਹ ਬੰਦਾ ਫੇਰ ਕਰਦਾ ਇਹ ਕਰਕੇ ਮੱਝ ਵਾਲੇ ਉਹ ਥੋੜਾ ਜਿਹਾ ਆਪਾਂ ਖਿਆਲ ਰੱਖਿਆ ਕਰੀਏ। ਚਲੋ ਕੀ ਖਿਆਲ ਰੱਖਿਆ ਕਰੀਏ ਉਹ ਵੀ ਦੱਸੋ ਨਾ। ਕੋਈ ਇਸੇ ਚੀਜ਼ ਦਾ ਹੀ ਵੀ ਆਪਾਂ ਇਹੋ ਜਿਹੇ ਬੰਦੇ ਤੋਂ ਪਰਹੇਜ਼ ਕਰ ਲਏ। ਚਲੋ ਹੁਣ ਬ੍ਰਹਮਪੁਰਾ ਸਾਹਿਬ ਨੇ ਕਲੀਅਰ ਕਰਤੀ। ਇਦਾਂ ਨਹੀਂ ਕਹਿਣਾ ਵੀ ਇਦਾਂ ਦੀ ਗੱਲ ਨਹੀਂ ਕਰਨੀ, ਸਾਰਿਆਂ ਨੂੰ ਕਹੋ ਪੰਜਾਬ ਨੂੰ ਇੱਕ ਸੂਤਰ 'ਚ ਬੰਨੋ। ਨਹੀਂ ਕਰ ਲਿਆ ਆਪਣਾ ਤਾਂ ਕਹਿੰਦੇ ਤੇਰੇ ਕੋਲ ਸਾਹਮਣੇ ਜਾਂਦਾ, ਹੋਰ ਕਿੰਨੇ ਬਾਕੀਆਂ ਨੂੰ ਸਲਾਹ ਨਹੀਂ। ਪਰ ਮੈਂ ਬ੍ਰਹਮਪੁਰਾ ਸਾਹਿਬ ਦੀ ਫੁਰਤੀ ਤੇ ਹੈਰਾਨ ਆ, ਜਿੰਨੀ ਫੁਰਤੀ ਨਾਲ ਪ੍ਰੈਸ ਕਾਨਫਰੰਸ 'ਚ ਉਹ ਖੜੇ ਹੋਏ ਸੀ ਤੇ ਜਿੰਨੀ ਫੁਰਤੀ ਨਾਲ ਇਲੈਕਸ਼ਨ 'ਚ ਖੜੇ ਹੋ ਗਏ ਤੇ ਉਹਦੇ ਤੋਂ ਬਾਅਦ ਜਿੰਨੀ ਫੁਰਤੀ ਨਾਲ ਸੰਘਾ ਪਛਾਣੋ ਨਾ ਕਰਤੀ, ਨਜ਼ਰ ਤੇ ਆ। ਨਹੀਂ ਇਹ ਤਾਂ ਅਜੇ ਤਾਂ ਉਹਨਾਂ ਨੇ ਰੈਲੀ 'ਚ ਹੀ ਬੋਲਿਆ ਜਿੱਦਾਂ ਦਾ ਉਹਨਾਂ ਦਾ ਸੁਭਾਅ ਆ ਨਾ। ਇਹ ਗੱਲ ਪੱਕੀ ਆ ਵੀ ਫੋਨ ਕੀਤਾ ਹੋਊਗਾ ਸੰਘਾ ਸਾਹਿਬ ਨੂੰ। ਨਹੀਂ ਫੋਨ ਨਹੀਂ ਕੀਤਾ ਹੋਣਾ, ਫੋਨ ਰਿਕਾਰਡ ਹੋ ਜਾਂਦੇ। ਨਹੀਂ ਜਾਂ ਫੋਨ ਕੀਤਾ ਉਹ ਜਾਂ ਸੱਦ ਕੇ ਸੇਵਾ ਕੀਤੀ ਹੋਣੀ, ਸੇਵਾ ਜਿੱਦਾਂ ਦੀ ਉਹ ਕਰਦੇ ਨੇ। ਕਿਉਂਕਿ ਜਦੋਂ ਗੁੱਸੇ 'ਚ ਹੁਣ ਬ੍ਰਹਮਪੁਰਾ ਸਾਹਿਬ ਉਹ ਕਈਆਂ ਨੂੰ ਕਈ ਕੁਝ ਕਹਿ ਦਿੰਦੇ ਆ। ਚਲੋ ਉਹਦਾ ਕੀ ਫਰਕ ਪੈਂਦਾ ਮੁੜ ਕੇ। ਅਰੇ ਚਲੋ ਇੱਥੇ ਪਹੁੰਚ ਗਈ ਸਿਆਸਤ। ਪਰ ਚਲੋ ਇਹ ਸਾਰੇ ਕੁਝ ਦੇ ਰੌਲੇ ਰੱਪੇ 'ਚ ਇੱਕ ਗੱਲ ਤੇ ਪੱਕੀ ਆ ਵੀ ਸਿਆਸਤਦਾਨਾਂ ਦਾ ਪਤਾ ਲੱਗ ਗਿਆ ਵੀ ਅਗਲਾ ਕਹਿੰਦਾ ਵੀ ਇੱਕ ਕਰਾ ਮੇਰਾ ਨਾ ਬਸ ਕੱਟੇ ਦੇ ਚੰਗਾ ਨੂੰ ਹੱਥ ਪੈ ਲੈਣ ਦੇ, ਉਦੋਂ ਮੈਂ ਵੇਖੀ ਸੀ ਮੈਂ ਕਰਦਾ ਕੀ। ਇਹ ਗੱਲ ਤੁਹਾਡੀ ਠੀਕ ਹੈ। ਮੈਂ ਥੋੜਾ ਜਿਹਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਾਲੇ ਪਾਸੇ ਜਾਣਾ ਸੀ। ਤੁਹਾਡਾ ਗਵਾਚ ਗਿਆ ਕੁਛ? ਨਹੀਂ ਜੀ ਨਹੀਂ। ਅੱਛਾ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਾਲੇ ਪਾਸੇ ਮੈਂ ਇਸ ਕਰਕੇ ਜਾਣਾ ਸੀ ਕਿ ਬਹੁਤ ਲੰਬੇ ਸਮੇਂ ਤੋਂ ਚਰਚਾ ਇਹ ਚੱਲਦੀ ਹੈ ਜੀ, ਗੰਗਾ ਨਦੀ ਸਾਫ਼ ਕਰਨੀ ਹੈ। ਇੱਕ ਡਿਪਾਰਟਮੈਂਟ ਬਣਾਤਾ ਗਿਆ ਸੀ, ਇੱਕ ਉੱਚ ਪਾਏ ਦਾ ਫੈਸਲਾ ਸੀ ਕਿ ਭਾਈ ਘੱਟੋ ਘੱਟ ਸਾਡੀਆਂ ਪਾਵਨ ਪਵਿੱਤਰ ਨਦੀਆਂ ਸਾਫ਼ ਹੋਣੀਆਂ ਚਾਹੀਦੀਆਂ, ਸਵੱਛ ਹੋਣੀਆਂ ਚਾਹੀਦੀਆਂ। ਕਈ ਮੰਤਰੀ ਬਦਲ ਗਏ, ਹਜ਼ਾਰਾਂ ਲੱਖਾਂ ਕਰੋੜ ਦਾ ਬਜਟ ਖਰਚ ਹੋ ਗਿਆ। ਮੈਨੂੰ ਇਹ ਨਹੀਂ ਸਮਝ ਆਉਂਦੀ ਸੰਧਾਲੀਆ ਸਾਹਿਬ ਕਿ ਜੇ ਪੂਰੇ ਦਾ ਪੂਰਾ ਇੱਕ ਵਿਭਾਗ ਕੇਂਦਰ ਸਰਕਾਰ ਨੇ ਬਣਾਤਾ ਸੀ, ਮੰਤਰੀ ਲਾਤੇ ਸੀ, ਬਜਟ ਕਲੀਅਰ ਕਰਤਾ ਸੀ, ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਬਾਰ-ਬਾਰ ਗੰਗਾ ਨਦੀ ਜਾਂਦੇ ਹੁੰਦੇ ਆ। ਹੁਣ ਇੱਕ ਵਾਰੀ ਫਿਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਇੱਕ ਬੰਦੇ ਨੇ ਪਟੀਸ਼ਨ ਪਾਈ, ਉਹ ਕਹਿੰਦੇ ਜੀ ਬੁਰਾ ਹਾਲ ਹੈ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਉੱਤਰਾਖੰਡ ਦੇ ਵਿੱਚ ਨਗਰ ਨਿਗਮਾਂ ਖੁਦ ਗੰਗਾ ਦੇ ਕਿਨਾਰੇ ਤੇ ਉਹ ਸਾਰੀਆਂ ਕਾਨੂੰਨੀ ਗੈਰ ਕਾਨੂੰਨੀ ਕਰਾਈ ਜਾਂਦੀਆਂ ਤੇ ਪਖਾਨੇ ਵਾਲਾ ਸੌਦਾ ਸਿੱਧਾ ਹੀ ਵਿੱਚ ਸਿੱਟੀ ਜਾਂਦੀਆਂ, ਗੰਗਾ ਦੇ ਪਲੀਤ ਹੋਈ ਜਾਂਦੀਆਂ। ਇਸ ਕਰਕੇ ਥੋੜਾ ਜਿਹਾ ਇੰਡਸਟਰੀ ਵਾਲਿਆਂ ਨੂੰ ਵੀ ਕਹੋ। ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਹੁਕਮ ਪਤਾ ਕੀ ਦਿੱਤਾ? ਉਹ ਕਹਿੰਦੇ ਜੀ ਅਸੀਂ ਕਹਿੰਦੇ ਆ ਕਿ ਜਿੰਨਾ ਵੀ ਮਾੜਾ ਚੰਗਾ ਪਾਣੀ ਗੰਗਾ ਨਦੀ 'ਚ ਪਾਇਆ ਜਾਂਦਾ ਹੈ ਉਹਦੇ ਵਿੱਚੋਂ ਟਰੀਟ ਕੀਤੇ ਬਿਨਾਂ ਨਾ ਕੁਝ ਵੀ ਪਾਓ। ਸਾਨੂੰ ਪਤਾ ਹੈ ਕਿ ਅਰਥਾਂ ਕੀਤਾ ਜਾਂਦਾ। ਹਰ ਮਿਊਨਿਸਪੈਲਿਟੀ ਦੇ ਵਿੱਚ ਇੱਕ ਕਮੇਟੀ ਬਣੇ, ਨਿਗਰਾਨ ਕਮੇਟੀ, ਜਿਹੜੀ ਕਿ ਇਸ ਗੱਲ ਦਾ ਧਿਆਨ ਰੱਖੇ ਕਿ ਕੋਈ ਮਾੜੀ ਚੀਜ਼ ਤਾਂ ਨਹੀਂ ਪਾਈ ਜਾਂਦੀ। ਤੁਸੀਂ ਦੇਖੋ ਜੇ ਇੰਨੇ ਸਾਲਾਂ ਬਾਅਦ ਵੀ ਇਹ ਪਟੀਸ਼ਨ ਪੈਂਦੀ ਹੈ ਕਿ ਗੰਗਾ ਦੇ ਕਿਨਾਰੇ ਤੇ ਹੋਟਲ ਬਣਾਤਾ, ਫੈਕਟਰੀ ਬਣਾਤੀ, ਘਰ ਬਣਾਤੇ, ਸੀਵਰੇਜ ਦਾ ਸਾਰਾ ਪਾਣੀ ਬਿਨਾਂ ਟਰੀਟ ਕੀਤਿਆਂ ਸਿੱਧਾ ਵਿੱਚ, ਫੈਕਟਰੀ ਦਾ ਸਾਰਾ ਕੈਮੀਕਲ ਵਾਲਾ ਪਾਣੀ ਬਿਨਾਂ ਟਰੀਟ ਕੀਤਿਆਂ ਸਿੱਧਾ ਵਿੱਚ, ਹੋਟਲ ਦਾ ਸਾਰਾ ਪਾਣੀ ਜਿਹੜਾ ਵਰਤਿਆ ਹੋਇਆ ਬਿਨਾਂ ਟਰੀਟ ਕੀਤਿਆਂ ਸਿੱਧਾ ਵਿੱਚ। ਜੇ ਇੰਨੇ ਸਾਲਾਂ ਬਾਅਦ ਵੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਇਹ ਕਹਿਣਾ ਪੈਂਦਾ, ਫਿਰ ਤਾਂ ਦੇਸ਼ ਦੀਆਂ ਨਦੀਆਂ ਹੋ ਗਈਆਂ ਸਾਫ਼। ਇਹਦੇ ਨਾ WhatsApp ਇੱਕ ਗੱਲ ਮੇਰੇ ਕਈ ਨਾ ਦਿਮਾਗ 'ਚ ਆਉਂਦੀ ਹੁੰਦੀ ਹੈ। ਆਪਾਂ ਸਰਕਾਰਾਂ ਨੂੰ ਜ਼ਰੂਰ ਕਹਿ ਦਿੰਦੇ ਆ, ਠੀਕ ਹੈ, ਕਹਿਣਾ ਬਣਦਾ ਕਿਉਂਕਿ ਜ਼ਿੰਮੇਵਾਰੀ ਉਹਨਾਂ ਦੀ ਹੈ, ਪਰ ਬੰਦਿਆਂ ਦੀ ਵੀ ਕੋਈ ਬਣਦੀ ਕਿ ਨਹੀਂ ਬਣਦੀ? ਬੰਦੇ ਤਾਂ ਬਣਦੀ। ਕਿਉਂਕਿ ਹੁਣ ਜਿਹੜੇ ਜੇ ਮੰਨ ਲਓ ਗੰਗਾ ਨੂੰ ਆਪਾਂ ਪਵਿੱਤਰ ਨਦੀ ਕਹਿੰਦੇ ਆ, ਤੇ ਹੁਣ ਗੰਗਾ ਦੇ ਕੰਢੇ ਤੇ ਰਹਿਣ ਵਾਲੇ ਲੋਕਾਂ ਦੀ ਸ਼ਰਧਾ ਤੇ ਹੈ ਹੀ ਹੈ। ਤੇ ਜੇ ਸ਼ਰਧਾ ਹੈ ਤੇ ਉਹਨਾਂ ਨੂੰ ਇਹ ਤਾਂ ਸਮਝ ਆਉਂਦੀ ਹੋ ਨਾ ਵੀ ਆਹ ਭਾਈ ਸਾਹਿਬ ਮੈਂ ਕੀ ਕਰਦਾ, ਜਾਂ ਆਪਣੇ ਵਾਲੇ ਟੱਬਰ ਕੀ ਕਰਦਾ, ਜਾਂ ਆਪਣੇ ਵਾਲੀ ਫੈਕਟਰੀ ਕੀ ਕਰਦੀ ਹੈ। ਤੇ ਇਹ ਵੀ ਗੱਲ ਕਲੀਅਰ ਹੈ ਵੀ ਜਦੋਂ ਕੋਈ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਮੰਨ ਲਓ ਕੋਈ ਧਾਰਮਿਕ ਸਮਾਗਮ ਹੋਊਗਾ, ਜਦੋਂ ਵੀ ਉਹਨਾਂ ਦਾ ਬਣਦਾ ਹੋਊ ਵੀ ਆਪਾਂ ਹੁਣ ਗੰਗਾ ਮਈਆ ਦੇ ਕਿਨਾਰੇ ਤੇ ਜਾਣਾ, ਉਦੋਂ ਉਹਨਾਂ ਦਿਮਾਗ 'ਚ ਆਉਂਦਾ ਹੋਊ ਵੀ ਯਾਰ ਜਿੱਥੇ ਇਸ ਪਵਿੱਤਰ ਪਾਣੀ 'ਚ ਆਪਾਂ ਆਪਣੇ ਧਰਮ ਦੇ ਹਿਸਾਬ ਨਾਲ ਆਏ ਹਾਂ, ਇਹਦੇ 'ਚ ਆਪਾਂ ਕਰਦੇ ਕੀ ਹਾਂ? ਇਹ ਥੋੜੀ ਘੱਟ ਬੰਦਾ ਆਪਣਾ ਸ਼ੀਸ਼ਾ ਤੇ ਵੇਖੇ ਨਾ ਵੀ ਮੈਂ ਕੀ ਕਰਦਾ। ਸੰਧਾਲੀ ਸਾਹਿਬ ਤੁਹਾਡੀ ਗੱਲ ਠੀਕ ਹੈ। ਜੇ ਅਸੀਂ ਲਿਫਾਫਾ ਸੁੱਟਦੇ ਹਾਂ, ਕੂੜਾ ਕਰਕਟ ਸੁੱਟਦੇ ਹਾਂ, ਹੋਰ ਸਿੱਧਾ ਸਾਨੂੰ ਐਂ ਲੱਗਦਾ ਕਿ ਨਦੀ ਤੋਂ ਵੱਡਾ ਕੂੜਾ ਸਥਾਨ ਕੋਈ ਨਹੀਂ।
ਇਹ ਗੱਲ ਬਿਲਕੁਲ ਠੀਕ ਹੈ ਕਿ ਆਮ ਬੰਦੇ ਨੂੰ ਉੱਥੇ ਆਪਣੀ ਜ਼ਿੰਮੇਵਾਰੀ ਦਾ ਨਿਰਵਾਹ ਕਰਨਾ ਚਾਹੀਦਾ, ਸਾਨੂੰ ਪਲਾਸਟਿਕ ਦੀ ਵਰਤੋਂ ਹੀ ਘੱਟ ਕਰ ਦੇਣੀ ਚਾਹੀਦੀ ਹੈ। ਪਰ ਇੱਥੇ ਮੇਰਾ ਇੱਕ ਸਵਾਲ ਹੋਰ ਵੀ ਹੈ, ਮੰਨ ਲਓ ਕਿ ਤੁਹਾਡਾ ਸ਼ਹਿਰ ਹੈ ਜਾਂ ਪਿੰਡ ਹੈ, ਤੁਸੀਂ ਦਿਹਾੜੀ ਦੇ 1-2 ਲਿਫਾਫੇ ਤਾਂ ਵਰਤੋਂਗੇ ਹੀ। ਇਹ ਤਾਂ ਸਰਕਾਰ ਦੀ ਹੀ ਡਿਊਟੀ ਹੈ ਕਿ ਭਾਈ ਕੂੜਾ ਲੋਕ ਕਿੱਥੋਂ ਸਿੱਟਣ, ਲੋਕਾਂ ਤੋਂ ਰੀਸਾਈਕਲ ਨਹੀਂ ਹੋਣਾ ਲਿਫਾਫਾ, ਉਹ ਸਰਕਾਰ ਨੇ ਕਰਨਾ ਹੀ। ਉਹ ਘੱਟੋ ਘੱਟ ਲੋਕਾਂ ਤੋਂ ਪੈਸੇ ਲੈ ਲੈਣ 40-50 ਰੁਪਏ 100 ਰੁਪਈਆ ਜੋ ਵੀ ਹੈ, ਪਰ ਘੱਟੋ ਘੱਟ ਇੱਕ ਪ੍ਰਬੰਧ ਤਾਂ ਦੇਣ ਨਾ। ਜਦੋਂ ਪ੍ਰਬੰਧ ਨਹੀਂ ਦੇਣਾ, ਮੰਨ ਲਓ ਕਿ ਸਾਰਾ ਸ਼ਹਿਰ ਹੈ ਕਿਸੇ ਨਦੀ ਦੇ ਕਿਨਾਰੇ ਤੇ ਵਸਿਆ, ਸਤਲੁਜ ਦੇ ਕਿਨਾਰੇ ਤੇ, ਬੁੱਢੇ ਨਾਲੇ ਦੇ ਕਿਨਾਰੇ ਤੇ ਹੈ, ਇੱਕ ਘਰ ਦੇ ਵਿੱਚੋਂ ਰਸੋਈ ਦਾ ਪਾਣੀ ਵੀ ਜਾਣਾ, ਵਾਸ਼ਰੂਮ ਦਾ ਪਾਣੀ ਵੀ ਜਾਣਾ, ਸਾਰੇ ਤਰ੍ਹਾਂ ਦਾ। ਇੱਕ ਘਰ ਨਹੀਂ ਟਰੀਟਮੈਂਟ ਪਲਾਂਟ ਸ਼ਾਇਦ ਲਾ ਸਕਦਾ, ਜਾਂ ਸਾਡੀ ਸੋਚ ਹੀ ਇੰਨੀ ਨਹੀਂ। ਉਹ ਸਾਰੇ ਦਾ ਸਾਰਾ ਜਦੋਂ ਨਾਲੀਆਂ ਦੇ ਵਿੱਚ ਦੀ, ਉਹਦੇ ਵਿੱਚ ਦੀ ਸੀਵਰੇਜ ਦੇ ਵਿੱਚ ਦੀ ਪਾਣੀ ਜਾਣਾ, ਉਹਦੇ ਲਈ ਤਾਂ ਲੋਕਲ ਸਰਕਾਰ ਨੂੰ ਹੀ ਪ੍ਰਬੰਧ ਕਰਨਾ ਪੈਣਾ। ਹਾਂ, ਲੋਕ ਕੁਝ ਹੱਦ ਤੱਕ ਜ਼ਿੰਮੇਵਾਰ ਨੇ, ਪਰ ਵੱਡੀਆਂ ਚੀਜ਼ਾਂ ਲੋਕਾਂ ਦੇ ਹੱਥ ਵਸ ਨਹੀਂ ਹੈਗੀਆਂ। ਚਲੋ ਠੀਕ ਹੈ, ਤੁਸੀਂ ਲੋਕਾਂ ਨੂੰ ਬਰੀ ਕਰ ਦਿਓ। ਨਹੀਂ, ਮੈਂ ਬਰੀ ਨਹੀਂ ਕਰਦਾ ਭਰਾ। ਠੀਕ ਕੀਤਾ ਤੁਸੀਂ, ਇਦਾਂ ਹੀ ਹੋਈ, ਇਹਦੇ 'ਚ ਕਿਹੜੀ ਗੱਲ ਹੈ? ਇਹਨਾਂ ਗੱਲਾਂ ਦਾ ਕਰਕੇ ਤੇ ਕਹਿੰਦਾ ਵੀ ਆਪਾਂ ਫਿਰ ਤੇਰਾ ਉਦੋਂ ਖਿਆਲ ਰੱਖਿਆ, ਤੂੰ ਫਿਰ ਵੋਟਾਂ ਹੀ ਖਿਆਲ ਰੱਖੀ ਆਪਣਾ। ਨਹੀਂ, ਰੌਲਾ ਤਾਂ ਇੱਥੇ ਨਿਬੜ ਜਾਂਦਾ। ਲਾਲ ਸਿੰਘ ਹੋਰਾਂ ਨੇ ਕਿਹਾ ਸਨੌਰ ਜਾ ਕੇ, ਸਰਪੰਚਾਂ ਪੰਚਾਂ ਦਾ ਇਕੱਠ ਕੀਤਾ, ਉਹ ਕਹਿੰਦੇ 6 ਵਾਰੀ ਜਿੱਤਿਆ, 12 ਵਿਭਾਗਾਂ ਦਾ ਮੰਤਰੀ ਰਿਹਾ, ਤੇ ਮੈਨੂੰ ਐਤਕੀ ਟਿਕਟ ਸਨੌਰ ਤੋਂ ਦੇ ਦਿਓ। ਪਿਛਲੀ ਵਾਰੀ ਮੁੰਡੇ ਨੂੰ ਟਿਕਟ ਦਿੱਤੀ ਸੀ ਸਮਾਣਿਓ, ਤਾਂ ਮੈਨੂੰ ਲਾਤਾ ਸੀ ਕਿ ਤੁਹਾਨੂੰ ਟਿਕਟ ਨਹੀਂ ਦੇਣੀ। ਹੋਰ ਦੇਖੋ ਜਿਹੜੀ ਕਮਾਲ ਦੀ ਗੱਲ ਕਹੀ, ਉਹ ਕਹਿੰਦੇ ਐਸ ਸਨੌਰ ਹਲਕੇ ਦਾ ਕਾਂਗਰਸੀ ਵਰਕਰ ਇੰਨਾ ਦੁਖੀ, ਤੰਗ, ਪਰੇਸ਼ਾਨ ਅਕਾਲੀ ਸਰਕਾਰ ਵੇਲੇ ਵੀ ਨਹੀਂ ਸੀ ਹੋਇਆ ਜਿੰਨਾ ਇੱਥੋਂ ਦੇ ਕਾਂਗਰਸੀਆਂ ਨੇ ਕਰਤਾ। ਮੈਂ ਕਹਿੰਦਾ ਜਾਂਚ ਇਹਦੀ ਵੀ ਹੋ ਜਾਵੇ। ਨਹੀਂ, ਉਹ ਗੱਲ ਤਾਂ ਉਹੀ ਹੈ ਨਾ ਵੀ ਹਰੇਕ ਬੰਦੇ ਨੂੰ ਲੱਗਦਾ ਵੀ ਮੈਂ ਤੁਹਾਡਾ ਆਪਣਾ ਭਾਈ ਸਾਹਿਬ, ਮੈਂ ਤੁਹਾਡਾ ਸੱਚਾ, ਮੇਰੇ ਜਿੰਨਾ ਸੱਚਾ ਕੋਈ ਨਹੀਂ, ਇਸ ਕਰਕੇ ਤੁਸੀਂ ਮੈਨੂੰ ਵੋਟਾਂ ਪਾਓ। ਬਾਕੀ ਇੱਕ ਬੇਨਤੀ ਕਰ ਦਈਏ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਜ਼ੁਰਗਾਂ ਨੂੰ ਨੁਹਾਲ ਧੁਆਲ ਕੇ ਚੰਗੇ ਲੀੜੇ ਪਵਾ ਕੇ ਰੱਖਿਓ, ਕਿਉਂਕਿ ਉਹਨਾਂ ਨੂੰ ਤੁਹਾਨੂੰ ਬੈਂਕ ਤੱਕ ਲਿਜਾਣਾ ਪੈਣਾ। ਕਿਉਂਕਿ ਪੰਜਾਬ ਸਰਕਾਰ ਕਹਿੰਦੀ ਵੀ 1000 ਰੁਪਈਆ ਬਜ਼ੁਰਗਾਂ ਦੇ ਖਾਤੇ 'ਚ ਪਾਉਣਾ ਹੀ ਪਾਉਣਾ ਯਕਮੁਸ਼ਤ। ਹੁਣ ਜਦੋਂ 1000 ਰੁਪਈਆ ਭਾਈ ਸਾਹਿਬ ਬਾਪੂ ਦਾ, 1000 ਰੁਪਈਆ ਬੇਬੇ ਦੇ ਖਾਤੇ 'ਚ ਪਲੱਸ 1500 ਪੈਨਸ਼ਨ ਵਾਲਾ, ਉਹ ਤਾਂ ਆਉਣਾ ਹੀ ਆਉਣਾ। ਜੇ ਦੋਵਾਂ ਦਾ ਰਲਾ ਬਣਾ ਕੇ 4-5 ਹਜ਼ਾਰ ਬਣ ਗਿਆ ਤੇ ਫਿਰ ਨਾ ਆਖਿਓ ਉਹ ਤੇਰਾ ਭਲਾ ਯਾਰ, ਬਾਪੂ ਨਾਲ ਬਣਾ ਕੇ ਰੱਖ ਲੈਂਦੇ। ਅਸੀਂ ਇੱਕ ਗੱਲ ਫੇਰ ਸਪਸ਼ਟ ਕਰ ਦਿੰਦੇ ਆ ਕਿ 1000 ਰੁਪਈਆ ਅਗਲੇ ਮਹੀਨੇ ਨਾ ਡਿੱਕਿਓ, ਇੱਕ ਵਾਰੀ ਆਉਣਾ ਬਸ। ਉਹਨਾਂ ਨੇ ਸਿੱਧਾ ਕਹਿੰਦਾ ਇੱਕ ਵਾਰੀ ਆਉਣਾ, ਇੱਕ ਵਾਰੀ ਦੇਣਾ, ਤੇ ਉਹ 1000 ਖਰਚ ਲਿਓ, ਰੱਖ ਲਿਓ, ਉਹਦਾ ਨਿੱਘ ਲੈ ਲਿਓ, ਤੁਹਾਡੇ ਤੇ ਨਿਰਭਰ ਕਰਦਾ। ਸਕੀਮਾਂ ਕਮਾਲ ਆ ਇਹ ਵੀ, ਪਰ ਉਹਨਾਂ ਦੀ ਫੁਰਤੀ ਤੇ ਆ ਵੀ ਉਹ ਪਾ ਪਾਉਂਦੇ ਕਿ ਨਹੀਂ ਪਾ ਪਾਉਂਦੇ, ਕਿਉਂਕਿ ਦਿਨ ਅੱਜ ਚੜ ਗਿਆ ਜੀ ਤੇ ਅਗਲੇ ਨੇ ਚਲੇ ਜਾਣਾ ਜੀ। ਚਲਿਏ ਹੁਣ ਆਪਾਂ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਵੀ ਅਸੀਂ ਵੈਸੇ ਤਾਂ ਲਾਈਟ ਮੂਡ 'ਚ ਹੀ ਗੱਲਾਂ ਕਰੀਦੀਆਂ, ਪਰ ਅੱਜ ਸ਼ੁਰੂ 'ਚ ਮੂਡ ਕਾਫੀ ਜ਼ਿਆਦਾ ਇਸ ਕਰਕੇ ਵੀ ਖਰਾਬ ਸੀਗਾ ਵੀ ਜਿੱਧਰ ਨੂੰ ਕਹਾਣੀ ਨਹੀਂ ਜਾਣੀ ਚਾਹੀਦੀ, ਉਹ ਸਿਆਸਤ ਕਹਿ ਲਓ ਜਾਂ ਜਿਵੇਂ ਮਰਜ਼ੀ ਕਹਿ ਲਓ, ਹਾਲਾਤ ਕਹਿ ਲਓ, ਉੱਧਰ ਨੂੰ ਲਿਜਾ ਰਹੇ ਨੇ। ਸੋ ਅਸੀਂ ਇਹੀ ਅਰਦਾਸ ਬੇਨਤੀ ਕਰਦੇ ਹਾਂ ਵੀ ਸੁੱਖ ਰਹੇ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।